ਵੇਖੋ ਇਹ ਵਫਾਤ ਈਸਾ ਦਾ ਕਾਇਲ ਹੋ ਗਿਆ ਹੈ। ਮੈਂ ਕਿਹਾ ਸਾਡੇ ਜਿਹੜੇ ਨੇ ਉਹ ਮਲਕ ਸਾਹਿਬ ਦੀਆਂ ਗੱਲਾਂ ਸੁਣ ਕੇ ਆਉਂਦੇ ਜੀ ਮੈਂ ਸੁਣਨਾ ਪਿਆ, ਮਾਈਕ ਮਿਊਟ ਕੀਤਾ, ਤੁਸੀਂ ਗੱਲ ਮੁਕੰਮਲ ਕਰੋ। ਇੰਜ ਮਰਜ਼ਈ ਜਿਹੜੇ ਨੇ ਉਹ ਵੀ ਹੁਣ ਆਖਣਾ ਸ਼ੁਰੂ ਹੋ ਗਏ ਨੇ ਅਸਾਂ ਕਿਹੜਾ ਨਬੀ ਮੰਨੇ ਆ। ਉਹ ਵੀ ਰਾਤੀ ਜਨਾਬ ਆਖਣਾ ਸ਼ੁਰੂ ਹੋ ਗਏ ਨੇ। ਉਹਨੇ ਆਖਿਆ ਅਸੀਂ ਕਿਹੜਾ ਆਖਿਆ ਸੀ ਨਬੀ ਮੰਨੇ ਆ ਉਹਨੂੰ। ਕਿੰਨੇ ਆਖਿਆ ਅਸੀਂ ਨਬੀ ਨਹੀਂ ਮੰਨੇ ਆ? ਮੌਲਵੀ ਉੜੈਜ ਨੇ। ਉਹ ਕਿਹੜਾ ਅਲੀ ਬੜਾ ਹੈ? ਉਹ ਮੌਲਵੀ ਨਹੀਂ, ਮੌਲਵੀ ਉੜੈਜ। ਹਾਂ ਕੀ ਆਖਿਆ ਸੂ? ਆਂਦਾ ਉਹ ਪੜ੍ਹ ਕੇ ਉਹਨੂੰ ਸੁਣਾਈ ਤੇ ਆਂਦਾ ਅੱਜ ਅਸੀਂ ਕਹਿੰਦੇ ਅਸਾਂ ਕਿਹੜਾ ਨਬੀ ਮੰਨੇ ਆ। ਸਮਝੇ ਗੱਲ? ਅੱਛਾ ਨਬੀ ਮੰਨਣ ਤੋਂ ਮੁੱਕਰ ਗਿਆ। ਵੇਖਦੇ ਜੋ ਕੀ ਹੁੰਦਾ ਉਹ ਮੈਂ ਕਿਹਾ ਬੰਦੇ ਸਾਡੇ ਬੰਦੇ ਰੋਂਦੇ ਨੇ ਮਲਕ ਜਿਹੜਾ ਉਹ ਵਫਾਤ ਈਸਾ ਦਾ ਕਾਇਲ ਹੋ ਗਿਆ ਤੇ ਮੈਂ ਕਿਹਾ ਉਧਰ ਵੀ ਕੰਮ ਜਿਹੜਾ ਟੁਰ ਪਿਆ ਜੇ। अस्सलाम वालेकुम। ਸੁਣਾਓ ਨਾ ਗੱਲ, ਤਫਸੀਲ ਸੁਣਾਓ ਨਾ ਗੱਲ ਦੀ ਤੇ ਜਮਾਲੀ ਗੱਲ ਹੋਈ, ਤਫਸੀਲ ਸੁਣਾਓ। ਮੈਂ ਤੁਹਾਨੂੰ ਤਫਸੀਲ ਸੁਣਾਉਣਾ 5 ਮਿੰਟ ਤੱਕ ਦੇ ਦਿਓ। अस्सलाम वालेकुम जी, आवाज़ आ रही है आ रही जी? आमिर भाई, अली भाई किद्दां सारे? ठीक है, अल्लाह का शुक्र है। ਉਹ ਸਰ ਉਹ ਤੇ ਇਦਾਂ ਮੈਨੂੰ ਪਏ ਜਿਸ ਤਰ੍ਹਾਂ ਮੈਂ ਤੈਨੂੰ ਕੀ ਦੱਸਾਂ। ਉਹ ਇੱਕ ਅਹਿਮਦੀ ਮੁਸਲਮਾਨ ਦੀ ਨਾਮ ਦੀ ਆਈਡੀ ਆਂਦੀ ਹੁੰਦੀ ਆਪਣੇ ਰੂਮ 'ਚ, ਉਹਨੇ ਮੈਨੂੰ ਫੋਲੋ ਕੀਤਾ। ਉਸ ਤੋਂ ਬਾਅਦ ਮੈਂ ਬੈਕ ਫੋਲੋ ਕੀਤਾ। ਕਹਿੰਦਾ ਤੁਸੀਂ ਕੋਈ ਗੱਲ ਕਰਨੀ ਨਾ, ਆਮਰ ਸਾਹਿਬ ਦੀ ਗੱਲ ਸੁਣਨਾ ਚੰਗਾ, ਤੁਸੀਂ ਇੱਕ ਦਫਾ ਆਪਣੀ ਲਾਈਵ ਔਨ ਕਰੋ। ਮੈਂ ਕਿਹਾ ਜੀ ਮੈਂ ਕਰ ਲੈਣਾ, ਲੇਕਿਨ ਮੈਂ ਤੁਹਾਨੂੰ ਉੱਥੇ ਮੈਂਸ਼ਨ ਕੀਤਾ ਸੀ ਕਿ ਆਮਰ ਸਾਹਿਬ ਗੱਲ ਕਰਨਗੇ, ਤੁਸੀਂ ਉਹਨਾਂ ਦੀ ਗੱਲ ਦਾ ਜ਼ਰਾ ਗੌਰ ਕਰਨਾ। ਫਿਰ ਮੈਂ ਸੈਫੀ ਸਾਹਿਬ ਦੀ ਬਰੋਡ ਤੇ ਜਾ ਕੇ ਫਿਰ ਮੈਂ ਪੁੱਛਾਂ ਕਿ ਆ ਤੁਹਾਡਾ ਇੱਕ ਅਹਿਮਦੀ ਸੁਣ ਕੇ ਆਇਆ ਜੇ ਤੇ ਦੱਸੋ ਆਮਰ ਸਾਹਿਬ ਨੇ ਕੋਈ ਗਲਤ ਗੱਲ ਕੀਤੀ? ਕਹਿ ਰਹੇ ਮੈਨੂੰ ਤੁਸੀਂ ਰੂਮ ਓਪਨ ਕਰੋ ਨਾ, ਮੈਂ ਤੁਹਾਨੂੰ ਦੱਸ ਦਾਂਗਾ। ਮੈਂ ਕਿਹਾ ਚਲੋ ਠੀਕ ਹੈ, ਮੈਂ ਔਨ ਕਰਨਾ। ਔਨ ਕੀਤਾ, ਅੰਬਰ ਭਾਈ ਆਇਆ, ਠੀਕ ਹੈ। ਉੱਥੇ ਅਬਾਬੀਲ ਭਾਈ ਨਹੀਂ ਆਉਂਦੇ ਹੁੰਦੇ ਇੱਥੇ ਅਕਸਰ, ਠੀਕ ਹੈ, ਉਹ ਵੀ ਆ ਗਏ, ਉਹ ਨੀਚੇ ਬੈਠ ਗਏ। ਕਹਿ ਰਹੇ ਇਹਨਾਂ ਨੂੰ ਕੋਈ ਲੈਫਟ ਹੋਵੇ। ਮੈਂ ਕਿਹਾ ਯਾਰ ਉਹ ਸੁਣਨਗੇ, ਤੁਸੀਂ ਗੱਲ ਕਰੋ। ਠੀਕ ਹੈ ਜੀ, ਗੱਲ ਕੀਤੀ। ਫਿਰ ਉਹਨਾਂ ਨੇ ਮੈਂ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਮੈਨੂੰ ਗੱਲ ਦੱਸੀ ਹੈਗੀ ਸੀ, ਉਸ ਤੋਂ ਇਲਾਵਾ ਉਸੇ ਹਦੀਸ ਦੇ ਬਾਰੇ 'ਚ ਮੈਂ ਪੁੱਛਿਆ। ਮੈਂ ਕਿਹਾ ਅਮੀਰ ਨਾਸਰ ਸਾਹਿਬ ਜੋ ਲਿਖਦੇ ਹੈਗੇ ਨੇ ਉਹ ਗਲਤ ਹੈ? ਅਗਰ ਜੇ ਤੁਸੀਂ ਸੈਫੀ ਭਾਈ ਕਹਿੰਦੇ ਨੇ ਕਿ ਨਹੀਂ ਹੈਜ਼ਿਨਾ ਨਹੀਂ, ਇਸ ਤਰ੍ਹਾਂ ਨਹੀਂ। ਕਹਿ ਰਹੇ ਯਾਰ ਜਿਹੜੀ ਡਾਕਟਰ ਨੇ ਰਿਪੋਰਟ ਦਿੱਤੀ, ਉਹ ਰਿਪੋਰਟ ਗਲਤ ਹੈ। ਮੈਂ ਕਿਹਾ ਫਿਰ ਤੁਸੀਂ ਡਾਕਟਰ ਨੂੰ ਮੰਨਦੇ ਹੋ, ਇਹਦਾ ਮਤਲਬ ਹੈ ਕਿ ਜਿਹੜੇ ਤੁਹਾਡੇ ਆਪਣੇ ਬੰਦੇ ਲਿਖਣ ਵਾਲੇ ਨੇ ਉਹਨਾਂ ਨੇ ਗਲਤ ਲਿਖ ਦਿੱਤਾ ਹੈ। ਤੁਸੀਂ ਆਪਣੀ ਕਿਤਾਬ ਨੂੰ ਝੁਠਲਾ ਰਹੇ ਜੇ ਤੇ ਬਕਾਇਦਾ ਤੁਸੀਂ ਉਸ ਡਾਕਟਰ ਨੂੰ ਸੱਚਾ ਕਰ ਰਹੇ ਜੀ। ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ ਹੈ, ਇਹ ਹੈ ਉਹ। ਮੈਂ ਕਿਹਾ ਤੁਸੀਂ ਆਮਰ ਸਾਹਿਬ ਦੀ ਬਰੋਡ ਤੇ ਕਿਉਂ ਨਹੀਂ ਜਾਂਦੇ? ਕਹਿੰਦਾ ਉਹ ਗਲਤ ਬਿਆਨੀ ਕਰਦੇ ਨੇ। ਮੈਂ ਕਿਹਾ ਅਸੀਂ ਤਾਂ ਰੋਜ਼ ਜਾ ਕੇ ਬੈਠੇ, ਅਸੀਂ ਤਾਂ ਅੱਜ ਤੱਕ ਨਹੀਂ ਸੁਣਿਆ, ਕਿਉਂਕਿ ਹੱਕ ਦੀ ਗੱਲ ਮੈਂ ਕਿ ਤੁਹਾਨੂੰ ਗਲਤ ਬਿਆਨੀ ਲੱਗਣੀ ਹੈ ਤੇ ਇਹ ਤੇ ਫਿਰ ਮੈਂ ਕਿਹਾ ਮਾਜ਼ਰਤ ਹੀ ਹੈ, ਫਿਰ ਮੈਂ ਤੁਹਾਡੇ ਨਾਲ ਵੀ ਨਹੀਂ ਬਹਿਸਦਾ, ਤੁਸੀਂ ਵੀ ਜਾ ਸਕਦੇ। ਇੰਨੇ ਦੇ ਵਿੱਚ ਅਬਾਬੀਲ ਭਾਈ ਨੇ ਇੱਕ ਪੋਸਟ ਲਾਤੀ ਉੱਤੇ ਆ ਕੇ, ਉਹ ਕਹਿੰਦਾ ਦੇਖ ਲਓ। ਮੈਂ ਤੁਹਾਨੂੰ ਚਲੋ ਠੀਕ ਹੈ, ਮੈਂ ਤੁਹਾਨੂੰ ਪ੍ਰੂਫ ਦੇ ਦਿੰਦਾ ਅਗਰ ਤੁਹਾਨੂੰ ਯਕੀਨ ਨਹੀਂ। ਇਹ ਦੇਖੋ ਲਿਖਿਆ ਹੋਇਆ ਸਾਰਾ ਕੁਛ। ਉਹਨੇ ਜੋ ਫੇਕ ਆਈਡੀਆਂ ਸੱਟੀਆਂ ਜੋ ਰੂਮ ਦੇ ਵਿੱਚ, ਉਹ ਕੋਈ ਗਾਲਾਂ ਕੱਢਣ ਦੇ ਆ, ਉਹ ਤੇ ਫਿਰ ਤੁਹਾਨੂੰ ਪਤਾ ਗੁਸਤਾਖੀ ਤੇ ਫਿਰ ਮਿੰਟੋ ਪਹਿਲੇ ਸ਼ੁਰੂ ਹੋ ਜਾਂਦੇ ਨੇ ਕਰਨੋਂ, ਅਗਰ ਇਹਨਾਂ ਨੂੰ ਨਾ ਰੋਕਿਆ ਜਾਏ। ਉਹਨੇ ਫੇਕ ਆਈਡੀਆਂ ਚੱਕੀਆਂ, ਜੋ ਗਾਲਾਂ ਥੱਲੇ ਤੇ ਗੁਸਤਾਖੀਆਂ। ਅਬਾਬੀਲ ਭਾਈ ਕਹਿ ਰਹੇ ਨੇ ਇਹਨਾਂ ਨੂੰ ਮਿਊਟ ਲਾ ਕੇ ਇਹਨਾਂ ਨੂੰ ਬਲੌਕ ਕਰੋ, ਕਿਉਂਕਿ ਹੁਣ ਇਹਨਾਂ ਨੇ ਜ਼ਾਰੀ ਗੱਲ ਹੈ ਕਿ ਆਪਣੀ ਔਕਾਤ ਦਿਖਾਣੀ। ਅੱਗੇ ਇਹਨਾਂ ਕੋਲ ਕੋਈ ਹੱਲ ਨਹੀਂ ਹੁੰਦਾ, ਨਾ ਕੋਈ ਗੱਲ ਕਰਨ ਦਾ ਇਹਨਾਂ ਦਾ ਕੋਈ ਮਕਸਦ ਹੁੰਦਾ। ਮੈਂ ਤਾਂ ਕਿਹਾ, ਮੈਂ ਕਿਹਾ ਅਗਰ ਕੋਈ ਗੱਲ ਕਰਨੀ ਤੇ ਮੈਂ ਆਮਰ ਭਾਈ ਨੂੰ ਲਾਈਵ ਸ਼ੇਅਰ ਮਾਰ ਦੇਣਾ ਜਾਂ ਜਿਸ ਤਰ੍ਹਾਂ ਵੀ ਹੈ, ਤੇ ਤੁਸੀਂ ਉਹਨਾਂ ਨਾਲ ਹੀ ਮੁਖਾਤਬ ਹੋ ਜਾਓ, ਅਸੀਂ ਨਹੀਂ ਉਹਨਾਂ ਨਾਲ ਗੱਲ ਕਰਨੀ। ਤੇ ਮੈਂ ਕਿਹਾ ਮੇਰੇ ਕੋਲ ਇੰਨਾ ਨਹੀਂ ਇਲਮ ਹੈਗਾ, ਮੈਂ ਤੇ ਉਹਨਾਂ ਦੇ ਇਲਮ ਦੇ ਹਿਸਾਬ ਦੇ ਨਾਲ ਹੀ ਜੋ ਮੈਨੂੰ ਜਿੰਨਾ ਕੋਈ ਹੈਗਾ ਸੀ ਮੈਂ ਉਸ ਹਿਸਾਬ ਦੇ ਪੁੱਛਿਆ। ਤੁਸੀਂ ਮੈਨੂੰ ਉਸ ਹਿਸਾਬ ਤੇ ਜਵਾਬ ਹੀ ਨਹੀਂ ਦੇ ਰਹੇ। ਨਹੀਂ ਤੁਸੀਂ ਮੈਨੂੰ ਹੋਰ ਕੋਈ ਗੱਲ ਕਰੋ ਇਸ ਟੌਪਿਕ ਤੋਂ ਹਟ ਕੇ। ਉਹ ਮੈਂ ਕਿਹਾ ਸਰ ਟੌਪਿਕ ਹੀ ਮੇਰਾ ਹੈ, ਮੈਂ ਸਿਰਫ ਇੰਨਾ ਹੀ ਪੁੱਛਣਾ ਚਾਹ ਰਿਹਾ ਤੁਹਾਡੇ ਕੋਲ। ਤੇ ਆਮਰ ਭਾਈ ਜੋ ਬਦਤਮੀਜ਼ੀ ਤੇ ਜੋ ਗੱਲਾਂ ਤੇ ਜੋ ਗਾਲੀ ਗਲੋਚ ਤੇ ਗੁਸਤਾਖੀਆਂ ਨੀਚੇ ਗਲਤ ਕਮੈਂਟਸ, ਤੇ ਅਬਾਬੀਲ ਭਾਈ ਨੇ ਕਿਹਾ ਕਿ ਬਸ ਇਹਨਾਂ ਦੀ ਦੁਖਤੀ ਰਹਿ ਗਈ, ਇੱਕ ਅੱਧੀ ਹੁੰਦੀ ਜਿੱਥੋਂ ਹੀ ਫੜੇ ਜਾਣ। ਅੱਗੇ ਅਲੀਮ ਸਾਹਿਬ ਆਏ ਸੀ, ਮੈਂ ਸਪੈਸ਼ਲ ਅਲੀਮ ਸਾਹਿਬ ਵਾਸਤੇ ਆਇਆ ਸੀ ਕਿ ਆਪਣੀ ਸਿਰਫ ਜਜ਼ਬਾਤੀ। ਆਮਰ ਭਾਈ ਆਵਾਜ਼ ਆ ਰਹੀ ਹੈ ਥੋੜਾ ਜਿਹਾ? ਮੈਂ ਜਾਣ ਕੇ ਮਾਈਕ ਮਿਊਟ ਕੀਤਾ ਕਿਉਂਕਿ ਅੱਛਾ ਜੀ, ਸ਼ੋਰ ਆਉਂਦਾ।
ਮੈਂ ਤੁਹਾਨੂੰ ਦੂਸਰਾ ਅਲੀਮ ਸਾਹਿਬ ਆਏ ਸੀ। ਅਲੀਮ ਸਾਹਿਬ ਆਪਣੇ ਨੇ ਜਜ਼ਬਾਤੀ ਬਿਆਨ ਦੇ ਰਹੇ ਹੈਗੇ ਸੀ ਜੀ, ਮੈਂ ਇੱਥੇ ਪੂਰੀ ਹੱਲਾਸ਼ੇਰੀ ਦੇ ਨਾਲ ਕਿ ਨੋਕ ਤੇ ਰੱਖ ਕੇ ਮੈਂ ਇਸ ਤਰ੍ਹਾਂ ਕੁਰਬਾਨੀ ਕਰਦਾ ਜਾਂ ਇਹ ਕਰਦਾ ਉਹ ਕਰਦਾ। ਮੈਂ ਤੁਹਾਨੂੰ ਸ਼ਾਇਦ ਪਹਿਲੇ ਵੀ ਇੰਟਰੋਡਕਸ਼ਨ ਕਰਾਇਆ ਸੀ ਕਿ 3 ਸਾਲ ਪੂਰੇ 3 ਸਾਲ ਮੈਂ ਡਿਫੈਂਸ ਫੇਸ 4 ਦੇ ਵਿੱਚ ਇਹਨਾਂ ਕੋਲ ਜੋਬ ਕੀਤੀ ਹੈ, ਇਸੇ ਮਰਜ਼ਈਆਂ ਦੇ ਕੋਲੇ, ਕਾਦੀਆਨੀਆਂ ਦੇ ਕੋਲੇ। ਠੀਕ ਹੈ, ਇਹ ਪਿਛਲੇ ਸਾਲ ਦਾ ਵਾਕਿਆ ਜੀ। ਹੱਕ ਨੇ ਦੀ ਗੱਲ ਕਰਾਂਗਾ ਅੱਲਾਹ ਤਾਲਾ ਨੂੰ ਹਾਜ਼ਰੋ ਨਾਜ਼ਰ ਜਾਣ ਕੇ, ਕਿਉਂਕਿ ਮੈਨੂੰ ਝੂਠ ਬੋਲਣ ਦਾ ਨਾ ਤੇ ਕੁਛ ਮਿਲਣਾ ਹੈ ਤੇ ਨਾ ਹੀ ਇੱਥੇ ਬੈਠੇ ਮਿਲ ਰਿਹਾ। ਗੱਲਾਂ ਸੁਣਨਾ ਉਹ ਨੌਲੇਜ ਵਾਸਤੇ ਆਪਣੇ। ਇਹ ਪਿਛਲੇ ਸਾਲ ਮੇਰੀ ਗਲੀ ਦੇ ਵਿੱਚ ਇਹਨਾਂ ਨੇ ਇਸੇ ਨਹੀਂ, ਇਹਨਾਂ ਨੇ ਕਿਹਾ ਜੀ ਹੁਣ ਡਾਲਾ ਪੈ ਜੇ, ਥੋੜੀ ਦੇਰ ਨੂੰ ਪੈ ਜੇ, ਜਦੋਂ ਵੀ ਇਹ ਤੂੰ ਆ ਵਹਿੜਾ ਘੁਮਾ ਜ਼ਰਾ ਗਲੀਆਂ 'ਚ। ਉਹ ਮੇਰੀ ਕਿਸਮਤ ਬੁਰੀ ਚੈੱਕ ਕਰੋ ਕਿੱਡੀ। ਉਹ ਜਦੋਂ ਮੈਂ ਘੁਮਾ ਕੇ ਲਿਆਂਦਾ, ਜਦੋਂ ਮੈਂ ਬੂਹੇ ਤੇ ਲਿਆਂਦਾ ਤਾਂ ਉੱਥੋਂ ਡਾਲਾ ਪੈ ਗਿਆ। ਉਹਨਾਂ ਨੇ ਆ ਕੇ ਮੈਨੂੰ, ਮੈਂ ਕਿਹਾ ਜੀ ਮੈਂ ਤੇ ਮੁਲਾਜ਼ਮ ਹੈ ਇੱਦਾਂ ਇੱਦਾਂ, ਠੀਕ ਹੈ, ਮੈਨੂੰ ਨਹੀਂ ਇਸ ਚੀਜ਼ ਦਾ ਪਤਾ। ਉਹੀ ਸ਼ੇਖ ਸਾਹਿਬ ਨੂੰ ਭਾਇਆ ਗੱਡੀ 'ਚ, ਉਹ ਡਾਲਾ ਜਾ ਰਿਹਾ। ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਮੈਂ ਤਾਲੁਕਾਤ, ਉਹ ਪਾਕਿਸਤਾਨ ਦੇ ਕਾਨੂੰਨ ਨੂੰ ਇਹ ਸਮਝਦੇ ਨੇ ਕਿ ਕਾਨੂੰਨ ਬਸ ਫਾਰਕ ਹੈ ਜੀ, ਪੈਸਾ ਹੀ ਹੈ। ਉਹ IG ਪੰਜਾਬ ਤੀਕਰ ਵੀ ਅਗਰ ਤੁਹਾਡੇ ਤਾਲੁਕਾਤ ਹੈ ਨਾ, ਤੇ ਉਹਨੇ ਵੀ ਅੱਗੇ ਗੌਰਮੈਂਟ ਨੂੰ ਜਾਂ ਪਿਛਲੇਆਂ ਨੂੰ ਜਵਾਬ ਦੇਣਾ ਹੈਗਾ। ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਕਾਨੂੰਨ ਦੇ ਖਿਲਾਫ ਗੱਲ ਹੈ ਉਹ ਤੇ ਕਾਨੂੰਨ ਦੇ ਖਿਲਾਫ ਹੀ ਹੁੰਦਾ। ਉਹਨਾਂ ਪਿਛਲੇ ਦਿਨਾਂ ਦੇ ਵਿੱਚ ਫੇਸ 6-7 ਦੇ ਵਿੱਚ ਜਿਹੜਾ ਵਾਕਿਆ ਹੋਇਆ, ਸ਼ਾਇਦ ਤੁਹਾਨੂੰ ਪਤਾ ਹੋਵੇ, ਲਾਹੌਰ ਸ਼ਹਿਰ ਦੇ ਵਿੱਚ, ਠੀਕ ਹੈ, ਉਹਨੇ ਪੂਰੀ ਦੀ ਪੂਰੀ ਫੈਮਿਲੀ ਡਾ ਦਿੱਤੀ ਹੈਗੀ ਗੱਡੀ ਮਾਰ ਕੇ। ਠੀਕ ਹੈ, ਉਹ ਬੱਚੇ ਨੇ, ਛੋਟੇ ਨੇ। ਕਾਨੂੰਨ ਤੇ ਉਹਦੇ ਲਈ ਵੀ ਸੀ, ਠੀਕ ਹੈ, ਕਾਨੂੰਨ ਤੇ ਹਰ ਬੰਦੇ ਲਈ ਬਣਿਆ। ਕਾਨੂੰਨ ਜੋ ਬਣਿਆ ਉਹ ਤੇ ਕਾਨੂੰਨ ਹੀ ਹੈ। ਹੁਣ ਉਹਨੂੰ ਪਕੜੇ, ਹੁਣ ਹੈਲਮਟ ਵਾਲੇ ਨੇ, ਉਹਨਾਂ ਨੇ ਹਰ ਬੰਦੇ ਨੂੰ ਵਾਰਨ ਕਰਤਾ ਕਿ ਹੈਲਮਟ ਤੋਂ ਬਗੈਰ ਜਿਹੜਾ ਵੀ ਹੋਏਗਾ, ਜਾਂ ਡਰਾਈਵਿੰਗ ਲਾਇਸੈਂਸ ਤੋਂ ਬਗੈਰ। ਕਾਨੂੰਨ ਦੀ ਇੱਕ ਗੱਲ ਕਰਨ ਨੇ ਤੁਸੀਂ, ਉਹਨਾਂ ਨੇ ਕਾਨੂੰਨ ਦੀ ਗੱਲ ਹੀ ਕੀਤੀ ਸੀ ਨਾ ਕਿ ਲੋ ਜੀ ਮੈਨੂੰ ਤਾਂ ਕੋਈ ਰੋਕਣ ਵਾਲਾ ਨਹੀਂ, ਮੈਂ ਤੇ ਆ ਕੇ ਇੱਥੇ ਇਹ ਕਰਦਾ, ਮੈਂ ਉਹ ਕਰਦਾ, ਮੈਨੂੰ ਤਾਂ ਕੋਈ ਨਹੀਂ ਹੈ। ਉਹ ਤਾਂ ਸਿਰਫ ਜਜ਼ਬਾਤੀ ਬਿਆਨ ਸੀ ਨਾ ਕਿ ਮੈਂ ਜੋ ਉਹ ਆਪਣੇ ਆਪ ਨੂੰ ਜਾਂ ਆਪਾਂ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਲੋ ਜੀ ਮੈਂ ਤੁਹਾਡੇ ਸਾਹਮਣੇ ਚੈਲੰਜ ਕਰ ਰਿਹਾ। ਇੱਦਾਂ ਨਹੀਂ ਹੁੰਦਾ ਹੈਗਾ। ਉਹ ਜਜ਼ਬਾਤੀ ਗੱਲਾਂ ਤੇ ਮੈਂ ਵੀ ਕਰ ਜਾਵਾਂਗਾ 4-5 ਜਾਂ ਜਿਹੜਾ ਮਰਜ਼ੀ ਇੱਥੇ ਕਰ ਜਾਏਗਾ, ਲੇਕਿਨ ਉਹਦੇ ਵੀ ਕੋਈ ਹੋਣਾ ਚਾਹੀਦਾ ਕਿ ਲੋ ਜੀ ਮੈਂ ਕਰਕੇ ਦਿਖਾ ਰਿਹਾ, ਲੋ ਵੇਖ ਲਓ, ਸਬੂਤ ਵੀ ਹੋਣਾ ਚਾਹੀਦਾ ਦਾ। ਹੁਣ ਇਹਨਾਂ ਨੇ ਜਿਹੜਾ ਕੀਤਾ ਸੀ ਹੈਲਮਟ ਦੀ ਪਾਬੰਦੀ ਤੇ ਲਾਇਸੈਂਸ ਵਗੈਰਾ ਸੀ, ਹੁਣ ਇੱਥੋਂ ਕੋਈ ਵੀ ਰੋਕ ਲੈਂਦਾ। ਅਗਰ ਮੈਂ ਹੀ ਆਪਣੀ ਮਿਸਾਲ ਦਿੰਦਾ, ਮੈਂ ਨਿਕਲਦਾ ਰੋਡ ਤੇ, ਮੈਂ ਉਹਨਾਂ ਨੂੰ ਕਹਿੰਦਾ ਜੀ ਮੈਂ ਹੈਲਮਟ ਨਹੀਂ ਪਾਉਂਦਾ ਹੈਗਾ, ਮੈਂ ਜੋ ਮਰਜ਼ੀ ਮੇਰਾ ਕਰ ਲਓ ਇਹ ਉਹ ਕਾਨੂੰਨ ਕਿਹੜਾ ਮੇਰੇ ਮਾਮੇ ਦਾ ਪੁੱਤ ਹੈ ਜੀ ਜਿਹੜਾ ਮੈਨੂੰ ਕਹੇਗਾ ਲੋ ਜੀ ਅੱਛਾ ਠੀਕ ਹੈ ਤੂੰ ਨਹੀਂ ਪਾਉਂਦਾ, ਕੋਈ ਮਸਲਾ ਨਹੀਂ, ਤੂੰ ਨਾ ਪੁੱਤ ਪਾ। ਕਾਨੂੰਨ ਤੇ ਕਾਨੂੰਨ ਹੀ ਹੈ। ਕਾਨੂੰਨ ਨੇ ਜਦੋਂ ਲਾਗੂ ਕਰ ਦਿੱਤਾ ਹੈਗਾ ਕਿ ਇਸ ਚੀਜ਼ਾਂ ਦਾ ਤੁਹਾਨੂੰ ਨਹੀਂ ਹੈਗਾ, ਕਿ ਤੁਹਾਡਾ ਹੱਕ ਹੀ ਨਹੀਂ ਹੈਗਾ ਕਿ ਤੁਸੀਂ ਕੁਰਬਾਨੀ ਕਰੋ ਜਾਂ ਇਹ ਚੀਜ਼ ਕਰੋ ਉਹ ਕਰੋ, ਤੇ ਕੋਈ ਬੰਦਾ ਸਰ ਕਿਸ ਦਾ ਕਰ ਸਕਦਾ। ਮੈਂ ਅਲੀਮ ਸਾਹਿਬ ਕੋਲ ਇਹ ਜਵਾਬ ਲੈਣਾ ਸੀ ਕਿ ਸਰ ਜਦੋਂ ਤੁਸੀਂ ਕਾਨੂੰਨ ਦੀ ਨਾਫਰਮਾਨੀ ਕਰੋਗੇ ਤਾਂ ਕਿਸ ਤਰ੍ਹਾਂ ਤੁਹਾਨੂੰ ਇਜਾਜ਼ਤ ਦੇ ਦੇਗਾ, ਕਿ ਇੰਨਾ ਵੀ ਕੀ ਤਾਲੁਕਾਤ ਹੈ ਜਾਂ ਕੀ ਆਪਣਾ ਕਿ ਤੁਸੀਂ ਕਹੋਗੇ ਲੋ ਜੀ ਮੈਂ ਤੇ ਨੋਕ ਤੇ ਰੱਖ ਕੇ ਤੇ ਮੈਂ ਇੰਝ ਹੱਥ ਚੱਕ ਕੇ ਕਹਿੰਦਾ ਕਿ ਮੈਂ ਕਰਦਾ, ਮੇਰਾ ਜੋ ਕਰਨਾ ਕਰ ਲਓ। ਪਹਿਲੀ ਗੱਲ ਹੈ ਕਿ ਇਹਨਾਂ ਦੇ ਇਹ ਕਿਸ ਬਿਨਾਂ ਤੇ ਮੈਂ ਪੁੱਛਣਾ ਸੀ ਅਲੀਮ ਸਾਹਿਬ, ਤੁਸੀਂ ਅਗਰ ਕਰਦੇ ਵੀ ਕੁਰਬਾਨੀ ਤੇ ਉਹਦੀ ਬਿਨਾਂ ਕੀ ਹੈ, ਕਿਸ ਬਿਨਾਂ ਤੇ ਕਰਦੇ ਜੀ, ਕਿਹਦੇ ਵਾਸਤੇ ਕਰਦੇ ਸੀ? ਲੇਕਿਨ ਇਸ ਟਾਈਮ ਇੱਥੇ ਮੌਜੂਦ ਹੀ ਨਹੀਂ ਹੈ। ਮੈਂ ਕਿਹਾ ਚਲੋ ਆਮਰ ਸਾਹਿਬ ਕੋ ਥੋੜਾ ਜਿਹਾ ਪੁੱਛ ਲੈਂਦੇ ਅਗਰ ਉਹਨਾਂ ਨੂੰ ਨੌਲੇਜ ਹੋਵੇ। ਮੈਂ ਮਿਊਟ ਹਾਂ ਸਰ, ਬਸ ਇਹੀ ਸਵਾਲ ਸੀ। ਅਸਲ 'ਚ ਮੈਨੂੰ ਇਹ ਆਖਰ ਵਾਲਾ ਤੁਹਾਡਾ ਹਿੱਸਾ ਸਮਝ ਨਹੀਂ ਆਇਆ, ਪਹਿਲੇ ਵਾਲੀ ਗੱਲ ਸਮਝ ਆ ਗਈ ਹੈ ਜੀ 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 ਜੀ। ਲੇਕਿਨ ਬਹਰਹਾਲ ਉਹ ਆਇਨੇ ਪਾਕਿਸਤਾਨ ਦੇ ਬਾਗੀ ਨੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਹਲਾਲ ਐਲਾਨ ਕਹਿੰਦੇ ਨੇ ਕਿ ਅਸੀਂ ਇਸ ਆਇਨ ਨੂੰ ਨਹੀਂ ਮੰਨਦੇ, ਉਹਦੇ ਬਾਵਜੂਦ ਪਾਕਿਸਤਾਨ ਦੀ ਜਿਹੜੀ ਇੰਤਜ਼ਾਮੀਆ ਹੈ, ਗੌਰਮੈਂਟ ਹੈ, ਉਹ ਹਮੇਸ਼ਾ ਉਹਨਾਂ ਨੂੰ ਪ੍ਰੋਟੈਕਸ਼ਨ ਫਰਾਹਮ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰਦੀ ਹੈ। ਅਗਰ ਉਹਦੇ 'ਚ ਕੋਈ ਕਮੀ ਕੁਤਾਹੀ ਰਹਿ ਜਾਂਦੀ ਹੈ ਉਹ ਜਿਹੜਾ ਅਮਲੀ ਤੌਰ ਤੇ ਉਹ ਪ੍ਰੋਸੀਕਿਊਟ ਹੋਣਾ ਹੁੰਦਾ ਕੋਈ ਕੰਮ, ਉਹਦੇ 'ਚ ਕੋਈ ਗੁੰਜਾਇਸ਼ ਰਹਿ ਜੇ ਕੋਈ ਗਫਲਤ ਕਿਸੇ ਦੀ ਕੁਤਾਹੀ ਹੋ ਜੇ, ਲੇਕਿਨ ਕਾਨੂੰਨੀ ਤੌਰ ਤੇ ਉਹਨਾਂ ਨੂੰ ਉਹ ਤਹਫ਼ੁਜ਼ ਫਰਾਹਮ ਕਰਨ ਦੀ ਕੋਸ਼ਿਸ਼, ਬਕਾਇਦਾ ਉਹਦਾ ਆਰਡਰ ਹੁੰਦਾ ਕਿ ਤੁਸੀਂ ਇਹਨਾਂ ਦੀ ਜਾਨ ਮਾਲ ਇੱਜ਼ਤ ਦਾ ਤਹਫ਼ੁਜ਼ ਕਰੋ, ਬਾਵਜੂਦ ਇਸ ਦੇ ਕਿ ਆਇਨੇ ਪਾਕਿਸਤਾਨ ਦੇ ਬਾਗੀ ਨੇ, ਆਇਨੇ ਪਾਕਿਸਤਾਨ ਨੂੰ ਨਹੀਂ ਮੰਨਦੇ, ਉਹਦੇ ਬਾਵਜੂਦ ਇਹਨਾਂ ਨੂੰ ਤਹਫ਼ੁਜ਼ ਉੱਥੇ ਦਿੱਤਾ ਜਾਂਦਾ। ਅੱਛਾ ਪਾਕ ਮੈਂ ਤੁਹਾਡਾ ਰਿਪਲਾਈ ਇੱਥੇ ਉੱਪਰ ਬੈਠੇ ਦੇ ਦੇਣਾ ਤੁਹਾਡੇ ਕਮੈਂਟਸ ਦਾ। ਚਲੋ ਠੀਕ ਹੋ ਗਿਆ, ਅਸੀਂ ਇਸ ਚੀਜ਼ ਨੂੰ, ਅਸੀਂ ਅਹਲੀ ਕਿਤਾਬ ਮੈਂ ਇਸ ਚੀਜ਼ ਨੂੰ ਜਾਂ ਆਮਿਰ ਸਾਹਿਬ ਇੱਥੇ ਕੋਈ ਵੀ ਬੰਦੇ ਹੋਣਗੇ, ਚਲੋ ਜੀ ਅਸੀਂ ਇਸ ਚੀਜ਼ ਨੂੰ ਚਲੋ ਐਕਸੈਪਟ ਕਰ ਲੈਂਦੇ ਇੱਕ ਹਿਸਾਬ ਦਾ। ਹਜ਼ਰਤ ਈਸਾ ਅਲੈਹਿਸਲਾਮ ਤੁਹਾਡੇ ਬਕੌਲ ਕਿ ਚਲੋ ਜੀ ਫੌਤ ਹੋ ਗਏ ਨੇ, ਜਾਂ ਜਿਹੜੇ ਵੀ ਆਖਰੀ ਨਬੀ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਜੇ ਹਜ਼ਰਤ ਮੁਹੰਮਦ ਆਪ ਸੱਲੱਲਾਹੁ ਅਲੈਹਿ ਵਸੱਲਮ, ਤਾਂ ਸਾਨੂੰ ਪਤਾ ਹੈ ਕਿ ਸਾਰਿਆਂ ਨੂੰ ਕਿ ਆਖਰੀ ਨਬੀ ਨੇ, ਉਸ ਤੋਂ ਬਾਅਦ ਖਤਮ ਹੈ ਸਭ ਕੁਛ, ਠੀਕ ਹੈ। ਅਗਰ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਵੀ ਲੈ ਕੇ ਆਉਂਦੇ, ਅਗਰ ਉਹਨਾਂ 'ਚ ਹੋ ਜਾਂਦਾ ਹੈ, ਠੀਕ ਹੈ, ਤੁਸੀਂ ਤੁਹਾਡੇ ਬਕੌਲ ਹੀ ਕਿ ਤੁਸੀਂ ਕਹਿੰਦੇ ਚਲੋ ਜੀ ਆਖਰੀ ਉਹ ਹੈ,
ਚਲੋ ਜੇ ਆਖਰੀ ਵੀ ਹੋ ਗਏ, ਤੁਸੀਂ ਫਿਰ ਜਵਾਬ ਦਿਓ ਕਿ ਤੁਹਾਡੇ ਉਹ ਮਿਰਜ਼ਾ ਸਾਹਿਬ ਕਿੱਧਰ ਗਏ ਜਿਨ੍ਹਾਂ ਨੂੰ ਤੁਸੀਂ ਨਬੀ ਲੈ ਕੇ ਆਏ ਹੋ ਜੀ। ਥੱਲੇ ਬੈਠੀ ਜਵਾਬ ਦੇ ਦੇਣਾ ਹੁਣ। ਉਹ ਫਿਰ ਮਿਰਜ਼ਾ ਸਾਹਿਬ ਕਿੱਧਰ ਗਏ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਜੇ ਕਿ ਪਹੁੰਚ ਗਏ ਨੇ, ਮਾਮ ਮਹਿਦੀ ਸਾਹਿਬ ਆ ਗਏ ਨੇ, ਮਿਰਜ਼ਾ ਗੁਲਾਮ ਕਾਦੀਆਨੀ ਸਾਹਿਬ ਉਹ ਪਹੁੰਚ ਗਏ ਨੇ, ਨਬੀ ਬਣ ਗਏ ਨੇ, ਆ ਚੁੱਕੇ ਨੇ, ਉਹ ਕਿੱਧਰ ਗਏ ਫਿਰ? ਉਹਦਾ ਕੋਈ ਜਵਾਬ ਛੋਟਾ ਜਿਹਾ ਬਿਆਨ ਕਰ ਦੋ ਅਗਰ। ਪਾਕ ਭਾਈ अगर सुन रहे जी कमेंट्स तो कर रहे जी। लीम साहब ने के जिली बरूजी जी जी अस्सलाम वालेकुम। ਵਾਲੇਕੁਮ ਸਲਾਮ ਲਿੰਗ ਸਾਹਿਬ, ਤਾਂ ਤੁਹਾਨੂੰ ਯਾਦ ਕਰ ਰਹੇ ਸੀ ਕੋਈ ਸਰ। नहीं मैं तो थोड़ा सा मसरूफ सा हूं, फारग होया ते मैं क्या जी जरा हाजिर दी जाए ते मलक कैसर साहब दी खिदमत च सलाम अर्ज करने आ। अस्सलाम वालेकुम। वालेकुम सलाम। ओ प्यारे आ गए। आ गए जी, आ गए, रौनक आ गईयां ते ਤੁਹਾਡੀ ਖਿਦਮਤ ਚ ਸਲਾਮ ਅਰਜ਼ ਕਰਨੇ ਆ ਤੇ ਮਲਕ ਕੈਸਰ ਸਾਹਿਬ ਵੱਲ ਜਾਂਦੇ ਆ ਕਿ ਸਾਨੂੰ ਕੋਈ ਪਿਆਰੀ ਪਿਆਰੀ ਗੱਲ ਸੁਣਾਓ, ਸਾਡੀ ਤਰਬੀਅਤ ਕਰਨ। ਇਹ ਗੱਲ ਏ। ਉਹ ਪਿਆਰੇ ਵਜੂਦ ਵਾਲੀ ਸਾਹਿਬ ਤੁਸੀਂ कैसे मिजाज ने, ठीक ठाक हो? ਸ਼ੁਕਰ ਅਲਹਮਦੁਲਿਲਾ। ਬੜੇ ਗਰਮ ਹੋ ਤੁਸੀਂ ਖਬਰਾਂ 'ਚ। ਸਵੇਰ ਜਦੋਂ ਮੈਂ ਉੱਠਿਆ ਤੇ ਉਦੋਂ ਇੱਕ ਪਾਸੇ ਉਹ ਖਬਰਾਂ 'ਚ ਫਿਰ ਤੁਸੀਂ, ਫਿਰ ਅਗਲੀ ਲਾਈਵ ਤੇ ਗਿਆ ਉੱਤੇ ਫਿਰ ਮਲਕ ਕੈਸਰ। ਉਹ ਮੈਂ ਕਰਕੇ ਦਿੱਤਾ ਹੈ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੀਤਾ ਕੀ ਜੀ? ਮੈਂ ਆਖਿਆ ਸੀ ਇਹ ਬੜਾ ਮੁਸ਼ਕਲ ਰਸਤਾ ਹੈ। ਬੜਾ ਮੁਸ਼ਕਲ ਹੈ। ਸਭ ਤੋਂ ਜ਼ਿਆਦਾ ਤੁਹਾਡਾ ਗੁਨਾਹ ਇਹ ਹੈ ਕਿ ਜਿਹੜਾ 4-5 ਦਿਨ ਤੁਸੀਂ ਲਗਾਤਾਰ ਤੁਹਾਡੀ ਲਾਈਵ ਗਈ ਹੈ, ਇੱਕ ਨੰਬਰ ਦੇ ਉੱਤੇ ਟੌਪ ਤੇ ਗੱਲ ਹੋਈ ਹੈ ਔਰ ਤੁਸੀਂ ਗਾਲੀ ਰੋਕੀ ਹੈ ਔਰ ਇੱਜ਼ਤ ਦੇ ਨਾਲ ਸਾਰਿਆਂ ਦੀ ਗੱਲ ਕਰਾਈ ਹੈ। ਸਭ ਤੋਂ ਵੱਡਾ ਕਸੂਰ ਇਹ ਬੜੀ ਵੱਡੀ ਗਲਤੀ ਹੈ। ਇਹ ਨਹੀਂ ਸੀ ਹੋਣਾ ਚਾਹੀਦਾ। ਤੇ ਫਿਰ ਉਹਨਾਂ ਨੂੰ ਇਹ ਪਤਾ, ਅਕਸਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਮਲਕ ਕੈਸਰ ਸਾਹਿਬ ਕਹਿ ਕੀ ਰਹੇ ਨੇ। ਕਈ ਦਫਾ ਤੁਸੀਂ ਐਸਾ ਹੁੰਦਾ ਹੈ ਕਿ ਉਹ ਪੈਂਡਾ ਬਚਾਉਣ ਵਾਸਤੇ ਤੁਸੀਂ ਗੱਲ ਕਰਦੇ ਹੋ, ਯਾਰ ਐਡੀ ਦੂਰੋਂ ਕਿ ਹੋ ਕੇ ਆਉਣਾ ਹੈ ਤੇ ਆਓ ਜਿੱਥੇ ਖੜਦੇ ਉੱਥੇ ਚੱਲੀਏ। ਚਲੋ ਜੀ ਮੁੱਕੇ ਗੱਲ। ਹਾਂ ਜੀ ਬਿਲਕੁਲ। ਯਾਰ ਕੋਈ ਇਸ ਤਰ੍ਹਾਂ ਦੀ ਵੀ ਹਾਲਤ। ਅੱਛਾ ਮੇਰੇ ਖਿਲਾਫ ਵੀ ਲੋਕ ਜ਼ਿਆਦਾ, ਉਹਨਾਂ ਨੂੰ ਗੱਲ ਹੀ ਸਮਝ ਨਹੀਂ ਆ ਰਹੀ ਹੁੰਦੀ, ਪਤਾ ਨਹੀਂ ਕੋਈ ਭੂਸਾ ਭਰਿਆ ਦਿਮਾਗ ਦੇ ਵਿੱਚ। ਉਹੀ ਮਸਲਾ ਤੁਹਾਡੇ ਨਾਲ ਹੋ ਗਿਆ। ਮੈਂ ਕਿਹਾ ਸੀ ਤੁਹਾਨੂੰ ਪਹਿਲੇ ਦਿਨ, ਮੈਂ ਕਿਹਾ ਇਹਨਾਂ ਨੂੰ ਸਮਝ ਨਹੀਂ ਆਉਣੀ ਤੁਹਾਡੀ ਗੱਲ ਦੀ। ਸਹੀ ਗੱਲ ਹੈ। ਤੁਹਾਡੇ ਅਕਸਰ ਬਿਆਨਾਤ ਜਿਹੜੇ ਨੇ ਉਹ ਇਹ ਨੇ ਕਿ ਯਾਰ ਐਡੀ ਦੂਰੋਂ ਤੁਸੀਂ ਪਹਿਲਾਂ ਜਾਣਾ ਮੁਲਤਾਨ, ਫਿਰ ਪਿਸ਼ੌਰ, ਫਿਰ ਕਰਾਚੀ ਤੇ ਫਿਰ ਲਾਹੌਰ ਆਉਣਾ ਤੇ ਉੱਥੇ ਆ ਕੇ ਕੰਮ ਕਰਨਾ। ਆਓ ਲਾਹੌਰ ਚਲੀਏ ਪਹਿਲੇ ਤੇ ਉੱਥੇ ਕੰਮ ਕਾਈਏ ਤੇ ਫਿਰ ਦੇ ਉੱਧਰ ਆਵਾਂਗੇ। ਹਾਂ ਨਹੀਂ, ਗੱਲ ਇਸ ਤਰ੍ਹਾਂ ਹੋਣੀ ਵੀ ਇਸ ਤਰ੍ਹਾਂ ਹੀ ਚਾਹੀਦੀ ਹੈ। ਅਗਰ ਅਸੀਂ ਆਪਣੇ ਮਸਾਇਲ ਹੱਲ ਕਰਨ ਤੇ ਆਈਏ ਨਾ ਤੇ ਯਕੀਨ ਕਰੋ ਕਿ ਟੋਟਲ 10 ਮਿੰਟ ਲੱਗਦੇ ਨੇ ਜੀ। ਰਾਤੀ ਥੋੜਾ ਇਤਫਾਕ ਹੋਇਆ, ਮੈਨੂੰ ਥੋੜਾ ਜਿਹਾ ਮੁਨਾਜ਼ਰਾ ਵੇਖਣ ਦਾ ਬਾਅਦ ਫਿਰ ਮੈਂ ਖਾਣਾ ਖਾਣ ਲੱਗ ਪਿਆ ਤੇ ਉਹ ਟਿਕਟੋਕ ਮੈਂ ਸਾਈਡ ਤੇ ਕਰ ਦਿੱਤੀ ਤੇ ਮੈਂ ਵੇਖਿਆ ਤੁਹਾਡਾ ਜਿੱਥੇ ਤੁਸੀਂ ਆਪਣਾ ਗੱਲ ਸ਼ੁਰੂ ਕੀਤੀ ਸੀ ਤੇ ਮੈਂ ਹੱਸਣ ਲੱਗ ਪਿਆ ਤੇ ਮੈਂ ਕਿਹਾ ਮਲਕ ਕੈਸਰ ਸਾਹਿਬ ਲਿਆਉਣਗੇ ਪਹਿਲੇ ਉੱਥੇ ਹੀ, ਉਹ ਆਖਣਗੇ ਬਾਕੀ ਠੀਕ ਹੈ ਇੱਧਰ ਆਓ। ਉਹ ਸਨੀ ਸਾਹਿਬ ਵੀ ਇਹੀ ਕਹਿ ਰਹੇ ਸਨ ਕਿ ਲੰਮੇ ਪੈਂਡੇ ਨਾ ਪਾਓ। ਅਜੇ ਤੁਸੀਂ ਇਹ ਕੁਰਾਨੇ ਪਾਕ ਦੀ ਆਇਤਾਂ ਤੇ ਗੱਲ ਕਰਨੀ ਸ਼ੁਰੂ ਕਰੋਗੇ ਤੇ 2 ਦਿਨ ਇੱਥੇ ਹੀ ਫਸੇ ਰਹੋਗੇ। ਹਾਂਜੀ ਤੁਸੀਂ ਕਹੋ ਜੀ ਬਿਸਮਿਲ੍ਲਾ ਕਰੋ, ਦੱਸੋ ਕਿ ਨਬੀ ਕਿਹੜੇ ਨੇ ਤੇ ਕਿਹਨਾਂ ਨੇ ਨਬੂਵਤ ਦਾ ਦਾਅਵਾ ਕੀਤਾ ਤੇ ਕਿੱਥੇ ਨੇ। ਲੇਕਿਨ ਤੁਹਾਡੇ ਵਾਸਤੇ ਇਹ ਗੱਲ ਜਿਹੜੀ ਹੈ ਨਾ, ਮੈਂ ਗੱਲ ਕਰਾਂ ਤੇ ਉਹ ਕੋਈ ਮੰਨੀ ਜਾ। ਤੁਸੀਂ ਜਦੋਂ ਕਰਦੇ ਹੋ ਤੁਹਾਡੀ ਗੱਲ ਦੀ ਅੱਧੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਔਰ ਸਿਰਫ ਉਹ ਗੱਲ ਨਾ ਸਮਝਣ ਦੀ ਵਜ੍ਹਾ ਤੋਂ ਨਾ ਆਪਣੀ ਨਾ ਸਮਝੀ ਦੀ ਉਹ ਮੇਰੇ ਖਿਆਲ ਚ ਤੁਹਾਡੇ ਦਿਵਾਲੇ ਹੋ ਗਏ ਨੇ। ਸੁਬਾ ਮੈਂ ਸੁਣੀ ਹੈ ਥੋੜੀ ਜਿਹੀ ਉਹ ਇੱਕ ਹੋਰ ਲਾਈਵ ਦੇ ਉੱਤੇ ਗੱਲਬਾਤ ਔਰ ਮੈਂ ਇਹਨਾਂ ਰਾਜਿਓ ਨਹੀਂ ਪੜਿਆ। ਮੈਂ ਕਿਹਾ ਯਾਰ ਇਹਦੇ ਵਿੱਚ ਸਿਰਫ ਨਾ ਸਮਝੀ, ਪਤਾ ਹੀ ਨਹੀਂ ਹੈ ਗੱਲ ਕੀ ਕਰਨ ਦੇ ਜੀ। ਉਹ ਸਫਾਈ ਲੋ, ਮਲਕ ਕੈਸਰ ਕੋਲੋਂ ਸਮਝਾਓ ਉਹਨੂੰ ਤੇ ਇੰਜ ਕਰੋ। ਅੱਲਾ ਦੇ ਉਹ ਬੰਦੇ ਹੋ, ਪਹਿਲਾਂ ਤੁਸੀਂ ਆਪ ਸਮਝੋ ਕਿ ਉਹ ਕਹਿ ਕੀ ਰਿਹਾ, ਕਿਹੜੀ ਗੱਲ ਉਹਨੇ ਐਸੀ ਕਰ ਦਿੱਤੀ ਹੈ। ਸਹੀ ਗੱਲ ਹੈ। ਔਰ ਜਿਹੜਾ ਅਕੀਦਾ ਹੁੰਦਾ ਨਾ, ਇਹ ਤਾਂ ਬੰਦੇ ਨੂੰ ਖੁਦ ਪਤਾ ਹੁੰਦਾ ਨਾ ਕਿ ਮੇਰਾ ਅਕੀਦਾ ਕੀ ਹੈ। ਸਫਾਈਆਂ ਦੇ ਹੀ ਰੋਲੇ ਪਏ ਇਹ ਕਿ ਨਾਨਕਾ ਲੀਮ ਸਾਹਿਬ ਸਿਰਫ ਸਫਾਈਆਂ ਦੇ ਅੱਗੇ ਯਾਦ ਆ ਗਿਆ ਮੈਨੂੰ। ਨਹੀਂ ਪੱਪੂ 2 ਘੰਟੇ ਦਾ ਸਿਰ ਖਪਾ ਕੇ ਗਿਆ, ਸਫਾਈਆਂ ਦੇ ਹੀ ਬੁੱਕਸ ਪਾ ਗਿਆ। ਹਾਂਜੀ ਲੀਮ ਬਸ ਸਾਹਿਬ ਉਹ ਮੈਨੂੰ ਯਾਦ ਆ ਗਿਆ। ਦਰਬੜਾਏ ਸਾਹਿਬ ਨੇ ਕੱਲ ਫਿਕਰਾ ਬੋਲਿਆ ਸੀ, ਇਹੀ ਵਾਲਾ ਜਿਹੜਾ ਮੈਂ ਹੁਣ ਬੋਲਣ ਡਿਆ। ਦਰਬੜਾਏ ਸਾਹਿਬ ਨੇ ਉੱਥੇ ਹੀ ਬੋਲਿਆ ਸੀ ਇਹ ਦਰਬੜਾਏ ਸਾਹਿਬ। ਇਸੇ ਤਰ੍ਹਾਂ ਹੀ ਗੱਲ ਇਹ ਵੇ ਯਾਦ ਉਹ ਤੁਹਾਡਾ ਫਿਕਰਾ ਸੀ। ਬਿਲਕੁਲ ਮੈਂ ਤੁਹਾਡਾ ਫਿਕਰਾ ਹੀ ਉਹਨੂੰ ਚੋਰੀ ਕੀਤਾ ਹੈ। ਗੱਲ ਇਹ ਵੇ ਸਾਨੂੰ ਸਮਝੋ ਪਹਿਲੇ ਮਲਕ ਕੈਸਰ ਕਹਿ ਗਿਆ ਹੈ।
ਮੈਂ ਪਹਿਲਾਂ ਸਾਨੂੰ ਸਾਡੇ ਮਲਕ ਕੈਸਰ ਸਾਹਿਬ ਨੂੰ ਨਾ ਇੱਕ ਫਾਇਦਾ ਹੋ ਗਿਆ, ਸਾਨੂੰ ਤੁਹਾਡੀ ਜਮਾਤ ਚੋਂ ਵਕੀਲ ਜਨਾਬ ਦਿਹਾੜ ਦੇ ਕੋਈ 5-7 ਲੱਭ ਜਾਂਦੇ ਨੇ ਜਿਹੜੇ ਮਲਕ ਕੈਸਰ ਨਹੀਂ ਸਾਹਿਬ ਨਹੀਂ ਨੂੰ ਡਿਫੈਂਡ ਕਰਨ ਆ ਰਹੇ ਨੇ। ਕੱਲ ਇੱਕ ਦੋ ਉਹਦੀ ਵਕੀਲ ਆਏ ਨੇ, ਉਹਨਾਂ ਆਖਿਆ ਜਨਾਬ ਅਸੀਂ ਤੁਹਾਨੂੰ ਡਿਫੈਂਡ ਕਰਾਂਗੇ। ਹਾਂਜੀ, ਉਹ ਮਲਕ ਕੈਸਰ ਸਾਹਿਬ ਆਂਦੇ ਨੇ ਮੈਨੂੰ ਤੇ ਇਹ ਵੀ ਨਹੀਂ ਪਤਾ ਮੁਕੱਦਮਾ ਹੈ ਕਿਹੜਾ ਤੇ ਤੁਸੀਂ ਕਿੱਧਰ ਆ ਗਏ ਹੋ। ਨਹੀਂ ਨਹੀਂ, ਉਹਦੀ ਵਜ੍ਹਾ ਇਹ ਹੈ ਕਿ ਮਲਕ ਕੈਸਰ ਸਾਹਿਬ ਦੇ ਆਪਣੇ ਜਿਹੜੇ ਕੋਈ ਰੌਲੇ ਨੇ ਉਹਨਾਂ ਨੂੰ ਤੇ ਮੈਂ ਬਿਲਕੁਲ ਡਿਫੈਂਡ ਨਹੀਂ ਕਰਦਾ, ਨਾ ਹੀ ਮੈਂ ਉਸ ਤਰ੍ਹਾਂ ਮਲਕ ਸਾਹਿਬ ਨੂੰ ਦਾ ਡਿਫੈਂਸ ਕਰ ਰਿਹਾ ਵਾਂ। ਮੈਂ ਹਾਂਜੀ ਇੱਕ ਸਾਦਾ ਜਿਹਾ ਗੱਲ ਕਰਨ ਡਿਆ ਵਾਂ ਕਿ ਜਿਹੜੀ ਚੀਜ਼ ਮਲਕ ਸਾਹਿਬ ਦੇ ਉੱਤੇ ਤੁਸੀਂ ਮਨਸੂਬ ਕਰਨ ਡਏ ਹੋ ਉਹ ਹਾਂ ਪਹਿਲੇ ਸਮਝ ਲਓ, ਕਿਉਂਕਿ ਹਾਂ ਮੈਂ ਇਹ ਕਿਸੇ ਸਿਆਕੋ ਸਬਾਗ ਦੇ ਅੰਦਰ ਗੱਲ ਕਰ ਰਿਹਾ। ਸੁਬਾਹ ਮੈਂ ਨਾ ਸਾਡੀ ਇੱਕ ਲਾਈਵ ਦੇ ਉੱਤੇ ਹੀ ਉਹਨਾਂ ਨੇ ਵੀ ਇੱਕ ਨਾ ਕੋਈ ਆਡੀਓ ਪਿੱਛੇ ਚਲਾਈ ਸੀ ਕਿਸੇ ਹੋਰ ਦੋਸਤ ਦੀ, ਜਿਹੜੇ ਅੱਛਾ ਬੜੇ ਜ਼ਿਆਦਾ ਕਹਿ ਲਓ ਕਿ ਦੀਨਦਾਰ ਦੋਸਤ ਨੇ, ਉਹ ਬੜੇ ਹਾਂ ਅੱਛੇ ਦੋਸਤ ਨੇ, ਉਹਨਾਂ ਦੀ ਆਡੀਓ ਤੇ ਚੱਲ ਰਹੀ ਸੀ, ਬੜੇ ਸਾਹਿਬ ਇਲਮ ਨੇ, ਉਹ ਡਿਊਟੀਆਂ ਅੱਛਾ ਲਾ ਰਹੇ ਸਨ ਕਿ ਮਲਕ ਕੈਸਰ ਸਾਹਿਬ ਨੂੰ ਕਿਸ ਕਿਸ ਤਰ੍ਹਾਂ ਅਪਰੋਚ ਕੀਤਾ ਜਾਏ। ਔਰ ਇਹ ਅੱਛਾ ਗੱਲ ਕੋਈ ਟੈਬੂ ਨਹੀਂ, ਇਹਨੂੰ ਗੱਲ ਕੀਤਾ ਜਾ ਸਕਦਾ। ਔਰ ਮੈਂ ਸਿਰਫ ਇਹ ਗੱਲ ਮਲਕ ਕੈਸਰ ਸਾਹਿਬ ਦੇ ਨਾਲ ਕਰਨ ਡਿਆ ਵਾਂ ਹੁਣ ਕਿ ਉਹਨਾਂ ਨੂੰ ਉਹ ਗੱਲ ਦਾ ਪਤਾ ਹੀ ਨਹੀਂ ਹੈ ਕਿ ਮਲਕ ਕੈਸਰ ਕਹਿ ਕੀ ਰਿਹਾ। ਉਹ ਤੁਹਾਡੇ ਹੱਕ 'ਚ ਜਾ ਰਹੀ ਹੈ ਕਿ ਤੁਹਾਡੇ ਖਿਲਾਫ ਜਾ ਰਹੀ ਹੈ। ਮਲਕ ਕੈਸਰ ਦੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੱਕ 'ਚ ਜਾਂਦੀਆਂ ਨੇ ਤੁਹਾਡੇ। ਉਹ ਆਂਦਾ ਕਿ ਉਹ ਪਹਿਲਾਂ ਗੱਲ ਕਰੀਏ, ਬਾਕੀ ਬਹਿਸਾਂ ਬੂਸਾਂ ਛੱਡੋ। ਨਹੀਂ ਅਗਰ ਨਹੀਂ ਤੁਹਾਡੇ ਉਹ ਪੁਆਇੰਟ ਆਫ ਉਹ ਵਿਊ ਵੇਖਿਆ ਜਾਏ ਤੇ ਮਲਕ ਕੈਸਰ ਸਾਹਿਬ ਦੀ ਸਟ੍ਰੈਟਜੀ ਜਿਹੜੀ ਹੈ ਉਹ ਖਤਰੇ ਨਬੂਵਤ ਤੇ ਬਹੁਤ ਹੱਕ 'ਚ ਹੈ, ਲੇਕਿਨ ਪਤਾ ਹੀ ਨਹੀਂ ਹੈ, ਬਸ ਨਹੀਂ ਐਵੇਂ ਹੁਣ ਉਹ ਕਫਰ ਮਸਲਾ ਇਹ ਕਫਰ ਹੈ ਕਿ ਕਫਰ ਕਫਰ। ਉਹਦੀ ਕੋਈ ਜਸਟੀਫਿਕੇਸ਼ਨ ਤੇ ਅਸੀਂ ਨਾ ਦੇ ਰਹੇ ਹਾਂ ਤੇ ਨਾ ਦੇਣੀ ਹੈ, ਕਿਉਂਕਿ ਕੋਈ ਐਸੀ ਗੱਲ ਤੇ ਮਲਕ ਸਾਹਿਬ ਨੇ ਕੀਤੀ ਨਹੀਂ ਜਿਹੜੀ ਜਿਹਦੀ ਜਸਟੀਫਿਕੇਸ਼ਨ ਦੀ ਜ਼ਰੂਰਤ ਪੈ ਜੀ ਜਾਏ ਜੀ, ਨਾ। ਲੇਕਿਨ ਉਹ ਤਾਂ ਇੱਕ ਚੀਜ਼ ਜਿਹੜੀ ਹੈ ਨਾ, ਸੁਬਾਹ ਮੇਰੇ ਖਿਆਲ ਅਮਰ ਸਾਹਿਬ ਨੇ ਸੁਬਾਹ ਗੱਲ ਉਹ ਤਾਂ ਇੱਕ ਚੀਜ਼ ਜਿਹੜੀ ਹੈ ਨਾ, ਸੁਬਾਹ ਮੇਰੇ ਖਿਆਲ ਅਮਰ ਸਾਹਿਬ ਨੇ ਸੁਬਾਹ ਗੱਲ ਕੀਤੀ ਸੀ। ਅੱਛਾ, ਅਗਰ ਤੁਸੀਂ ਇਹ ਗੱਲ ਨਾ ਕਰਨਾ ਚਾਹੋ ਤਾਂ ਮੈਨੂੰ ਡੱਕ ਦਿਓ, ਭਾਵੇਂ ਕੋਈ ਮਜ਼ਾਜ ਨਹੀਂ ਹੋਵੇ, ਕਰੋ ਬਾਅਦ ਕਿ ਚ ਐਸਾ ਆਪਣੀ ਕਿਉਂ ਨਹੀਂ ਬਰੋਡ ਤੇ ਗੱਲ ਕਰਨੀ ਕਰ ਲਾਂਗੇ, ਅਸਾਂ ਮੈਂ ਗੱਲ ਕਰ ਲਾਂਗਾ ਕੀਤੀ ਆਪਣੀ ਹੈ। ਬਰੋਡ ਤੇ ਗੱਲ ਕਰ ਲਾਂਗਾ। ਸਿਰਫ ਮੈਂ ਇਹ ਗੱਲ ਇਹ ਕਰਨਾ ਚਾਹੁੰਦਾ ਨਾ, ਉਹ ਫਤਵਾ ਨਾਲ ਇਹ ਵੀ ਉਹ ਹੋਇਆ ਹੈ ਕਿ ਜਿਹੜੇ ਬੰਦੇ ਨਾਲ ਬਹਿੰਦੇ ਨੇ ਉਹ ਵੀ ਤਜਦੀਦੇ ਮਾਂ, ਉਹਨਾਂ ਨੂੰ ਵੀ ਅਕਲ ਦੀ ਲੋੜ ਹੈ। ਨਹੀਂ ਉਹ ਨਹੀਂ, ਉਹ ਇਹ ਸਾਨੂੰ ਕੱਲ ਨਾ ਕੱਲ ਸਾਨੂੰ ਉਹ ਤੁਹਾਡੀ ਜਮਾਤ ਦਾ ਬੰਦਾ ਇੱਕ ਆਇਆ ਤੇ ਕਹਿੰਦਾ ਤੁਹਾਡੇ ਸਾਰਿਆਂ ਦੇ ਨਿਕਾਹ ਜਿਹੜੇ ਨੇ ਨਾ ਉਹ ਫਸਲ ਹੋ ਉਹ ਗਏ ਨੇ ਰਾਤ ਦੀ ਤੇ ਗੱਲ ਹੈ। ਨਿਕਾਹ ਹਾਂਜੀ ਬਦਲ ਹਾਂਜੀ, ਲਓ, ਸੁਣੀ ਸੀ। ਨਿਕਾਹ ਕਰ ਲਓ। ਮੈਂ ਕਿਹਾ ਠੀਕ ਹੈ, ਹਾਂਜੀ, ਇਹ ਤੇ ਵੈਸੇ ਅੱਛਾ ਆਪਸ਼ਨ ਤੇ ਹੈ। ਤੁਸੀਂ ਇੱਕ ਫਤਵਾ ਕੰਮ, ਬਹੁਤ ਮੈਂ ਦੂਰ ਇੱਕ ਮਸ਼ਵਰਾ ਦਿਆਂ ਤਜਦੀਦੇ ਇਮਾਨ ਦਾ ਮਸ਼ਵਰਾ ਬਿਲਕੁਲ ਮਿਲਿਆ, ਮੈਂ ਸੁਣਿਆ, ਮੈਂ ਅੱਜ ਸੁਬਾਹ ਹੀ ਸੁਣਿਆ, ਪਹਿਲੇ ਨਹੀਂ ਸੀ ਮੈਂ ਸੁਣਿਆ। ਉਹ ਆਂਦੇ ਨੇ ਨਾ ਪੀਰ ਇਸਕਾਨੀ ਸਾਹਿਬ ਤੇ ਜਾਂ ਹਾਂਜੀ ਆਮਿਰ ਨਜ਼ੀਰ ਸਾਹਿਬ ਨੂੰ ਥੋੜੀ ਦੇਰ ਵਾਸਤੇ ਇਹਨੂੰ ਕਹੋ ਕਿ ਤੁਸੀਂ ਸਾਡਾ ਤਜਦੀਦੇ ਇਮਾਨ ਕਰਾ ਦਿਓ ਪੀਰ ਇਸਕਾਨੀ ਸਾਹਿਬ ਕੋਲੋਂ, ਜਾਂ ਉਧਰੋਂ ਕੀ ਆਪਣਾ ਬੜੇ ਸ਼ਾਹਜੀ ਹੁੰਦੇ ਨੇ ਜਦੋਂ ਨਹੀਂ ਸ਼ਾਹਜੀ ਨਹੀਂ, ਉਹ ਗੱਲ ਤੇ ਸੁਣੋ ਨਾ। ਜ਼ਫਰੁੱਲਾ ਉਹਨੇ ਸ਼ਾਹ ਮਾਨ ਕਰਾ ਸਾਹਿਬ, ਦੇ ਜ਼ਫਰੁੱਲਾ ਸ਼ਾਹ ਸਾਹਿਬ। ਨਹੀਂ ਨਹੀਂ ਜ਼ਫਰੁੱਲਾ ਅਲੀਮ ਸਾਹਿਬ ਸ਼ਾਹ ਗੱਲ ਸਾਹਿਬ ਸੁਣੋ ਨੂੰ ਇੱਕ ਸੈਕਿੰਡ। ਅੱਲਾ ਉਹ ਦਾ ਗੱਲ ਖੈਰ ਇਹ ਸਲਾਹ। ਹੈ ਕਿ ਸਾਨੂੰ ਤੇ ਸਾਨੂੰ ਕਿਸੇ ਸਾਡੇ ਭਰਾ ਨੇ ਇਹ ਗੱਲ ਨਹੀਂ ਕਹੀ ਹੈ ਕਿ ਤੁਹਾਨੂੰ ਤਜਦੀਦ ਇਮਾਨ ਦੀ ਲੋੜ ਹੈ। ਮੈਂ ਤੁਹਾਡੀ ਜਮਾਤ ਦੇ ਬੰਦਿਆਂ ਦਾ ਪਿਆ ਦੱਸਣਾ ਮੌਕਫ, ਠੀਕ ਹੈ ਨਾ, ਉਹ ਨਹੀਂ ਨਹੀਂ ਸਾਨੂੰ ਕਹੀ ਦੱਸਦੇ ਹੈ ਨੇ। ਤੁਹਾਨੂੰ, ਨਹੀਂ ਤੁਸੀਂ ਸੁਣੀ ਨਹੀਂ ਫਿਰ ਪੂਰੀ, ਮੈਂ ਮੈਂ ਸੁਣੀ ਸੁਣ ਲਈ, ਸੁਬਾਹ। ਮੈਂ ਸਮਝ ਰਿਹਾ ਕਿੱਥੋਂ ਬੋਲ ਰਹੇ ਨੇ, ਲੇਕਿਨ ਗੱਲ ਹੈ ਵੀ ਸਾਨੂੰ ਤਾਂ ਜ਼ਰੂਰਤ ਨਹੀਂ ਨਾ ਤਜਦੀਦ ਇਮਾਨ ਦੀ। ਉਹ ਸਾਡਾ ਅਗਰ ਕੋਈ ਮਤਲਬ ਹੈ ਕਿ ਕੋਈ ਗੱਲ ਕਰੇਗਾ ਤੇ ਅਸੀਂ ਉਹਨੂੰ ਜਵਾਬ ਦੇ ਲਾਂਗੇ, ਉਹ ਕੋਈ ਏਡਾ ਮਸਲਾ ਨਹੀਂ ਹੈ। ਉਹ ਤੇ ਚਲੋ ਕਿਸੇ ਤੁਸੀਂ ਦਿਨ ਫਿਰ ਬਹਿ ਲਾ ਕੇ ਗੱਲ ਕਰ ਇਲਮ ਲਾਂਗੇ ਹੋ, ਉਹਨਾਂ ਨਾਲ। ਤੁਸੀਂ ਲਾ ਇਲਮ ਹੋ, ਫਿਰ ਇੰਜ ਗੱਲ ਮੁਕਾਓ। ਲਾ ਇਲਮ ਹੋ, ਇਹ ਗੱਲ ਵਾਕਈ ਹੋਈ ਜੀ, ਸੱਚੀ ਮੈਂ ਕਹਿ ਰਿਹਾ ਸੱਚ। ਮੈਂ ਸਮਝ ਗਿਆ, ਲੇਕਿਨ ਉਹ ਸਾਨੂੰ ਇਹ ਵੀ ਪਤਾ ਸਾ ਮਕਾਨੀ ਕਿੰਜੇ, ਉਹ ਨਹੀਂ ਮਸਲਾ। ਉਹ ਨਹੀਂ, ਉਹ ਹਾਂ ਤੇ ਕਿਸੇ ਕੋਈ ਨਹੀਂ, ਉਹ ਘਰ ਦਾ ਰੌਲਾ ਹੈ, ਉਹ ਤੇ ਅਸੀਂ ਬਹਿ ਕੇ ਕਿਧਰੇ ਮੁਕਾ ਉਹ ਲਾਂਗੇ। ਸਾਰੇ ਘਰ ਦੇ ਰੌਲੇ ਆਨਲਾਈਨ, ਕਿਹੜਾ ਘਰ ਦਾ ਰੌਲਾ ਹੁੰਦਾ, ਕਿਹੜੇ ਘਰ 'ਚ ਬਹਿ ਕੇ ਗੱਲ ਕਰਦੇ, ਆਨਲਾਈਨ ਰੌਲਾ ਆਨਲਾਈਨ ਹੀ ਹੁੰਦਾ। ਹੁਣ ਉਹ ਮੇਰੇ ਮੈਂ ਤੇ ਰੌਲੇ ਜਿਹੜੇ ਨੇ ਉਹ ਘਰ ਦੇ ਥੋੜੀ ਨੇ। ਨਾਸਰ ਮੈਂ ਭੱਟ ਦੇ ਨਾਲ ਤੇ ਸਵੇਰੇ ਉਹਨੇ ਮੈਂ ਤੇ ਆਖਿਆ ਲਫ਼ਜ਼ ਨਵਾਂ, ਉਹਨੇ ਮੈਨੂੰ ਦੱਸਿਆ, ਉਹਨੇ ਆਖਿਆ ਅਸਤਰ ਹਰਾਮ ਦਾ। ਹੁਣ ਮੈਂ ਸੋਚੀ ਤਸ਼ਰੀਹ ਕਰਾਉਣਾ ਕਿ ਮਲਕ ਕੈਸਰ ਸਾਹਿਬ ਕੋਲੋਂ ਕਿ ਇਹ ਕੀ ਹੁੰਦਾ, ਪਹਿਲੀ ਦਫਾ ਸੁਣਿਆ। ਨਹੀਂ ਸੁਣੇ ਅਸਾਂ ਇਹ ਕਿਧਰੇ ਹੋਰ ਵੀ ਇਸਤੇਮਾਲ ਹੋਏ ਆ ਤੇ ਹਾਂ, ਕੋਈ ਏਡੀ ਤੇ ਪਰੇਸ਼ਾਨੀ ਵਾਲੀ ਉਹ ਗੱਲ ਕਿਹੜੇ ਕੋਈ ਨਹੀਂ ਮੇਰੇ ਹੈ। ਘਰ ਦਾ ਰੌਲਾ ਹੈ? ਮੇਰੇ ਵੱਲੋਂ ਜੋ ਖੱਡੇ ਜਾ ਕੇ ਡਿੱਗੇ ਨਾਸਰ ਭੱਟ ਬੇਵਕੂਫ ਆਦਮੀ ਹੈ, ਜਾਹਿਲ, ਉਹਦੇ ਅਸਤਰ ਹਰਾਮ ਦੇ ਦੀ ਐਸੀ ਨਹੀਂ ਤੈਸੀ। ਤੇ ਉਹ ਮਲਕ ਕੈਸਰ ਸਾਹਿਬ ਖਬਰਦਾਰ, ਕੀ ਗੱਲ? ਇੱਥੇ ਨਹੀਂ ਕਹਿਣਾ ਨਾਸਰ ਬੱਟ ਨੂੰ ਮੇਰਾ ਬੱਟ ਭਰਾਵੇ, ਸਮਝ ਆਈ ਨਾ ਲੀਮ ਸਾਹਿਬ? ਮੈਂ ਥੱਲੇ ਲਾ ਦੇਣਾ ਕਿ ਨਾਸਰ ਬੱਟ ਨੂੰ ਸਭ ਕੁਝ ਆਖਿਆ। ਮੈਨੂੰ ਹੁਣ ਪਤਾ ਨਹੀਂ ਹੈ ਤਲਤ ਉਹ ਸਾਹਿਬ ਦੀ ਮੇਰਾ ਆਪਣੀ ਕਿਹੜਾ ਘਰ ਦਾ ਆਦਰ ਬਣਾਇਆ, ਸਭ ਕਿਹੜਾ ਮੇਰੇ ਘਰ ਦਾ ਰੌਲਾ ਹੈ? ਮੈਨੂੰ ਆਖੋ ਕਿ ਮੈਂ ਉਹਦਾ ਨਾਸਰ ਬੱਟ ਨੂੰ ਇੱਥੇ ਕੋਈ ਗਾਲ ਨਾ ਕੱਢੇ, ਐ ਸਮਝ ਆ ਗਈ ਏ। ਉਹ ਕੋਈ ਪਤਾ ਘਰ ਦਾ ਲੱਗਾ ਜੀ। ਰੌਲਾ ਨਹੀਂ ਹੈ। ਜਿਹੜਾ ਬੇਵਕੂਫ ਅਲੀਮ ਬੰਦਾ ਹੁੰਦਾ ਸਾਹਿਬ, ਉਹ ਬੇਵਕੂਫ ਹੀ ਹੁੰਦਾ ਹੈ। ਅਲੀਮ ਸਾਹਿਬ ਤੁਹਾਨੂੰ ਥੱਲੇ ਲਾ ਦੇਵਾਂਗੇ ਜੇ ਤੁਸੀਂ ਨਾਸਰ ਬੱਟ ਨੂੰ ਕੁਝ ਆਖਿਆ ਤੇ। ਗਾਲ ਨਹੀਂ ਕੱਢਣੀ ਹੈ। ਅਹਿਮਦ ਅੱਛਾ ਅਲੀ, ਥੱਲੇ ਤੂੰ ਸਿਰਫ ਥੱਲੇ ਮੈਸੇਜ ਕਰ ਦਿਆ ਕਰਨਾ ਜੋ ਤੂੰ ਕਹਿਣਾ ਚਾਹੁੰਦਾ। ਜਿਸ ਟਾਈਮ ਤੁਸੀਂ ਤੁਹਾਡੀ ਆਵਾਜ਼ ਪਿੱਛੋਂ ਹੁੰਦੀ ਹੈ ਨਾ, ਹਾਂ ਉਸ ਟਾਈਮ ਉਹ ਸਾਰਾ ਤੁਸੀਂ ਸਾਡੇ ਤੇ ਟੌਰਚਰ ਕਰ ਦਿੰਦੇ ਹੋ। ਉਹ ਤਲਤ ਉਹ ਮਜ਼ੇ ਸਾਹਿਬ ਦੀ ਗੱਲ, ਮੈਨੂੰ ਸਿਰਫ ਲਿਖਣਾ ਨਹੀਂ ਆਂਦਾ ਲੀਮ ਸਾਹਿਬ, ਤੇ ਮੈਂ ਬਾਕੀ ਲਿਖ ਕੇ ਕਰਾਂ। ਉਹ ਤਲਤ ਸਾਹਿਬ ਨਹੀਂ ਹਨ ਵੀ ਪਾਕ ਆਈਡੀ ਵਾਲੇ, ਇਹ ਮੇਰੇ ਹਾਲੇ ਸ਼ਾਇਦ ਉਹ ਹੀ ਥੱਲੇ ਲਿਖ ਰਹੇ ਨੇ ਮੁਬਸ਼ਰ। ਨਹੀਂ ਉਹ ਨਹੀਂ ਹੈ, ਇਹ ਨਹੀਂ ਹੈ। ਇਹ ਵੀ ਤਾਂ ਆਪਣੇ ਕੋਈ ਬੜੇ ਨਹੀਂ ਹੈ। ਅੱਛੇ ਇਲਮੀ ਦੋਸਤ ਨੇ। ਇਹ ਵੀ ਹਾਂ। ਕਦੀ ਵੀ ਬੁਰੀ ਗੱਲ ਨਹੀਂ ਕਰਦੇ, ਬੜੇ ਅੱਛੇ ਦੋਸਤ ਨੇ। ਪਾਕ 5693 ਲੀਮ ਭਾਈ ਇਹ ਉਹ ਵੀ ਕਦੀ ਨੀਚੇ ਬੁਰੀ ਗੱਲ ਕਰਦੇ। ਨਹੀਂ ਮੈਂ ਹੀ ਪਿਆ ਕਹਿਣਾ ਬੜੇ ਉਹ ਅੱਛੇ ਹੀ ਦੋਸਤ ਕਮੈਂਟਸ ਤੋਂ ਪਤਾ ਲੱਗ ਰਿਹਾ ਹੈਗਾ। ਲੇਕਿਨ ਵੈਸੇ ਜੀ ਇਹਨਾਂ ਨੇ ਥੋੜਾ ਜਿਹਾ ਨਕਲੀ ਆਈਡੀ ਬਣਾਈ ਹੈ, ਥੋੜੀ ਜੀ ਕਰਕੇ।
ਵੈਸੇ ਹਾਂ ਨਹੀਂ ਕਰਦੇ ਉਹ ਯਾਰ ਨਹੀਂ ਨਹੀਂ ਅਹਿਮਦ ਉਹ ਉਹਨਾਂ ਦੇ ਕਮੈਂਟਸ ਤੋਂ ਪਤਾ ਲੱਗਣ ਦਿਆ ਹੈਗਾ ਨਾ ਨਾ ਕਾਫੀ ਬਲੌਗ ਇਲਮੀ ਮਿਊਟ ਲੋਕ ਨਾ ਹੈ ਕਰੋ ਉਹਨਾਂ ਨੂੰ, ਉਹ ਅੱਛੇ ਨਹੀਂ ਦੋਸਤ ਅਸੀਂ ਨੇ। ਨਹੀਂ ਕਰ ਰਹੇ, ਉਹ ਕਿਸੇ ਨੇ ਹਾਂ ਕੀਤਾ ਯਾਰ, ਜਿਹਨੇ ਕੀਤਾ ਵੈਸੇ ਨਾ ਉਹਨਾਂ ਨੂੰ ਕਰੇ। ਸ਼ੌਕ ਹੈ ਕਿ ਨਕਲੀ ਆਈਡੀ ਬਣਾ ਕੇ ਗੱਲ ਕੰਮ ਕਰਨਾ, ਉਂਝ ਭੈੜੇ ਨਹੀਂ ਹੈ, ਇਹ ਵੀ ਬੰਦਾ ਕਹੇ ਗਲਤ ਗੱਲ ਹੈ। ਨਹੀਂ ਮੇਰੀ ਉਹਨਾਂ ਨਾਲ ਇੱਕ ਦੋ ਵਾਰੀ ਗੱਲ ਹੋਈ ਹੈ, ਬੜੇ ਮੁਨਾਸਬ ਬੰਦੇ ਨੇ, ਹਾਂ ਡੀਸੈਂਟ ਲੇਕਿਨ ਆਦਮੀ ਨੇ, ਉਹ ਮੌਕਾ ਵੀ ਨਹੀਂ ਜਾਣ ਦਿੰਦੇ ਕੋਈ। ਡੀਸੈਂਟ ਆਦਮੀ ਨੇ, ਉਹ ਨਹੀਂ ਕਹਿ ਹਲੀਮ ਸਕਦੀ ਸਾਹਿਬ ਗੱਲ ਨਹੀਂ ਫੋਟੋ ਕਰਦੇ। ਫੋਟੋ ਕਿਸ ਦੀ ਲੱਗੀ ਹੋਈ ਹੈ? ਇਹ ਸਭ ਬਜ਼ੁਰਗਾਂ ਦੀ, ਸਾਡੇ ਬੜੇ ਅੱਛੇ, ਮੈਂ ਤੇ ਇਹਨਾਂ ਨੂੰ ਬੜੀ ਦੇਣਾ ਵਾ, ਕਹਿ ਲੋ ਕਿ ਇੰਪੋਰਟੈਂਸ, ਅਹਿਮੀਅਤ। ਮੇਰੇ ਬੜੇ ਅੱਛੇ ਸਾਡੇ ਜਮਾਤ ਦੇ ਬਜ਼ੁਰਗ ਨੇ, ਮੈਨੂੰ ਬੜੇ ਪਸੰਦ ਨੇ। ਕੀ ਨਾਂ ਕੀ ਰਾਜੇ ਹੈ ਕੀ ਇਹਨਾਂ ਸਾਹਿਬ ਦਾ? ਤੇ ਨਹੀਂ? ਇਹ ਰਾਜਗੀ ਸਾਹਿਬ ਨੇ। ਉਸਮਾਨ ਦਾ ਰਾਜਾ ਸਾਹਿਬ ਨੂੰ ਉੱਤੇ ਲਈ, ਹੋਰ ਨਾ ਫਿਲਹਾਲ ਨਹੀਂ, ਇੱਕ ਸੀਟ ਤੇ ਰਾਜਾ ਸਾਹਿਬ ਨੂੰ ਲੈ। ਰਾਜਗੀ ਸਾਹਿਬ ਨੇ ਜੀ। ਅੱਛਾ ਅੱਛਾ ਠੀਕ ਹੈ। ਉਹ ਰਾਤੀ ਉਹ ਤੁਹਾਡਾ ਆਪਣਾ ਮੌਲਵੀ ਸਾਹਿਬ ਆ ਗਏ ਨੇ, ਆਂਦੇ ਨੇ ਠੀਕ ਹੈ ਯਾਰ, ਅਸਾਂ ਕਿਹੜਾ ਨਬੀ ਮੰਨੇ ਆ, ਅਸਾਂ ਵੀ ਰਾਹਬਰੀ ਬਣੇ, ਰਾਹਨੁਮਾਈ ਮੰਨੇ ਆ। ਤੇ ਅੱਛਾ ਇਹ ਵੇਖੋ, ਇਹ ਜਿਹੜੇ ਤੁਹਾਡੇ ਬੰਦੇ ਨੇ ਨਾ, ਸਾਡੇ ਬੰਦਿਆਂ ਦਾ ਰੂਪ ਇਖਤਿਆਰ ਕਰਕੇ ਤੇ ਗਾਲਾਂ ਕੱਢਦੇ ਨੇ, ਆਪਣੇ ਬੰਦੇ ਰੋਕੋ। ਇਹ ਬਰੈਂਪਟਨ ਬਰੇਲਵੀ ਸਾਹਿਬ ਜਿਹੜੇ ਨੇ, ਇਹ ਤੁਹਾਡੇ ਬੰਦੇ ਨੇ, ਅਹਿਮਦੀ ਨਹੀਂ ਹੋ ਸਕਦੇ ਆ ਨਾ। ਦੇਖੋ ਜੀ ਗੱਲ ਸੁਣੋ, ਅਸੀਂ ਆ ਜਿਹੜੇ ਥੱਲੇ ਬੈਠੇ ਨੇ ਨਾ, ਗੱਲਾਂ ਕਰਦੇ ਨੇ, ਜੋ ਵੀ ਕਰਦੇ ਨੇ ਉਹਨੂੰ ਇਗਨੋਰ ਕਰ ਦਿਓ, ਕੋਈ ਮਸਲਾ ਨਹੀਂ। ਉਹ ਸਾਨੂੰ ਤੁਸੀਂ ਉਹਦੇ ਬਾਰੇ ਚ ਕੋਈ ਨਹੀਂ ਕਹਿ ਸਕਦੇ ਅਨਲੈਸ ਤੁਸੀਂ ਉਹ ਜਾਣਦੇ ਹੋ। ਇਹਦਾ ਮਤਲਬ ਹੈ ਕਿ ਨਾਸਰ ਬੱਟ ਸਹੀ ਕਹਿੰਦੇ ਆ ਕਿ ਉਂਝ ਲੀਮ ਸਾਹਿਬ ਕਹਿੰਦੇ ਨੇ ਸਭ ਧਿਆਨ ਨਹੀਂ ਕਰਦਾ, ਧਿਆਨ ਤੁਹਾਡਾ ਥੱਲੇ ਹੀ ਹੁੰਦਾ ਲੀਮ ਸਾਹਿਬ। ਬੱਟ ਫਿਰ ਸਹੀ ਕਹਿੰਦੇ ਨਾਸਰ ਤੁਹਾਡੇ ਬਾਰੇ। ਜਿਸ ਟਾਈਮ ਮੈਂ ਗੈਸਟ ਪੈਨਲ ਤੇ ਬੈਠਾ ਵਾਂ, ਉਸ ਟਾਈਮ ਦੇ ਥੱਲੇ ਹੁੰਦਾ ਹੀ ਇਹ ਧਿਆਨ, ਬਿਲਕੁਲ ਹੁੰਦਾ, ਕਿਉਂ ਨਹੀਂ ਹੁੰਦਾ। ਔਰ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਬਰੈਂਪਟਨ ਬਰੇਲਵੀ ਇਹ ਨਾਸਰ ਭੱਟ ਜੇ, ਤੁਹਾਨੂੰ ਮੈਂ ਅੰਦਰ ਦੀ ਖਬਰ ਦੇਣ ਦਿਆ ਅੱਜ, ਨਾਸਰ ਭੱਟ ਜੇ। ਇਹਦਾ ਬਰੈਂਪਟਨ ਬਰੇਲਵੀ ਹੈ, ਨਾਸਰ ਭੱਟ ਦੀ ਆਈਡੀ ਜੇ। ਇਹ ਮੈਂ ਤੁਹਾਨੂੰ ਵੈਸੇ ਇੱਕ ਇਨਫੋਰਮੇਸ਼ਨ ਦਿੱਤੀ ਹੈ। ਅੱਛਾ ਮਲਕ ਕੈਸਰ ਸਾਹਿਬ ਹੁਕਮ ਕਰੋ ਹੁਕਮ ਜੀ। ਤੇ ਉਹ ਇਹ ਹੁਣ ਨਾਸਰ ਭੱਟ ਨੂੰ ਡਿਸਕਸ ਕਰਨਾ ਜਿਹੜਾ ਵਾ, ਇਹ ਕੋਈ ਘਰ ਦੀ ਗੱਲ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਕੋਈ ਬੇਵਕੂਫ ਦੋਸਤ ਨੇ, ਉਹ ਜਦੋਂ ਖੁੱਲੀ ਗੱਲ ਕਰਦੇ ਨੇ, ਓਨਰ ਕਰਦੇ ਨੇ, ਉਹਦਾ ਬਲਕਿ ਪੈਮਾਨਾ ਵੀ ਮੈਂ ਸੁਬਾਹ ਉੱਥੋਂ ਹੀ ਸੁਣਿਆ, ਉਹਨਾਂ ਕਿਹਾ ਜੀ ਗਲਤੀ ਕਰੋ ਟਿਕਟੋਕ ਤੇ ਤੌਬਾ ਕਰੋ ਕੱਲਿਆਂ, ਇੰਜ ਨਹੀਂ, ਤੋਬਾ ਵੀ ਫਿਰ ਐਲਾਨੀਆਂ ਹੀ ਹੋਏਗੀ, ਠੀਕ ਹੈ। ਤੇ ਜਿਹੜੀ ਗੱਲ ਐਲਾਨੀਆਂ ਹੁੰਦੀ ਹੈ, ਉਹਦਾ ਗੱਲ ਐਲਾਨੀਆਂ ਹੀ ਹੁੰਦਾ ਹੈ। अस्सलाम वालेकुम ਜੀ ਵਾਲੇਕੁਮ ਅਸਲਾਮ ਉਸਮਾਨ ਸਾਹਿਬ। मैं दस्या जी अज तक किसी ने भी इस ਨਾਂ ਦਾ ਬੰਦਾ ਜਿਹੜਾ ਪੂਰਾ ਨਾਂ ਨਾਸਰ ਬੱਟ ਕੋਈ ਅਕਲਮੰਦ ਵੇਖਿਆ ਤੇ ਮੈਨੂੰ ਉਹਦਾ ਲਾਜ਼ਮੀ ਨਾਂ ਦੱਸਿਆ ਜੀ। ਕੋਈ ਤੁਸੀਂ ਕਹਾ ਮੇਰੇ ਤਜਰਬਾ ਯਾਰ ਮੈਂ ਅਕਲਮੰਦ ਬੰਦਾ ਵੇਖਿਆ ਨਾਸਰ ਬੱਟ। ਨਾਸਰ ਭੱਟ ਮੈਨੂੰ ਸੋਚ ਲੈਣ ਦਿਓ। ਇੱਕ ਨਾਸਰ ਭੱਟ ਜਿਹਨੂੰ ਮੈਂ ਜਾਣਦਾ, ਨਹੀਂ ਸਾਰੇ ਬੇਵਕੂਫ ਹੀ ਵੇਖੇ ਨੇ, ਪਾਗਲ ਖਰ ਦਿਮਾਗ। ਇੱਕ ਨਵਾਜ਼ ਸ਼ਰੀਫ ਦੇ ਨਾਲ ਵੀ ਹੁੰਦਾ ਜੀ ਨਾਸਰ ਬੱਟ, ਉਹ ਵੀ ਵੇਖਿਆ ਹੈਗਾ ਤੁਸੀਂ? ਇਸੇ ਤਰ੍ਹਾਂ ਦੇ ਵੇਖੇ ਨੇ ਸਾਰੇ। ਸਾਰੇ ਬਰੈਂਪਟਨ ਬਰੇਲਵੀ, ਇਹਨਾਂ ਨੇ ਨਵਾਂ ਨਾਮ ਰੱਖਿਆ ਨਾਸਰ ਭੱਟ ਸਾਹਿਬ ਨੇ, ਬਰੈਂਪਟਨ ਬਰੇਲਵੀ। ਇਹ ਵੀ ਬੜੇ ਅੱਛੇ ਨੇ। ਇਹ ਬਰੈਂਪਟਨ ਨਾਮ ਦਾ ਇਹਦੇ ਸ਼ਹਿਰ ਦਾ ਨਾਮ ਹੈ। ਤੇ ਬਾਹਰ ਚਲੋ, ਉਹ ਇਹ ਗੱਲ ਹੈ। ਤੇ ਉਹ ਗੱਲ ਤੁਸੀਂ ਸੁਣੀ ਨਹੀਂ ਹੈ, ਫਿਰ ਉਹ ਲਾਇਲਮੀ ਹੈ। ਉਹ ਗੱਲ ਇਸ ਤਰ੍ਹਾਂ ਦੀ ਹੋਈ ਹੈ। ਤੇ ਮੇਰੇ ਖਿਆਲ ਚ ਉਹਨਾਂ ਨੂੰ ਪੂਰੀ ਗੱਲ ਦਾ ਨਹੀਂ ਪਤਾ। ਜੀ ਆਵਾਜ਼ ਆ ਰਹੀ ਹੈ? ਬਿਲਕੁਲ ਆ ਰਹੀ ਹੈ, ਬਿਲਕੁਲ ਆ ਰਹੀ ਹੈ। ਠੀਕ ਹੈ ਸਹੀ ਹੈ। ਤੇ ਬੜਾ ਸਰ ਤੁਹਾਡੇ ਕੋਲ ਤੇ ਮਾਈਕ ਹੈ, ਉੱਤੇ ਮਾਈਕ ਬੋਲ ਲਓ ਤੁਸੀਂ ਤਾਂ ਲੈ ਮੈਸੇਜ। ਇਹ ਹੈਦਰ ਵਰਾਏ ਸਾਹਿਬ ਤੁਸੀਂ ਪਿੱਛੇ ਫਤਵਾ ਸ਼ੋਰ ਸੀ, ਇਸ ਵਾਸਤੇ ਨਹੀਂ ਮੈਂ ਬੋਲ ਰਿਹਾ। ਮੈਂ ਕਹਿ ਰਿਹਾ ਥੱਲੇ ਤਲਤ ਸਾਹਿਬ ਜਿਹੜੀ ਗੱਲ ਕਰ ਰਹੇ ਨੇ, ਉਹਨਾਂ ਦਾ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ। ਤਲਤ ਸਾਹਿਬ ਨਹੀਂ ਦਿੰਦੇ, ਬਹੁਤ ਅੱਛੇ ਬੰਦੇ ਨੇ, ਅੱਛੀਆਂ ਗੱਲਾਂ ਕਰਦੇ ਨੇ ਤਲਤ ਸਾਹਿਬ ਵੀ। ਅੱਛਾ ਖੈਰ ਚਲੋ ਛੱਡੋ। ਚੀਮਾ ਸਾਹਿਬ ਵੀ ਤਸ਼ਰੀਫ ਲਿਆਏ ਨੇ, ਤੇ ਮਲਕ ਇਮਰਾਨ ਸਾਹਿਬ ਵੀ ਆਏ ਨੇ। ਬੰਦੇ ਸਾਰੇ ਹੀ ਚੰਗੇ ਨੇ। ਤੁਹਾਡੇ ਬੰਦਿਆਂ ਕੋਲ ਸਿਰਫ ਇੱਕ ਅੱਧਾ ਗਿਲਾ, ਬੰਦੇ ਤੁਸੀਂ ਸਾਰੇ ਚੰਗੇ ਹੋ। ਇੱਕ ਅੱਧਾ ਬੰਦਾ ਜਿਹੜਾ ਥੋੜਾ ਜਿਹਾ ਮੁਬਾਲਗੇ ਨਾਲ ਕੰਮ ਲੈਂਦਾ, ਬਾਕੀ ਸਾਰਾ ਕੁਝ ਠੀਕ ਹੈ। ਕਿਹੜਾ ਬੰਦਾ? ਉਹ ਮਲਕ ਸਾਹਿਬ। ਭਾਈ ਜੀ ਮੇਰਾ ਜਿੰਨਾ ਮਰਜ਼ੀ ਨਾਂ ਲੈ ਲਓ, ਮੈਂ WhatsApp ਦੀ ਸਾਈਡ ਤੇ ਲੈਣੀ ਹੈ। ਮੇਰਾ ਕਸ਼ਮੀਰੀ ਭਰਾ ਹੋਵੇ, ਸਿੱਧੀ ਜਿਹੜੀ ਗੱਲ ਹੈ ਲੀਮ ਸਾਹਿਬ, ਮੈਂ ਤੇ ਸਾਈਡ ਲੈਣੀ। ਫੁੱਲ ਤੁਹਾਡੇ ਤੇ ਸਾਈਡ ਉਹਦੀ, ਇਹ ਗੱਲ ਦੀ ਫੁੱਲ ਤੁਹਾਡੇ ਤੇ ਸਾਈਡ ਉਹਦੀ, ਬਸ ਠੀਕ ਹੈ। ਗੱਲ ਹੁੰਦੀ ਹੈ ਛੋਟੀ ਜੀ ਗੱਲ ਹੈ, ਮਤਲਬ ਕਿ ਕੈਸਰ ਸਾਹਿਬ ਇਹਦੇ ਵਿੱਚ ਕੋਈ ਛੁਪਾਉਣ ਵਾਲੀ ਗੱਲ ਨਹੀਂ। ਔਰ ਮੈਂ ਤੇ ਬੜਾ ਹੀ ਪਿਆਰੇ ਦੋਸਤ ਮੈਨੂੰ ਲੱਗਦੇ ਨੇ, ਮੇਰੀ ਦੇ ਨਾਲ ਗੱਪਸ਼ਪ ਵੀ ਬੜੀ ਅੱਛੀ ਹੁੰਦੀ ਹੈ। ਲੇਕਿਨ ਐਵੇਂ ਇੱਕ ਦਫਾ ਦੇ ਮੂੰਹ ਚੋਂ ਨਿਕਲ ਗਿਆ ਸੀ ਕਿ ਮੇਰੇ ਕੋਲ ਫਲਾਣਾ ਮੋਬਾਈਲ ਹੈ। ਹਾਲਾਂਕਿ ਉਹਦੇ ਫੰਕਸ਼ਨ ਵੀ ਉਹੀ ਨੇ ਜਿਹੜੇ 13 ਦੇ ਵਿੱਚ ਨੇ।
ਲੇਕਿਨ ਉਹ ਅੜ ਗਏ ਸਨ। ਇਹ ਥੋੜਾ ਜਿਹਾ ਉਹਨਾਂ ਨੇ ਕੀਤਾ। ਮੇਰੇ ਬਾਕੀ ਕੋਲ ਯਾਰਾਂ ਜੇ ਭਾਈ ਮੈਨੂੰ ਮੈਂ ਕੋਈ ਮਲਕ ਹੋਰ ਲੈ ਇਮਰਾਨ ਦਿਓ। ਸਾਹਿਬ ਦੀ ਗੱਲ ਕਰ ਰਿਹਾ, ਅਗਰ ਨਹੀਂ ਅਗਰ ਮੈਨੂੰ ਪਤਾ ਉਹ ਹੈ। ਮਾਈਂਡ ਨਾ ਕਰਨ ਤੇ ਮਲਕ ਇਮਰਾਨ ਸਾਹਿਬ ਤੁਸੀਂ ਹੋ ਮੌਜੂਦ ਹੋ ਕਿ ਸਵਾਰੀ ਹੈ? ਜੀ ਸੁਣ ਰਹੇ ਹਾਂ। ਸੁਣ ਰਿਹਾ। ਇਹ ਥੋੜਾ ਜਿਹਾ ਸ਼ਿਕਵਾ ਤੁਹਾਡੇ ਕੋਲ ਰਹਿ ਗਿਆ ਇੱਕ, ਕਿ ਇੱਥੇ ਤੁਸੀਂ ਖੁਦ ਅੜੇ ਹੋ, ਵਰਨਾ ਤੇਰਾ ਵੀ ਠੀਕ ਹੈ, ਤੇਰਾ ਬੁਰਾ ਤੇ ਨਹੀਂ ਹੈ ਆਈਫੋਨ 13। ਅੱਛਾ ਇਹ ਦੱਸੋ ਵੀ ਉਹ ਜ਼ਿਲੀ ਬਰੂਜ਼ੀ ਕੁਰਾਨ ਪਾਕ ਵਿੱਚ ਹੈ? ਉਹ ਨਹੀਂ ਉਹ ਗਲੇਰੀ ਦਾ ਪੁੱਛੋਗੇ ਕੀ ਵੇ ਕਰਦੇ ਹੋ ਯਾਰ। ਇੱਕ ਹਫਤਾ ਉਹ ਗਲੈਰੀ ਫਸੀ ਰਹੀ ਹੈ ਤੇ ਹੁਣ ਮੇਰਾ ਖਲੇ ਵਾਰੀ ਜ਼ਿਲੀ ਬਰੂਜ਼ੀ ਦੀ ਆ ਗਈ। ਇਹ ਮੇਰਾ ਫੋਨ ਇਹ ਜ਼ਿਲੀ ਬਰੂਜ਼ੀ ਹੈ ਆਈਫੋਨ 15 ਦਾ। ਠੀਕ ਹੈ, ਸਹੀ ਹੈ। ਚਲੋ ਮੈਂ ਮਤਲਬ ਤੁਸੀਂ ਚਾਈਨਾ ਦਾ ਲਿਆ ਹੈ? ਨਹੀਂ ਮੈਂ ਗੱਲ ਸੱਚੀ ਕੀਤੀ ਹੈ ਲੇਕਿਨ ਇਹਨਾਂ ਨੂੰ ਸਮਝ ਨਹੀਂ ਆਈ। ਮੇਰਾ ਫੋਨ ਹੀ ਜ਼ਿਲੀ ਬਰੂਜ਼ੀ ਹੈ ਆਈਫੋਨ 15 ਦਾ। ਇਹ ਆਈਫੋਨ ਵਾਕਈ 13 ਲੇਕਿਨ ਇਹ ਜ਼ਿਲੀ ਬਰੂਜ਼ੀ ਹੈ। ਤੁਸੀਂ ਮੇਰੀ ਗੱਲ ਮੈਂ ਪੂਰੀ ਕਰਨ ਨਹੀਂ ਦਿੱਤੀ। ਗਲੈਰੀ ਮਾਰ ਛੜੀ ਜੇ ਕਿ ਬਚ ਗਈ ਹੈ? ਨਹੀਂ ਉਹ ਕੱਲ ਮਤਲਬ ਕੈਸਰ ਨਾਲ ਗੱਲ ਹੋਈ, ਉਹ ਆਦਾ ਉਹ ਇਦੂ ਪਾਕਿਸਤਾਨ ਵਾਲੀਆਂ ਨਹੀਂ ਉਹ ਜਿਹੜੇ ਗਾਦਿਆਨ ਵਾਲੀਆਂ ਜ਼ਿੰਦਾ ਹੁੰਦੀਆਂ ਨੇ। ਹੁਣ ਉਹਦੇ ਮਹਿਮਾਨ ਨਾ ਸਕਦਾ ਤੇ ਉਹ ਜ਼ਿਲੀ ਬਰੂਜ਼ੀ ਅੱਜ ਕੱਲ ਮੈਂ ਢੂੰਢ ਰਿਹਾ। ਅੱਜ ਸਵੇਰ ਤੇ ਮੈਂ ਉਹ ਅੱਗੂ ਨਹੀਂ ਹੁੰਦਾ ਸ਼ੀਸ਼ਾ ਨਹੀਂ ਹੁੰਦਾ ਜਿਹਦੇ ਨਾਲ ਲਫ਼ਜ਼ ਮੋਟੇ ਨਜ਼ਰ ਆਉਂਦੇ ਨਾ, ਅੱਗੂ ਨੱਪ ਕੇ ਬੰਦਾ ਅਗਰ ਇਹਨਾਂ ਬੰਦੇ ਦੀ ਕਮਜ਼ੋਰ ਹੋਵੇ ਨਾ ਨਜ਼ਰ تو اگو اکھاں دے شیشہ رکھ کے انہاں جڑے نا تساں آکھو لفظ موٹے موٹے نظر آندے او میں شیشہ لا کے ہر پاسے ڈھونڈیا، میں ذلی بروزی کتھائیں بھی نہیں نظر آیا۔ یہ تو رولا ہے پھر آج کل وہ میں ڈھونڈ رہا ہر صورت ہی ڈھونڈنا ہے، اے نہیں کہ ویلے بہ جاؤ۔ میں آدھا کام پیا کوئی نہیں میں کرنا۔ تان دے کپڑے ہی جڑا لا کے ویچنے پے میں ٹوٹے سا۔ ਮਲਕ ਸਾਹਿਬ جی جی ਵਕੀਲ ਢੇਰ ਸਾਰੇ ਆਉਣੇ ਸ਼ੁਰੂ ਹੋ ਗਏ। ہے ਮੈਂ ਕਿਹਾ ਵਕੀਲ ਢੇਰ ਸਾਰੇ ਆਉਣੇ ਸ਼ੁਰੂ ਹੋ ਗਏ ਨੇ, ਧਿਆਨ ہاں ਕਰੋ। ਆਇਆ ਜੀ ਸਵਾਦ। ਉਹ ਥੱਲੇ ਉਹ ਬਹਿ ਕੇ ਲੱਗੇ ਆ ਉਹ ਸਵੇਰ ਦਾ ਬਈ ਤੈਨੂੰ ਫਲਾਣੇ ਨੇ ਆਖਿਆ ਤੇ ਫਲਾਣੇ ਨੇ ਆਖਿਆ ਤੇ ਫਲਾਣੇ ਨੇ ਆਖਿਆ। ਮੈਂ ਕਿਹਾ ਲੱਗਾ ਰੋ ਬਹਿ ਕੇ। بھائی اسی تو اللہ تے رسول دی گل۔ ਇਧਰ ਤਾਰਕ ਸਾਹਿਬ ਆਏ ਨੇ ਤਾਂ ਗੱਲ ਕਰੀ। ਹਾਂਜੀ ਚੌਹਾਨ ਸਾਹਿਬ ਕੀ ਹਾਲ ਹੈ? ਠੀਕ ਹੋ? جی السلام علیکم ਵਾਲੇਕੁਮ وعلیکم ਸਲਾਮ। ਕੀ ਹਾਲ ہے؟ السلام چوہان صاحب کیا حال ہے؟ جی ٹھیک ٹھاک بڑا عرصہ ہو گیا زیارت نہیں ہوئی طارق صاحب دی۔ جی میں کہ طارق صاحب دی 2-3 دن تو زیارت نہیں ہوئی ہے، تھوڑے جے ایبسنٹ ਤਾਰਕ ਸਾਹਿਬ ਕਿਧਰੇ ਮਸਰੂਫ ਹੋ ਗਏ ਹੋਣੇ ਨਾ ਜਨਾਬ। ਨਹੀਂ ਤਾਰ ਸਕਦਾ ਤੁਸੀਂ ਹਾਲ ਚਾਲ ਪੁੱਛੋ ਪਹਿਲਾਂ ਕਿ ਤਬੀਅਤ ਠੀਕ ਸੀ, ਤੁਸੀਂ ਨਹੀਂ ਆਏ ਨੇ ਦਿਨ। جی سب جی ٹھیک ٹھیک ہے بس وہ بڑھاپے میں اور مصروفیات ہو جاتی ہیں، تھکاوٹ بھی ہوتی ہے۔ اللہ رحم کرے۔ ہم خیریت سے اور امید آپ کی خیریت مت نیک مطلوب چاہتے ہیں جی علیم صاحب آندے ہوندے نے۔ ਹਾਂ ਨਹੀਂ ਤਾਰਕ ਸਾਹਿਬ ਤੁਹਾਨੂੰ ਪਤਾ ਨਾ ਫਿਰ ਸਾਡੇ ਸਾਰੇ ਦੋਸਤ ਜਿਹੜੇ ਨੇ ਉਹ ਜਨਾਬ ਲਾਈਕ ਕਰਦੇ ਨੇ ਤੁਹਾਨੂੰ, ਤੁਹਾਡੀਆਂ جی ਗੱਲਾਂ ਸੁਣਨਾ جزاک ਚਾਹੁੰਦੇ اللہ ਹੁੰਦੇ ਨੇ। جزاک اللہ۔ ਹਾਂ تارا صاحب یہ انگوٹھیوں والا کیا چکر پڑا ہوا ہے؟ انگوٹھیاں رنگ کے دم کی جا رہی ہیں۔ یہ ویسے میں نے پہلی دفعہ ہی دیکھا ہے، میں نے کل دیکھا تھا یوٹیوب اس پہ ٹک ٹاک پہ، تو میری سمجھ سے تو باہر ہے، لیکن بہرحال میں آپ کو یہ کہوں کہ دیکھیں جو کلٹ جو ہوتا ہے نا، جو روحانیت کو چھوڑ دیتا ہے نا، اس کے پاس پھر یہی چیزیں رہ جاتی ہیں۔ آپ دیکھیں یہ شرک کا کتنا زیادہ یہ جماعت مرزائیہ والے کرتے ہیں، لیکن ان کی یہ حالت ہے کہ وہ اپنے خلیفوں کو یہ خدا سمجھتے ہیں، بالکل ایسا۔ کیونکہ اپنے خلیفوں سے ایسے ہی ڈرتے ہیں، بلکہ خدا سے تو نہیں ڈرتے، خلیفہ سے زیادہ ڈرتے ہیں۔ تو یہ جو شرک اور کیا ہوتا ہے؟ یہ شرک یہ نہیں ہوتا کہ آپ کوئی ہندوؤں کی طرح بت بنا کے اس کو سامنے رکھیں۔ اگر ایک شخصیت کو آپ نے وہ درجہ دے دیا ہے جو صرف اللہ تعالیٰ کا درجہ ہے، تو یہ اس سے بڑا اور شرک کیا ہو سکتا ہے؟ چوہان صاحب یہ جو شکایتی خط لکھنے کا رواج ہے نا اس جماعت میں، جی یہ میرا خیال ہے اس کی وجہ سے جو ہے نا سارے جو ہے نا ڈرے رہتے ہیں ہر وقت، کوئی پتہ نہیں ہاں جی چوہان صاحب بالکل۔ میرا خط ہی نہ لکھ دینا، ہاں یہ شکایت نہ لا گسٹاپو دین۔ سسٹم مرزا محمود نے یہاں پہ بنایا تھا، کیونکہ وہ ہٹلر اور مسولینی کی طرز پر بنانا چاہتے تھے نا، ہاں تو ان کو ہٹلر سے بڑا پیار تھا کہ یہ بڑے اچھے طریقے سے اس نے لوگوں کو قابو کیا ہوا ہے۔
تو اس میں یہ بھی طریقہ تھا کہ ہر شخص کو ایک دوسرے کا مخبر بنا دو، تو اس سے ہوتا ہے کہ وہ سارے نظام کے اندر جو لوگ ہیں نا وہ ڈرے رہتے ہیں ایک دوسرے سے، بالکل ایسا ہی ہے۔ اور کچھ لوگ ایسے ہوتے ہیں جو اس نظام میں آگے بڑھنے کے لیے ایک دوسرے کی شکایتیں کرتے ہیں، تو اس سے بھی نظام کو فائدہ ہوتا ہے کہ ان کو ہر طرح کی خبر پہنچتی رہتی ہے، تو نظام پھر ایسے لوگ جو اس کو برابر اس طرح کی خبریں دیتے رہتے ہیں، مخبر ہوتے ہیں، ان کو پھر نظام نوازتا بھی رہتا ہے، تو اس طرح انکریج کیا جاتا ہے ایسے لوگوں کو کہ جو ایک دوسرے کی شکایتیں، حالانکہ چغلی کے متعلق کتنا منع کیا ہے اسلام میں، اس کے متعلق ایسا ہے کہ جیسے آپ نے مردہ بھائی کا گوشت کھانا، لیکن یہ مرزائی جماعت میں چغلیوں کی نا بڑی حوصلہ افزائی کی جاتی ہے۔ اگر ایک شخص کسی دوسرے شخص کے متعلق خلیفہ کو کچھ بتاتا ہے نا، تو میں نے آج تک یہ 64 سال کی زندگی میں میں نے کبھی نہیں سنا کہ خلیفہ اس کو کہہ رہا ہے کہ تم کیوں لوگوں کی پردہ کر رہے ہو، نہیں، بلکہ وہ اس کو وہ پسند کرتے ہیں کہ ہاں ہمیں بتاتے ہیں، ہمیں پتہ رکھتا رہتا ہے لوگ کیا کر رہے ہیں۔ تو جب اس طرح کا بھی نظام پسند ہو نا تو فرماتا ہے۔ پھر سارے آپ نا منافقوں کی ایک فوج بنا لیتے ہیں، کیونکہ وہ اصل میں آپ سے محبت نہیں کر رہے ہوتے، لیکن چونکہ وہ ایک نظام کے اسیر بن چکے ہوتے ہیں، اس لیے وہ ڈرے رہتے ہیں، اور آپ سمجھتے ہیں کہ جی ہمارے حضور کی بڑی ٹور ہے اور بڑی محبت لوگ ان سے کرتے ہیں۔ بالکل ایسا ہی اللہ پاک تو فرماتا ہے کہ پردے ڈالے نا کسی کے ایپ پہ، تو یہ تو جان جان کے جناب خطوط لکھ کے، اور یہ میرا خیال ہے ایک دوسرے کو کہتے ہی یہ ہوں گے، دھمکیاں یہ دیتے ہوں گے، میں خط ایکسیڈنٹ ہے، بلکہ یہ ادھر براڈ پہ بھی ہمیں سننے کو ملا کافی، جی براڈ پہ بھی ہمیں سننے کو کافی ملی ہیں یہ چیزیں آپس میں جب یہ جی بات، تو اس ہاں، طرح دیکھا براڈ پہ بھی آپ کو ملے گا، اور میں حضور نوں دستے ہوں گا، ہاں ہاں یہ نہیں نہیں، یہ جب لڑتے ہیں نا تو پھر کہتے ہیں تو دس دے جنوں دس نہیں، ہاں مطلب ہے اگر ہم لوگ آپس میں لڑیں گے تو ہم تو کہیں گے کرنا بھی جو کچھ کرنا ہی، ہاں ہاں تو ہاں یہ جب بھی ہے تو دس دے جنوں دس نہیں۔ ہاں، تو میں تیرے امیر نوں دس دیاں گا، میں ہاں حضور نوں خط لکھ دیاں گا، وہی نا تو مطلب وہ وہی بات ہے کہ کلچر۔ حضور کو انہوں نے نہیں کہا۔ وعلیکم السلام، واٹس ایپ کی حال ہے؟ ٹھیک ٹھاک؟ جی وعلیکم السلام شہزادہ بٹ صاحب، اپنا چوہان صاحب ہے شہزادہ بٹ صاحب احمدی نے جی جی میں ان کو جانتا جی، ہوں، ہاں میرا یہ تعارف ہوا بہت ہے۔ پیارے بندے نے جناب، ساڈے بھائی نے بہت۔ اپنا بٹ صاحب تسی اپنا مائک اوپن کرو گل تسی۔ جی السلام علیکم جی، بہت شکریہ جناب، تھینک یو ویری مچ۔ کیا حال ہے عامر صاحب؟ سب خیریت ہے؟ تمام دوست ٹھیک ہیں؟ عامر صاحب تھوڑا کیا حال ہے؟ سب خیر ہے؟ جی الحمدللہ، الحمدللہ، شکر۔ ساڈے کول چوہان صاحب آئے نے، اگر تسی انہاں نال کرنا چاہندے ہو گل پوچھو۔ تو آپ ہی کافی کچھ پتہ ہے جماعت کا، کہ وہ بھی اتنے نکل کے آئے گی۔ اے جماعت کا جڑا صاف امیج ہے نا، جو اسی مارنے پیار کے جناب فرمان تے وہ سارا جڑا نا جس شہزادہ بٹ صاحب تسی گل سنتے ہیں نا تو ہر چیز فارغ ہو جاتی ہے۔ 8 سال دی عمر دے وچ انہاں نے اتنی کمار کھا لی ہے نا اس گل پیچھے کہ جدا کوئی حساب نہیں ہے جی، کہ وہ ہلے تک انہاں نے بھولی نہیں ہے۔ ایک قبراں دی کنधां تک نہیں بھولنی جناب، ٹینشن نہیں لینی۔ میں اصل نا عمر صاحب میں کام تے ذرا مدر چاہنا، میں آج سنا گا صرف بول نہیں سکتا۔ 4:30 بجے چھٹی ہونی ہے ساڈے اسپین دے ٹائم دے مطابق، 1 گھنٹہ رہ گیا، اس تو بعد پھر جڑا نا انشاءاللہ تعالیٰ کران گے گل۔ میں فی الحال سننا صرف، تسی بولو انشاءاللہ، ٹھیک ہے؟ مہربانی، شکریہ، تھینک یو۔ بالکل ٹھیک ہے۔ اپنا ملک کیسر صاحب تسی گل کرو، اپنا جاری رکھو گل، میں نا 5 منٹ تک حاضر ہوں۔ میں تے چوہان صاحب کو تھوڑی جی انفارمیشن دینی ہے۔ چوہان صاحب یہ جڑے لاہوری گروپ ہے اس دے وچ اور یہ جڑے موجودہ خلافت والا انہاں دے وچ فرق کی ہے؟ لاہوریاں دا کی موقف ہے؟ جی اصل گل ہے کہ جدوں مرزا صاحب دی وفات ہو گئی سی 1908 دے وچ، ادوں مرزا صاحب نے رسالہ الوصیہ چ دسیا سی کہ میرے تو ਉਹਦੇ 'ਚ ਉਹਨੇ ਕਿਹਾ ਸੀ ਕਿ ਜਿਹੜੀ 14 ਬੰਦਿਆਂ ਦੀ ਉਹਨੇ ਜਮਾਤ ਉਹਨਾਂ ਨੇ ਬਣਾਈ ਸੀ ਨਾ ਅੰਜੁਮਨ ਅਹਿਮਦੀਆ, ਉਹਦੇ ਮੁਤਲਕ ਉਹਨਾਂ ਨੇ ਲਿਖਿਆ ਕਿ ਉਹ ਖਲੀਫਾ ਕੀ ਜਾਨਸ਼ੀਨ ਹੋਗੀ ਤੇ ਉਹ ਮਤਲਬ ਸਾਰੇ ਫੈਸਲੇ ਉਹ ਕਰਨਗੇ।
ਤੇ ਜਦੋਂ ਮਿਰਜ਼ਾ ਸਾਹਿਬ ਦੀ ਵਫਾਤ ਹੋ ਗਈ ਤੇ ਹਕੀਮ ਨੂਰੁੱਦੀਨ ਸਾਹਿਬ ਐਸ ਅੰਜੁਮਨ ਅਹਿਮਦੀਆ ਦੇ ਸਦਰ ਸੀ, ਔਰ ਹੈ ਵੀ ਬਹੁਤ ਮਤਲਬ ਜਮਾਤ 'ਚ ਬੜੇ ਮਸ਼ਹੂਰ ਬੰਦੇ ਸੀ। ਮਿਰਜ਼ਾ ਸਾਹਿਬ ਦੇ ਬੜੇ ਅੱਛੇ ਔਰ ਬੜੇ ਰਿਨਾਊਂਡ ਸਾਥੀ ਵੀ ਸੀ। ਇਸ ਵਜ੍ਹਾ ਨਾਲ ਉਹ ਲੋਕਾਂ ਨੇ ਔਰ ਅੰਜੁਮਨ ਨੇ ਮੁਤਫਿਕਾ ਫੈਸਲਾ ਕੀਤਾ ਕਿ ਜੋ ਹਕੀਮ ਨੂਰੁੱਦੀਨ ਸਾਹਿਬ ਜੀ ਨੇ ਨਾ ਉਹ ਹੋਣਗੇ ਹੁਣ ਅਮੀਰ ਇੱਕ ਤਰ੍ਹਾਂ ਦੇ। ਉਹ ਨਾਮ ਉਹਨਾਂ ਖਲੀਫਾ ਦਾ ਵੀ ਦੇਤਾ, ਲੇਕਿਨ ਬਹਿਰਹਾਲ ਉਹ ਖਲੀਫਾ ਉਹ ਵਾਲਾ ਨਹੀਂ ਸੀ ਜਿਹੜਾ ਅੱਲਾਹ ਤਾਲਾ ਬਣਾਉਂਦਾ, ਬਲਕਿ ਉਹ ਇਨਸਾਨਾਂ ਵਾਲਾ ਜਾਨਸ਼ੀਨ ਦੇ ਤੌਰ ਤੇ। ਜਾਨਸ਼ੀਨ। ਹਾਂਜੀ। ਤੇ ਜਦੋਂ 1908 ਤੋਂ ਲੈ ਕੇ 1914 ਤੱਕ, 1908 ਦੇ ਵਿੱਚ ਤੇ ਜਿਹੜੇ ਮਿਰਜ਼ਾ ਮਹਿਮੂਦ ਸਾਹਿਬ ਸੀ, ਮਿਰਜ਼ਾ ਗੁਲਾਮ ਅਹਿਮਦ ਸਾਹਿਬ ਦੇ ਬੇਟੇ, ਉਹਨਾਂ ਦੀ ਤਕਰੀਬਨ 19 ਸਾਲ ਉਮਰ ਸੀ। ਤੇ ਉਸ ਵੇਲੇ ਉਹ ਚੂँਕਿ ਖਿਲਾਫਤ ਸੰਭਾਲ ਨਹੀਂ ਸੀ ਸਕਦੇ, ਇਸ ਲਈ ਉਹਨਾਂ ਦੇ ਵੱਲ ਤਾਂ ਕਿਸੇ ਵੱਲ ਧਿਆਨ ਨਹੀਂ ਗਿਆ, ਕਿਉਂਕਿ ਉਹਨਾਂ ਤੋਂ ਸਾਰੇ ਬੱਚੇ ਸਮਝਦੇ ਸਾਹਮਣੇ ਉਹਨਾਂ ਦੇ ਪੈਦਾ ਹੋਏ। ਲੇਕਿਨ 1908 ਤੇ ਔਰ 1914 ਦੇ ਦਰਮਿਆਨ ਫਿਰ ਮਿਰਜ਼ਾ ਮਹਿਮੂਦ ਸਾਹਿਬ ਔਰ ਉਹਨਾਂ ਦੀ ਵਾਲਦਾ ਵੀ ਇਹਦੇ ਸ਼ਾਮਿਲ ਸੀ, ਔਰ ਉਹਨਾਂ ਦੇ ਨਾਨਾ ਜਾਨ ਵੀ ਸ਼ਾਮਿਲ ਸੀ। ਜਿਨ੍ਹਾਂ ਦੇ ਨਾਨਾ ਜਾਨ ਦੇ ਪਹਿਲੇ ਹੀ ਇਹ ਸੀ ਪ੍ਰੋਗਰਾਮ ਕਿ ਅਸੀਂ ਟੇਕ ਓਵਰ ਕਰਨਾ ਹੈ ਇਸ ਨੂੰ, ਮਤਲਬ ਜਮਾਤ ਨੂੰ। ਤੇ ਉਹਨਾਂ ਨੇ ਨਾ ਉਹ ਫਿਰ ਇੱਕ ਤਰ੍ਹਾਂ ਦਾ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ, ਦੌਰੇ ਵਗੈਰਾ ਕੀਤੇ। ਇਹ ਵੀ ਜਿਹੜੀ ਤਾਰੀਖ ਅਹਿਮਦੀਅਤ ਉਹਦੇ 'ਚ ਹੈ ਕਿ ਮੁਖਤਲਿਫ ਜਮਾਤਾਂ ਜਾਂਦੇ ਸੀ ਲੀਮ ਸਾਹਿਬ ਮਾਈਕ ਮਿਊਟ ਕਰਿਓ, ਆਵਾਜ਼ ਆ ਰਹੀ ਸ਼ੋਰ। ਕਿ ਜੀ ਇਹ ਮਿਰਜ਼ਾ ਮਹਿਮੂਦ ਸਾਹਿਬ ਜਿਹੜੇ ਨੇ ਬੜੇ ਨੇਕ ਬੰਦੇ ਨੇ। ਤੇ ਉਹ ਦੂਸਰਾ ਕਿ ਮਿਰਜ਼ਾ ਮਹਿਮੂਦ ਸਾਹਿਬ ਦੀ ਵੀ ਵੈਸੇ ਬੜੀ ਹੈ ਸੀ ਪੋਜੀਸ਼ਨ, ਕਿਉਂਕਿ ਮਿਰਜ਼ਾ ਸਾਹਿਬ ਦੇ ਉਹ ਬੇਟੇ ਸੀ, ਵੱਡੇ ਬੇਟੇ, ਔਰ ਮਿਰਜ਼ਾ ਸਾਹਿਬ ਦੇ ਨਾਲ ਜਿਹੜੇ ਮੁਹੱਬਤ ਕਰਨੇ ਵਾਲੇ ਸੀ ਉਹ ਵੀ ਉਹਨਾਂ ਨਾਲ ਮੁਹੱਬਤ ਕਰਦੇ ਸੀ। ਚੁਨਾਂਚੇ 1914 ਦੀ ਜਦੋਂ ਵਫਾਤ ਹੋਈ ਨਾ ਹਕੀਮ ਨੂਰੁੱਦੀਨ ਸਾਹਿਬ ਦੀ, ਤੇ ਮਿਰਜ਼ਾ ਮਹਿਮੂਦ ਸਾਹਿਬ ਨੇ ਜਿਹੜੀ ਆਰਗੇਨਾਈਜੇਸ਼ਨ ਵਗੈਰਾ ਬਣਾਈਆਂ ਸੀ ਨਾ, ਉਹਨਾਂ ਨੂੰ ਐਕਟਿਵ ਕਰਕੇ ਤੇ ਆਪਣਾ ਇੰਤਖਾਬ ਕਰਵਾ ਲਿਆ ਖਲੀਫਾ ਦੇ ਤੌਰ ਤੇ। ਜਿਹੜੇ ਲਾਹੌਰੀ ਜਮਾਤ ਵਾਲੇ ਸੀ ਨਾ, ਉਹ ਬਿਲकुल दुरुस्त कहते थे कि जी देखें मिर्ज़ा साहब ने रिसाला अल वसीयत में तो कहीं खिलाफत का जिक्र ही नहीं किया। उन्होंने तो कहा है कि मेरे बाद 40 बंदे जिसके ऊपर मुतफिक हों वो मेरे नाम पर बैत ले और उस वक्त तक मिलकर काम करो जब तक कोई खुदा से रूहुल कुद्दस पाकर खड़ा ना हो। लेकिन ਇਹ ਵਾਲੀ ਜਿਹੜੀ ਤਾਲੀਮ ਮਿਰਜ਼ਾ ਸਾਹਿਬ ਦੀ ਸੀ ਨਾ, ਇਹ ਮਿਰਜ਼ਾ ਮਹਿਮੂਦ ਸਾਹਿਬ ਨੂੰ ਔਰ ਉਹਦੇ ਨਾਨਾ ਮਿਰਜ਼ਾ ਨਾਸਿਰ ਨਵਾਬ ਸਾਹਿਬ ਨੂੰ ਬਿਲਕੁਲ ਵਾਰਾ ਨਹੀਂ ਸਿਖਾਉਂਦੀ। ਔਰ ਇਸ ਵਜ੍ਹਾ ਨਾਲ ਉਹਨਾਂ ਨੇ ਮਤਲਬ ਇਸ ਚੀਜ਼ ਨੂੰ ਉਹਨਾਂ ਨੇ ਰਿਜੈਕਟ ਕੀਤਾ ਔਰ ਕਿਹਾ ਕਿ ਜੀ ਇਹੀ ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਖਿਲਾਫਤ ਰਾਸ਼ਤਾ ਔਰ ਹੈ, ਉਹ ਵਾਲੀਆਂ ਮਿਸਾਲਾਂ ਦਿੱਤੀਆਂ। ਅਸਲ ਗੱਲ ਹੈ ਕਿ ਮਿਰਜ਼ਾ ਸਾਹਿਬ ਨੇ ਖੁਦ ਕੀ ਕਿਹਾ ਹੈ, उन्होंने बिल्कुल नहीं कहा कि मेरे बाद कोई ऐसी खिलाफत होगी। उन्होंने तो कहा कि ये दायमी रूहानी खिलाफत सिलसिला मुजद्दिदीन है, मैं खुद उसका 13वां खलीफा है और है क़यामत तक जारी है। लेकिन ए वाली तालीम जी है ना मिर्ज़ा साहब की उन्होंने छुपाई और मिर्ज़ा महमूद साहब, मिर्ज़ा नासिर नवाब साहब और उन्होंने जोड़े अपने हवारी सी वो कहते सी नहीं जी खलीफा होना चाहिए, खलीफा होना चाहिए। चुनांचे वो जी कमेटी सी वो तो उन्होंने तोड़ दी और जोड़े लाहौरी जमात के लोग सी ਜਿਹੜੇ ਬਿਲਕੁਲ ਰਾਈਟਲੀ ਕਹਿ ਰਹੇ ਸੀ ਅਲ ਵਸੀਅਤ ऐसा कोई जिक्र नहीं है, सिर्फ एक अमीर होना चाहिए। ਜਿਹੜੇ ਅੰਜੁਮਨ ਦੇ ਅੰਜੁਮਨ ਜਿਹੜੀ ਉਹ ਜਮਾਤ ਦੇ ਮਾਮਲਾਤ ਚਲਾਏ, ਫਾਈਨੈਂਸ ਮਾਮਲਾਤ ਵੀ ਉਹ ਦੂਸਰੇ ਵੀ, ਔਰ ਇੱਕ ਅਮੀਰ ਹੋਏਗਾ ਜਿਹਨੂੰ ਅੰਜੁਮਨ। ਜੀ ਇੱਕ ਸੈਕਿੰਡ ਮੈਂ ਤੁਹਾਨੂੰ ਮਦਦ ਨਾਲ ਰੁਕਣਾ। ਉਹ ਕਮੇਟੀ ਤੋੜਨ ਦਾ ਕੀ ਵਜ੍ਹਾ ਸੀ? ਮੈਂ ਤੁਹਾਨੂੰ ਦੱਸ ਰਿਹਾ ਨਾ, ਕਮੇਟੀ ਤੋੜਨ ਦੀ ਇਹ ਵਜ੍ਹਾ ਸੀ ਕਿ ਮਿਰਜ਼ਾ ਮਹਿਮੂਦ ਸਾਹਿਬ ਨੂੰ ਪਤਾ ਸੀ ਇਹਨਾਂ ਲੋਕਾਂ ਨੇ ਮੈਨੂੰ ਤੇ ਨਹੀਂ ਬਣਾਉਣਾ। ਅੱਛਾ ਠੀਕ ਹੈ। ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲਾਹੌਰੀ ਜਮਾਤ ਦੇ ਮਸਲਨ ਮੌਲਵੀ ਮੁਹੰਮਦ ਅਲੀ ਸਾਹਿਬ ਉਹਦੇ ਸੈਕਟਰੀ ਸੀ, ਜਿਹੜੇ ਖਾਜਾ ਕਮਾਲੁਦੀਨ ਸਾਹਿਬ ਜਿਹੜੇ ਲਾਹੌਰੀ ਜਮਾਤ ਬਾਅਦ ਚਲੇ ਗਏ ਉਹਦੇ ਕਾਨੂੰਨੀ ਮਸ਼ੀਰ ਸੀ। ਯਾਨੀ ਉਹਨਾਂ ਕੋਲ ਵੱਡੀਆਂ ਵੱਡੀਆਂ ਪਾਵਰ ਸੀ। ਹਕੀਮ ਨੂਰੁੱਦੀਨ ਸਾਹਿਬ ਜਿਹੜੇ ਸਦਰ ਦੇ ਬਾਅਦ ਜਿਹੜੇ ਨਾ ਉਹਦੇ ਬਾਅਦ ਉਹ ਜ਼ਿਆਦਾ ਪਾਵਰਸ ਉਹਨਾਂ ਕੋਲ ਸੀ ਲਾਹੌਰੀ ਜਮਾਤ ਵਾਲਿਆਂ ਕੋਲ। ਠੀਕ ਹੋ ਗਿਆ। ਉਹ ਮਿਰਜ਼ਾ ਮਹਿਮੂਦ ਸਾਹਿਬ ਨੂੰ ਵੀ ਜਾਣਦੇ ਸੀ ਤੇ ਇਸ ਵਜ੍ਹਾ ਨਾਲ ਉਹ ਔਰ ਦੂਸਰੇ ਕਿ ਉਹ ਕਹਿੰਦੇ ਸੀ ਖਿਲਾਫਤ ਦਾ ਤਾਂ ਕੋਈ ਤਸੱਵਰ ਹੀ ਨਹੀਂ ਮਿਰਜ਼ਾ ਸਾਹਿਬ ਨੇ ਦਿੱਤਾ। ਅੱਛਾ ਇਹ ਉਹਨਾਂ ਨੇ ਉਦੋਂ ਕਹਿਣਾ ਸ਼ੁਰੂ ਕਰ ਦਿੱਤਾ ਸੀ? ਉਦੋਂ ਕਹਿਣਾ ਹਕੀਮ ਨੂਰੁੱਦੀਨ ਸਾਹਿਬ ਦੀ ਜ਼ਿੰਦਗੀ 'ਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ। ਓਕੇ ਓਕੇ ਆ ਤਾਂ ਫਿਰ ਠੀਕ ਹੈ ਨਾ, ਫਿਰ ਇਹਨਾਂ ਦਾ ਤਾਂ ਮਕਸਦ ਉਹਦੇ ਨਾਲ ਹੱਲ ਹੀ ਨਹੀਂ ਸੀ ਹੋ ਸਕਦਾ। ਹਾਂ ਤਾਂ ਇਹ ਜ਼ਾਹਿਰ ਇਹਨਾਂ ਨੂੰ ਪਤਾ ਸੀ ਕਿ ਇਸ ਚੀਜ਼ ਦੇ ਖਿਲਾਫ ਨੇ ਜਿਹੜਾ ਉਹ ਸਿਸਟਮ ਬਣਾਉਣਾ ਚਾਹੁੰਦੇ ਸੀ ਮਿਰਜ਼ਾ ਮਹਿਮੂਦ ਸਾਹਿਬ। ਮਿਰਜ਼ਾ ਮਹਿਮੂਦ ਸਾਹਿਬ ਚਾਹੁੰਦੇ ਸੀ ਜਿਹੜੀ ਅਗਰ ਮਸਲਨ ਮਿਰਜ਼ਾ ਮਹਿਮੂਦ ਸਾਹਿਬ ਖਲੀਫਾ ਬਣ ਵੀ ਜਾਂਦੇ और अगर अंजुमन रहती कायम
तो फिर भी मिर्ज़ा महमूद साहब ਦੇ ਜਿਹੜੇ ਅਜ਼ਾਇਮ ਸੀ ਪੂਰੇ ਨਹੀਂ ਸੀ ਹੋ ਸਕਦੇ ਕਿਉਂਕਿ ਫਾਈਨੈਂਸ ਤੇ ਸਾਰਾ ਅੰਜੁਮਨ ਕੋਲ ਸੀ। ਤੇ ਉਹ ਅੱਗੇ ਜੋ ਖਲੀਫਾ ਫਿਰ ਕੀ ਫਾਇਦਾ ਜੇ ਉਹਦੇ ਕੋਲ ਪਾਵਰ ਹੀ ਨਹੀਂ ਹੈ, ਪੈਸੇ ਹੀ ਨਹੀਂ ਹੈਗੇ। ਇਸ ਵਜ੍ਹਾ ਨਾਲ ਉਹ ਅੰਜੁਮਨ ਨੂੰ ਕਿਸੇ ਜ਼ਰੂਰਤ ਨਹੀਂ ਬਰਦਾਸ਼ਤ ਕਰ ਸਕਦੇ ਸੀ। ਚੁਨਾਂਚੇ ਉਸ ਵੇਲੇ ਫਿਰ ਇਖਤਲਾਫ ਸ਼ੁਰੂ ਹੋਇਆ। ਇਸੇ ਵਜ੍ਹਾ ਤੋਂ ਉਸ ਅੰਜੁਮਨ ਨੇ ਜਿਹੜਾ ਵੀ ਉਹ ਲੋਰੀਆਂ ਨੂੰ ਵੀ, ਜਦੋਂ ਇਹਨਾਂ ਦੀ ਆਪਸ 'ਚ ਫਿਰ ਉਹ ਖਤਮ ਹੋਈ ਤੇ ਇਹਨਾਂ ਨੇ ਲੋਰੀਆਂ ਨੂੰ ਵੀ ਹਿੱਸਾ ਦਿੱਤਾ। ਨਹੀਂ ਇਹਨਾਂ ਨੇ ਨਹੀਂ ਲੋਰੀਆਂ ਨੂੰ ਤੇ ਕੋਈ ਹਿੱਸਾ ਨਹੀਂ ਦਿੱਤਾ, ਬਲਕਿ ਲੋਰੀਆਂ ਨੂੰ ਤੇ ਉਹ ਮੌਲਵੀ ਮੁਹੰਮਦ ਅਲੀ ਸਾਹਿਬ ਜਿਹੜੇ ਉਹ ਤੇ ਵਿਚਾਰੇ ਕਾਦੀਆਂ, ਜ਼ਾਹਿਰ ਹਮੇਸ਼ਾ ਕਾਦੀਆਂ 'ਚ ਮਿਰਜ਼ਾ ਸਾਹਿਬ ਨਾਲ ਰਹੇ। ਕਾਦੀਆਂ ਉਹ ਉਹਨਾਂ ਨੂੰ ਮੁਹੱਬਤ ਸੀ, ਲੇਕਿਨ ਮਿਰਜ਼ਾ ਮਹਿਮੂਦ ਸਾਹਿਬ ਨੇ ਆਪਣੇ ਗੁੰਡੇ ਉਹਨਾਂ ਦੇ ਪਿੱਛੇ ਪਵਾ ਦਿੱਤੇ ਔਰ ਉਹ ਫਿਰ ਉਹ ਆਪਣੀ ਜਾਨ ਬਚਾ ਕੇ ਉੱਥੋਂ ਨਿਕਲੇ। ਨਹੀਂ ਉਹ ਸੁਣਨ ਚ ਆਉਂਦਾ ਨਾ ਕਿ ਜਿਸ ਟਾਈਮ ਇਹਨਾਂ ਦਾ ਮਤਲਬ ਹੋਇਆ ਅਲੱਗਾ ਤੇ ਉਹ ਇਹ ਫਲਾਣੀ ਜਗ੍ਹਾ ਜਿਹੜੀ ਹੈ ਉਹ ਲਾਹੌਰੀ ਜਮਾਤ ਦੇ ਆ ਗਈ ਫੈਸਲੇ ਦੇ ਵਿੱਚ, ਜਾਂ ਕੋਈ ਫੈਸਲਾ ਹੋਇਆ ਸੀ ਉਹਦਾ ਜਾਂ ਨਹੀਂ ਕੋਈ ਫੈਸਲਾ ਨਹੀਂ ਹੋਇਆ। ਉਹ ਤੇ ਫਿਰ ਜਾਨ ਬਚਾ ਕੇ ਉੱਥੋਂ ਭੱਜੇ ਨੇ। ਅੱਛਾ ਹਾਂ, ਤੇ ਉਹ ਸਾਰਾ ਕੁਝ ਤੇ ਇਹਨਾਂ ਕੋਲ ਹੀ ਸੀ। ਇਹ ਤੇ ਫਿਰ ਝੂਠ ਬੋਲਦੇ ਨੇ ਕਿ ਜੀ ਉਹ ਸਾਰਾ ਕੁਝ ਲੈ ਗਏ। ਉਹਨਾਂ ਵਿਚਾਰੇ ਨੇ ਕਿੱਥੇ ਕੋਈ ਮਤਲਬ ਉਹਨਾਂ ਨੇ ਕੋਈ ਟਰੱਕ ਕਰਾਏ ਸੀ ਜਿੱਥੇ ਉਹ ਲੈ ਗਏ। ਉਹ ਤੇ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ ਨੇ। ਤੇ ਉਹ ਫਿਰ ਉਹਨਾਂ ਨੇ ਜਮਾਤ ਲਾਹੌਰ ਬਣਾ ਲਈ ਉੱਥੇ ਲਾਹੌਰ ਦੇ ਵਿੱਚ, ਕਿਉਂਕਿ ਉੱਥੇ ਵੀ ਇੱਕ ਸੈਂਟਰ ਸੀ ਜਮਾਤ ਅਹਿਮਦੀਆ ਦਾ। ਉਸ ਤਰੀਕੇ ਨਾਲ ਫਿਰ 2 ਜਮਾਤਾਂ ਬਣ ਗਈਆਂ। ਹੁਣ ਵੀ ਉਹ ਜਮਾਤ ਚੱਲ ਰਹੀ ਹੈ ਨਾ? ਹੁਣ ਵੀ ਜਮਾਤ ਹੈ, ਮੌਜੂਦ ਹੈ। ਹਾਂਜੀ ਚੌਹਾਨ ਸਾਹਿਬ ਕੀ ਹੈ ਉਹਨਾਂ ਦੀ ਜਮਾਤ ਦਾ, ਕੋਈ ਥੋੜਾ ਜਿਹਾ ਦੱਸੋ ਕਿ ਉਹਨਾਂ ਦਾ ਮਰਕਜ਼, ਕੋਈ ਉਹਨਾਂ ਦੀ ਕੋਈ ਤਦਾਦ ਵਗੈਰਾ ਕੋਈ ਹੈ ਇਨਫੋਰਮੇਸ਼ਨ ਵੀ ਇਸ ਤਰ੍ਹਾਂ ਦੀ ਤੁਹਾਡੇ ਕੋਲ? ਮੇਰੇ ਕੋਲ ਤੇ ਕੋਈ ਨਹੀਂ ਹੈ ਜੀ। ਅਲੀਮ ਸਾਹਿਬ अस्सलाम वालेकुम। वालेकुम अस्सलाम। बुजुर्गो की हाल चाल है? बस ठीक ठाक है, जज़ाकल्ला। ठीक है। नहीं अलीम साहब, मैनू ਇਹਦੇ मतलब ना कोई इल्म नहीं कि ਉਹਨਾਂ ਦੀ ਕਿੰਨੀ ਤਾਦਾਦ ਹੈ और है कि वो लेकिन मेरी एक दफ़ा शाहिद अजीज साहब नाल होई थी गुफ्तगू और ਉਹਨਾਂ ਨੂੰ ਮੈਂ ਕਿਹਾ ਵੀ ਸੀ ਕਿ ਜਿਹੜੇ ਤੁਹਾਡੇ ਅਕਾਇਦ ਨੇ ਤੁਸੀਂ ਮੇਰੇ ਨਾਲ ਗੱਲ ਕਰੋ, ਕਿਉਂਕਿ ਤੁਹਾਡੇ ਅਕਾਇਦ ਮਿਰਜ਼ਾ ਸਾਹਿਬ ਦੇ ਅਕਾਇਦ ਤੋਂ ਬਿਲਕੁਲ ਮੁਖਤਲਿਫ ਨੇ, ਤੇ ਅਸੀਂ ਇੱਕ ਡਿਸਕਸ਼ਨ ਕਰ ਲੈਣੇ WhatsApp ਤੇ। ਜੀ ਜੀ ਬਿਲਕੁਲ ਬਿਲਕੁਲ। ਲੇਕਿਨ ਉਹ ਹੈ ਰਾਬਤੇ ਚ ਦੋਸਤ ਤੁਹਾਡੇ ਨਾਲ ਹੁਣ ਵੀ? ਹਾਂਜੀ, ਉਹ ਨਹੀਂ ਮੰਨੇ। ਉਹ ਕਹਿੰਦੇ ਨਹੀਂ ਅਸੀਂ ਮੈਂ ਨਹੀਂ ਕਰਨਾ। ਉਹ ਜੋ ਨਸਰੁੱਲਾ ਕੀ ਨਾਮ ਸੀ ਉਹਨਾਂ ਦਾ, ਜਿਹੜੇ ਜੇਲ੍ਹ ਚ ਨੇ, ਨਸਰੁੱਲਾ ਸਾਹਿਬ ਨੇ? ਸੁਲਤਾਨੀ ਸੁਲਤਾਨ ਨਾਸਰ ਸੁਲਤਾਨੀ। हाँ जी नासर सुल्तानी। हाँ जी 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 जी। ਤੇ ਉਹ ਆਪਣਾ ਮੇਰੇ ਖਿਆਲ ਸਰਬਰਾਹ ਉਹ ਨੇ ਅੱਜ ਕੱਲ? ਨਹੀਂ ਉਹਨਾਂ ਦਾ ਲਾਹੌਰੀ ਜਮਾਤ ਨਾਲ ਕੋਈ ਤਾਲੁਕ ਨਹੀਂ ਸੀ। ਉਹ ਤੇ ਮਤਲਬ ਉਹਨਾਂ ਨੇ ਖੁਦ ਮੁਜੱਦਦ ਹੋਣ ਦਾ ਦਾਅਵਾ ਕੀਤਾ ਸੀ। ਲੇਕਿਨ ਉਹ ਲਾਹੌਰੀ ਜਮਾਤ ਦਾ ਹਿੱਸਾ ਸਨ ਨਾ ਜੀ, ਮੈਂ ਉਹਨਾਂ ਦੇ ਖੁਤਬੇ ਸੁਣੇ ਨੇ ਤੇ। ਹਾਂਜੀ ਨਹੀਂ ਲੇਕਿਨ ਉਹ ਫਿਰ ਬਾਅਦ ਵਿੱਚ ਤਾਂ ਉਹਨਾਂ ਨੇ ਫਿਰ ਨਿਕਲ ਗਏ ਨਾ ਉਹਦੇ ਚੋਂ, ਕਿਉਂਕਿ ਨਹੀਂ ਲੇਕਿਨ ਪਹਿਲੇ ਲਾਹੌਰੀ ਜਮਾਤ ਦਾ ਹਿੱਸਾ ਸਨ ਨਾ ਉਹ। ਹਾਂਜੀ ਹਾਂ ਬਿਲਕੁਲ ਹੋ ਸਕਦਾ ਹੈ, ਤੁਹਾਡੀ ਗੱਲ ਸਹੀ ਹੈ, ਕਿਉਂਕਿ ਮੈਨੂੰ ਇਹਦੇ ਮੁਤਲਕ ਨਹੀਂ ਪਤਾ ਕਿ ਉਹ ਪਹਿਲੇ ਲਾਹੌਰੀ ਜਮਾਤ ਦਾ ਹਿੱਸਾ। ਉਹਨਾਂ ਦੇ ਖਿਆਲਾਤ ਬਿਲਕੁਲ ਲਾਹੌਰੀ ਜਮਾਤ ਸੀ, ਕਿਉਂਕਿ ਉਹ ਵੀ ਕਹਿੰਦੇ ਸੀ ਉਹ ਮਿਰਜ਼ਾ ਸਾਹਿਬ ਨਬੀ ਨਹੀਂ ਸੀ। ਹਾਂ ਬਿਲਕੁਲ। ਤੇ ਉਹ ਜਿਹੜੇ ਨੇ ਉਹ ਹੁਣ ਇਹਨਾਂ ਦੀ ਮਰਕਜ਼, ਕੋਈ ਮੈਂ ਸਿਰਫ ਇਨਫੋਰਮੇਸ਼ਨ ਲੈ ਰਿਹਾ, ਕੋਈ ਬਹਿਸ ਮੁਬਾਸਾ ਨਹੀਂ ਹੈ। ਨਹੀਂ ਹਾਂ ਉਹਨਾਂ ਮਰਕਜ਼ ਜਿਹੜਾ ਵਾ ਉਹ ਲਾਹੌਰ ਹੈ ਜਾਂ ਕਿੱਥੇ ਨੇ ਉਹ ਲੋਕ? ਮੈਨੂੰ ਕਿਉਂਕਿ ਨਹੀਂ ਕਦੀ ਮੁਲਾਕਾਤ ਹੋ ਸਕੀ ਕਿਸੇ ਐਸੇ ਦੋਸਤ ਦੇ ਨਾਲ। ਤੇ WhatsApp ਗਰੁੱਪ ਦੇ ਵਿੱਚ ਇੱਕ ਵਾਰ ਮੈਨੂੰ ਇੱਕ ਦੋਸਤ ਨਜ਼ਰ ਆਏ ਸਨ, ਉਹਨਾਂ ਨੇ ਵੀ ਗੱਲ ਨਹੀਂ ਸੀ ਕੀਤੀ ਮੇਰੇ ਨਾਲ। ਹਾਂਜੀ नहीं ਤੁਹਾਡੇ ਕੋਲ ਇਨਫੋਰਮੇਸ਼ਨ ਹੈ ਕੋਈ ਇਸ ਬਾਰੇ? ਕੋਈ ਇਲਮ ਨਹੀਂ ਹੈ ਕਿ ਇਹ ਕਿਤਨੇ ਲੋਕ ਨੇ। ਔਰ ਬਹਿਰਹਾਲ ਕਦੀ ਜਦੋਂ ਗੁਫ਼ਤਗੂ ਹੁੰਦੀ ਉਹਦੇ ਚੋਂ ਕਹਿੰਦੇ ਨੇ ਜੀ ਹਾਂ ਸਾਡਾ ਸਿਸਟਮ ਚੱਲ ਰਿਹਾ ਔਰ ਅਸੀਂ ਬੜੇ ਲੋਕ ਹਾਂ, ਉਹ ਲੇਕਿਨ ਇਹ ਕਿ ਕਿਤਨੇ ਨਹੀਂ ਹੈ ਉਹਦੇ ਮੁਤਲਕ ਨਹੀਂ ਮੈਨੂੰ ਪਤਾ। ਉਹਨਾਂ ਦਾ ਸੈਂਟਰ ਕਿੱਥੇ ਹੈ ਇਹ ਵੀ ਨਹੀਂ ਮੈਨੂੰ ਪਤਾ। ਜਿਹੜੀ ਇੱਕ ਮਸਜਿਦ ਸੀ ਲਾਹੌਰ ਵਾਲੀ, ਹਾਂਜੀ ਜਿੱਥੇ ਸਾਹਿਬ ਦਾ ਇੰਤਕਾਲ ਹੋਇਆ ਸੀ, ਜੀ ਉਹ ਇਹਨਾਂ ਦੀ ਸਚਾਈ ਸੀ। ਉਹ ਮਸਜਿਦ ਦਾ ਨਾਮ ਕੀ ਸੀ ਭਲਾ? ਮਸਜਿਦ ਮੁਬਾਰਕ ਸੀ ਉਹਦਾ ਨਾਮ। ਉਹ ਇਹਨਾਂ ਦੀ ਸੇ ਚਲੇ ਗਈ ਸੀ ਨਾ? ਹਾਂਜੀ ਨਹੀਂ ਹਿੱਸੇ ਵਾਲਾ ਕੋਈ ਹਿੱਸੇ ਬਖਰੇ ਦੇ ਕੋਈ ਹੀ ਨਹੀਂ। ਬਸ ਉਹ ਲਾਹੌਰ ਦੇ ਵਿੱਚ ਜਿਹੜੀ ਜਗ੍ਹਾ ਜਮਾਤ ਦੀ ਸੀ ਉੱਥੇ ਉਹਨਾਂ ਨੇ ਹਿੱਸੇ ਬਖਰੇ ਦੇ ਕੋਈ ਨਹੀਂ। ਕਾਦੀਆਨ ਦੇ ਵਿੱਚ ਉਹਨਾਂ ਨੇ ਕਬਜ਼ਾ ਕਰ ਲਿਆ। ਅੱਛਾ, ਉਹ ਮਤਲਬ ਜਿਹਦਾ ਜਿੰਨਾ ਜ਼ੋਰ ਚੱਲਿਆ ਉਹਨਾਂ ਚਲਾ ਲਿਆ। ਜਿਹਦਾ ਜਿੱਥੇ ਜ਼ੋਰ ਚੱਲਿਆ ਉਹਨੇ ਉਹ ਕਰ ਲਿਆ। ਹਾਂਜੀ, ਉਹ ਮਸਜਿਦ ਉਹਨਾਂ ਕੋਲ ਹੀ ਸੀ। ਤੇ ਮੈਨੂੰ ਨਹੀਂ ਉੱਥੇ ਕੋਈ ਫੁੱਟਪ੍ਰਿੰਟਸ ਉਹਨਾਂ ਦੇ ਮਿਲ ਰਹੇ, ਜਾਂ ਮੈਂ ਕੋਈ ਤਹਿਕੀਕ ਕੀਤੀ ਹੈ ਜਾਂ ਕੋਈ ਦੋਸਤਾਂ ਨੂੰ ਪੁੱਛਿਆ। ਉਹ ਮੇਰੇ ਖਿਆਲ 'ਚ ਖਤਮ ਹੀ ਹੋ ਗਏ ਨੇ ਹੁਣ। ਨਹੀਂ ਇਹ ਗੱਲ ਉਹਨਾਂ ਕੋਲ ਤੇ ਬੜਾ ਨਾਰਾਜ਼ ਹੁੰਦੇ ਨੇ ਲਾਹੌਰੀ। ਲੇਕਿਨ ਮੈਂ ਬਹਿਰਹਾਲ ਤੁਸੀਂ ਚੁੱਕੇ ਹੁਣ ਉਠਾਇਆ ਮੁੱਦਾ ਤੇ ਮੈਂ ਪਤਾ ਕਰਾਂਗਾ ਹੁਣ ਕਿ ਵੀ ਅਗਰ ਮੇਰੀ ਕਿਸੇ ਲਾਹੌਰੀ ਦੋਸਤ ਨਾਲ ਗੱਲ ਹੋਏ। ਹਾਂਜੀ ਹਾਂ ਕਿ ਵੀ ਕਿੱਥੇ ਕੀ ਤੁਹਾਡਾ ਮਰਕਜ਼ ਹੈ, ਕੌਣ ਹੈ ਤੁਹਾਡਾ ਅਮੀਰ ਔਰ ਕਿਤਨੇ ਲੋਕ ਨੇ, ਅਗਰ ਉਹ ਦੱਸਣ ਇਸ ਚੀਜ਼ ਨੂੰ। ਜਿਹੜੇ ਐਕਟਿਵ ਹੈ 2 ਜਮਾਤ ਅਹਿਮਦੀਆ ਦੇ ਵਿੱਚੋਂ ਜਾਂ
ਅੱਗੋਂ ਜਿਹੜੇ ਆਫਸ਼ੂਟਸ ਕਹਿ ਲਓ ਜਮਾਤੇ ਅਹਿਮਦੀਆ ਦੇ ਨੇ, ਜੀ ਉਹਨਾਂ ਦੇ ਵਿੱਚ ਐਕਟਿਵ ਤੇ ਸਿਰਫ ਜੰਬਾ ਸਾਹਿਬ ਹੀ ਨੇ ਅੱਜ ਕੱਲ, ਜਾਂ ਇੱਕ ਹਾਂਜੀ ਮੈਨੂੰ ਮਿਰਜ਼ਾ ਕੀ ਨਾਮ ਹੈ ਉਹਨਾਂ ਦਾ, ਮਿਰਜ਼ਾ ਰਫੀ ਅਹਿਮਦ ਸਾਹਿਬ, ਹਜ਼ਰਤ ਮਿਰਜ਼ਾ ਰਫੀ ਅਹਿਮਦ ਸਾਹਿਬ, ਹਾਂਜੀ ਉਹਨਾਂ ਦਾ ਸੀ ਇੱਕ ਉਹ ਆਪਣੇ ਆਪ ਨੂੰ ਖਾਦਮੇ ਵਾਲਾ ਮੇਰੇ ਖਿਆਲ ਕਹਿੰਦਾ ਉਹ, ਜਾਂ ਹਾਂ ਖਾਦਮ। ਹਾਂ ਨਹੀਂ ਮਿਰਜ਼ਾ ਉਹਨਾਂ ਰਫੀ ਅਹਿਮਦ ਸਾਹਿਬ ਨੇ ਤਾਂ ਕੋਈ ਜਮਾਤ ਨਹੀਂ ਬਣਾਈ ਨਾ ਉਹਨਾਂ ਨਹੀਂ ਨੇ ਕੋਈ ਬਣਾਈ, ਦਾਅਵਾ ਮੈਂ ਕੀਤਾ। ਉਹੀ ਤੁਹਾਨੂੰ ਦੱਸਣ ਲੱਗਾ। ਉਹਨਾਂ ਹਾਂ ਦਾ ਜਿਹੜਾ ਨਾ ਜਦੋਂ ਵਫਾਤ ਤੋਂ ਬਾਅਦ ਹੂੰ ਉਹਨਾਂ ਦੇ ਉਹਦਾ ਨਾਮ ਹੈ ਗੁਲਾਮ ਅਹਿਮਦ ਨਾਮ ਗ੍ਰੀਨ ਉਹਨਾਂ ਦਾ, ਅਹਿਮਦੀਅਤ। ਸਰਸਬਜ਼ ਅਹਿਮਦ ਗ੍ਰੀਨ ਅਹਿਮਦੀਅਤ। ਹਾਂ ਉਹਨਾਂ ਨੇ ਵੀ ਵਫਾਤ ਤੋਂ ਬਾਅਦ ਬਣਾਈ ਹੈ, ਔਰ ਵੈਬਸਾਈਟ ਹਾਂ ਉਹਨਾਂ ਨੇ ਇੱਕ ਹਾਂ ਲਾਂਚ ਕੀਤੀ ਤੇ ਔਰ ਉਹਨਾਂ ਦੇ ਮੈਂਸ਼ਨ ਵੀ ਮੈਂ ਵਗੈਰਾ ਪੜ੍ਹੇ ਆ, ਸਾਰਾ। ਉਹ ਵੀ ਇਹੀ ਕਹਿੰਦੇ ਨੇ ਕਿ ਮੈਂ ਕੋਈ ਜਮਾਤ ਨਹੀਂ, ਜਾਂ ਮੈਂ ਕੋਈ ਮਾਮੂਰੀਅਤ ਦਾ ਮੇਰਾ ਕੋਈ ਨਹੀਂ ਹੈ ਦਾਵਾ ਨਹੀਂ ਜਾਂ ਉਹਨਾਂ ਦਾ ਕੁਝ। ਨਹੀਂ ਹੈ, ਲੇਕਿਨ ਹਾਂ ਉਹ ਸਿਰਫ ਇੱਕ ਦਾਵਾ ਰੱਖਦੇ ਨੇ ਕਿ ਜਿਹੜੇ ਅਯੂਬੇ ਅਹਿਮਦੀਅਤ ਸਨ ਉਹ ਜੀ ਮਿਰਜ਼ਾ ਰਫੀ ਸਾਹਿਬ ਸਨ। ਹਾਂ ਅਯੂਬੇ ਅਹਿਮਦੀਅਤ ਕੀ ਹੁੰਦੀ ਹੈ ਸਾਹਿਬ ਆਪਣਾ ਖਾਨ ਸਾਹਿਬ? ਹਲੀਮ ਸਾਹਿਬ, ਉਹ ਜਿਹੜੇ ਹਾਂਜੀ, ਜ਼ਾਹਿਦ ਖਾਨ ਸਾਹਿਬ ਨੇ ਉਹ ਵੀ ਤੇ ਤੁਹਾਡੀ ਜਮਾਤ ਉਹ ਚ ਨਹੀਂ ਨੇ? ਨਹੀਂ ਨਹੀਂ ਨਹੀਂ, ਨਹੀਂ ਨਹੀਂ ਉਹਦਾ ਮੁਫਤੀ ਜਮਾਤ ਮੁਬਸ਼ਰ ਨਾਲ ਕੋਈ ਸ਼ਾਹ, ਤਾਲੁਕ ਨਹੀਂ। ਉਹ ਮੈਂ ਤੁਹਾਨੂੰ ਦੱਸਣਾ ਵਾ। ਹਾਂਜੀ ਮੁਫਤੀ ਮੁਬਸ਼ਰ ਸ਼ਾਹ ਸਾਹਿਬ ਦਾ ਫੈਲਾਇਆ ਹੋਇਆ ਕਿ ਝੂਠ ਹੈ। ਮੁਫਤੀ ਮੁਬਸ਼ਰ ਸ਼ਾਹ ਸਾਹਿਬ ਨੂੰ ਚੰਗੀ ਤਰ੍ਹਾਂ ਪਤਾ ਉਹ ਬੰਦੇ ਦੇ ਅਹਿਮਦੀਅਤ ਜਮਾਤ ਨਾਲ ਕੋਈ ਤਲਕ ਨਹੀਂ ਸੀ ਹੈ। YouTube ਚੈਨਲ ਚਲੇ ਜਿਓ, ਗੌਰ ਨਾਲ ਮੇਰੀ ਗੱਲ ਸੁਣਿਓ, ਹੁਣ ਕੋਈ ਮਤਲਬ ਸੁਣਿਓ, ਕਿਉਂਕਿ ਤੁਹਾਡੇ ਦੋਸਤ ਨੇ, ਬੜੇ ਲੋਕਾਂ ਦੇ ਦੋਸਤ ਹੋਣਗੇ ਮੁਫਤੀ ਸਾਹਿਬ। ਮੈਂ ਮੁਫਤੀ ਸਾਹਿਬ ਨੂੰ ਕਈ ਦਫਾ ਕਿਹਾ, ਮੁਫਤੀ ਸਾਹਿਬ ਤੁਸੀਂ ਇਹ ਕੰਮ ਨਾ ਕਰੋ, ਇਹ ਇਸ ਤਰ੍ਹਾਂ ਨਹੀਂ ਮੁਨਾਸਬ ਹੈ, ਇਹ ਉਲਟਾ ਅਸਰ ਜਾਏਗਾ। YouTube ਚੈਨਲ ਖੋਲ ਲਓ, ਜ਼ਾਹਿਦ ਖਾਨ ਸਰਚ ਕਰ ਲਓ, ਇਹ ਜਿੰਨੇ ਵੀ ਮਨਾਜ਼ਰੇ ਨੇ ਨਾ ਮੁਫਤੀ ਮੁਬਸ਼ਰ ਸ਼ਾਹ ਸਾਹਿਬ ਦੇ ਉਹਨਾਂ ਦੇ ਨਾਲ, ਸਭ ਦੇ ਥੱਲੇ ਲਿਖਿਆ ਜੀ ਕਾਦੀਆਨੀ ਨਬੀ, ਕਾਦੀਆਨੀ ਨਬੀ, ਹਰ ਜਗ੍ਹਾ ਤੇ ਕਾਦੀਆਨ। ਉਹਨਾਂ ਦਾ ਤਲਕ ਹੀ ਨਹੀਂ ਹੈ ਜਮਾਤ ਦੇ ਨਾਲ ਕੋਈ ਵੀ, ਲੇਕਿਨ ਇਸ ਤਰ੍ਹਾਂ ਜੋ ਪ੍ਰੋਪੇਗੈਂਡਾ ਕਰਦੇ ਹੋ, ਇਸ ਕਦਰ ਝੂਠ ਬੋਲਦੇ ਹੋ, ਤੁਹਾਡੀ ਕੋਈ ਸਹੀ ਗੱਲ ਬੰਦਾ ਵੀ ਨਹੀਂ ਸੁਣਦਾ। ਇਹ ਗੱਲ ਮੈਂ ਪਹਿਲੇ ਵੀ ਕਰ ਚੁੱਕਿਆ, ਮੈਂ ਕੋਈ ਨਵੀਂ ਤੁਹਾਡੀ ਗੱਲ ਗੱਲ ਨਹੀਂ। ਸਹੀ ਹੈ, ਮੁਫਤੀ ਮੁਬਸ਼ਰ ਸਾਹਿਬ ਨੇ ਬਿਲਕੁਲ ਗਲਤ ਗੱਲ ਕੀਤੀ ਹੈ, ਉਹਨਾਂ ਨੂੰ ਪਤਾ ਵੀ ਹੈ, ਲੇਕਿਨ ਹਾਂਜੀ, ਜਾਣਦੇ ਬੁੱਝਦੇ ਹੋਏ ਫਿਰ ਇਹ ਉਹ ਬੜਾ ਗਲਤ ਪੁਰਾਣਾ ਬਿਆਨੀ ਜਾਣਦੇ, ਕਰਨਾ ਉਹਨਾਂ ਨਾ ਨੂੰ ਜਾਣ ਕੇ ਮੁਨਾਸਬ ਕਹਿੰਦੇ ਨਹੀਂ। ਨੇ, ਜਾਣ ਕੇ ਕਹਿਣਗੇ ਕਾਦੀਆਨੀ ਨਬੀ, ਹਾਂ ਕਾਦੀਆਨੀ ਹਾਂ ਨਬੀ। ਜਨਾਬ ਉਹਨਾਂ ਦਾ ਜਮਾਤੇ ਅਹਿਮਦੀਆ ਦੇ ਨਾਲ, ਨਾ ਜੰਬਾ ਸਾਹਿਬ ਦੇ ਨਾਲ, ਨਾ ਲਾਹੌਰੀ ਗਰੁੱਪ ਦੇ ਨਾਲ ਕੋਈ ਤਲਕ ਨਹੀਂ ਕਦੀ ਵੀ ਕੋਈ ਰਿਹਾ। ਤਾਲੁਕ ਨਹੀਂ। ਹਾਂ ਬਿਲਕੁਲ ਨਹੀਂ, ਉਹਨਾਂ ਦੇ ਤੁਹਾਨੂੰ ਦੇਖੋ ਨਾ, ਉਹਨਾਂ ਦੇ ਆਈਡੀਆ ਸੀ, ਅਕੀਦਾ ਹੀ ਬਿਲਕੁਲ ਡਿਫਰੈਂਟ ਉਹਨਾਂ ਦਾ। ਹਾਂਜੀ, ਉਹ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਕਦੀ ਕਦੀ ਨਾ, ਹਾਂ ਉਹ ਨੇ ਮਸੀਹੁ ਜ਼ਮਾ ਆਪਣੇ ਹਾਂ ਆਪ ਨੂੰ ਕਲੇਮ ਆਪਣੇ ਕਰਦੇ, ਆਪ ਮੇਰੀ ਨੂੰ ਉਹਨਾਂ ਨਾਲ ਕਹਿੰਦੇ ਗੱਲ ਨੇ। ਹੁੰਦੀ ਹੈ। अस्सलाम वालेकुम टू सिकर साहब की हाल है, ठीक हो? ਔਰ ਦੂਸਰੇ ਕਿ ਦੇਖੋ ਨਾ, ਵਾਲੇਕੁਮ ਜ਼ਾਹਿਦ ਖਾਨ ਸਾਹਿਬ ਦਾ ਕਹਿੰਦੇ ਨੇ ਕਿ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਨੌਜ਼ ਬਿल्ला ਉਹ ਮਤਲਬ ਜੰਗ ਕਰਨ ਵਾਲੇ ਸ਼ਖਸ ਸੀ, ਇੱਕ ਮਤਲਬ ਦਹਿਸ਼ਤਗਰਦ ਸੀ। ਤੇ ਮਤਲਬ ਐਸਾ ਬਿਲਾ ਸ਼ਖਸ ਇਸਲਾਮ ਮੁਸਲਮਾਨ ਕਿਵੇਂ ਹੋ ਸਕਦਾ ਜਿਹੜਾ ਇਹ ਕਹਿੰਦਾ ਹੈ? ਨਹੀਂ 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 ਨਹੀਂ, ਉਹਨਾਂ ਦਾ ਵਾਜ਼ਿਹ ਅਕੀਦਾ ਇਹ ਵੈ, ਉਹਨਾਂ ਦਾ ਵਾਜ਼ਿਹ ਅਕੀਦਾ ਵੈ ਕਿ ਉਹ ਕਿਸੇ ਵੀ ਦੀਨ ਨਾਲ, ਜਿਹੜੇ ਪੁਰਾਣੇ ਦੀਨ ਨੇ ਉਹਨਾਂ ਹਾਂ ਨੂੰ ਉਹ ਐਕਸਪਾਇਰ ਕਰ ਚੁੱਕੇ ਨੇ, ਹਾਂ ਨੌਜ਼ ਮਨਸੂਖ ਬਿਲਾ ਕਰ ਉਹ ਨਹੀਂ ਦਿੱਤਾ। ਮੰਨਦੇ, ਹਾਂ ਮਨਸੂਖ ਆ, ਉਹ ਕੁਝ ਬਿਲਕੁਲ। ਨਹੀਂ ਮੰਨਦੇ। ਉਹ ਹਾਂ ਸਿਰਫ ਇੱਕ ਨਬੀ ਮੰਨਦੇ ਨੇ, ਉਹ ਕਹਿੰਦੇ ਨੇ ਅੱਗੋਂ ਵੀ ਮਜ਼ੀਦ ਨਬੀ ਆ ਰਹੇ ਨੇ, ਉਹ ਨਬੀਆਂ ਨਾਲ ਮੁਲਾਕਾਤਾਂ ਹੁੰਦੀਆਂ ਨੇ। ਹਾਂ ਹੈਦਰ ਬੜਾਈ ਔਰ ਸਾਹਿਬ ਨੇ ਗੱਲ ਦੂਸਰੇ ਕੀਤੀ ਸੀ ਉਹਨਾਂ ਦਾ ਭਲਾ। ਇਹ ਅਕੀਦਾ ਹੈ ਜਿਹੜਾ ਬੜਾ ਮੁਸਲਮਾਨਾਂ ਦੇ ਬਿਲਕੁਲ ਅਕੀਦੇ ਦੇ ਖਿਲਾਫ ਹੈ ਕਿ ਹਜ਼ਰਤ ਮੁਹੰਮਦ ਜਿਹੜਾ ਕੁਰਾਨ ਮਜੀਦ ਸੀ ਨਾ, ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਸੇ ਨਾਜ਼ਲ ਨਹੀਂ ਸੀ ਹੋਇਆ, ਬਲਕਿ ਉਹਨਾਂ ਨੇ ਹਜ਼ਰਤ ਜਿਬਰੀਲ ਨਾਲ ਮਿਲੀ ਭਗਤ ਕਰਕੇ ਲਿਖਿਆ ਸੀ। ਜੀ ਯਾਨੀ ਇਹ ਅੱਛਾ, ਇਸਲਾਮ ਦੇ ਬਿਲਕੁਲ ਖਿਲਾਫ ਅਕੀਦੇ ਉਹਨਾਂ ਦੇ ਨਹੀਂ ਨਹੀਂ, ਨੇ। ਬਿਲਕੁਲ ਖਿਲਾਫ, ਬਿਲਕੁਲ ਖਿਲਾਫ। ਹਾਂ ਮੈਂ ਇੰਟਰਵਿਊ ਕੀਤਾ ਵੈ ਉਹਨਾਂ ਦੇ ਨਾ, ਇੱਕ ਹਾਂ ਮੁਖਤਲਿਫ ਅੰਬੀਆ ਦੇ ਵਿੱਚੋਂ ਇੱਕ ਨਬੀ ਨੇ, ਅਤਰ ਖਾਨ ਸਾਹਿਬ ਮੇਰੇ ਨਾਲ ਰਾਬਤੇ 'ਚ ਨੇ, ਉਹ ਮੈਨੂੰ ਰੋਜ਼ ਕੁਛ ਨਾ ਕੁਛ ਭੇਜਦੇ ਰਹਿੰਦੇ ਨੇ, ਹਾਂ ਔਰ ਮੇਰੇ ਨਾਲ ਗੱਲਬਾਤ ਵੀ ਅਸਲਾਮ ਅਲੈਕੁਮ ਉਹ ਰਹਿੰਦੇ ਰਹਿੰਦੇ ਨੇ। ਉਹ ਕਹਿੰਦੇ ਨੇ ਕਿ ਅੱਲਾ ਕੀ ਆਪ ਪਰ ਸਲਾਮਤੀ ਹੋ। ਜਦੋਂ ਵੀ ਗੱਲ ਕਰਦੇ ਨਾ, ਉਹ ਮੈਸੇਜ ਵੀ ਇਹੀ ਕਰਦੇ ਰਹਿੰਦੇ ਨੇ ਕਿ ਅਲੀਮ ਸਾਹਿਬ ਅੱਲਾ ਕੀ ਆਪ ਪਰ ਸਲਾਮਤੀ ਹੋ। ਹਾਂ ਹਾਂ ਤੋ ਮੈਂ ਅੱਛੀ ਤਰ੍ਹਾਂ ਨਾਲ ਰਾਬਤੇ 'ਚ, ਮੈਂ ਬੜਾ ਉਹਨਾਂ ਨੂੰ ਹਾਂ ਸੁਣਿਆ, ਬਲਕਿ ਟਿਕਟੋਕ ਹਾਂ ਉੱਤੇ ਵੀ ਇੰਟਰਵਿਊ ਕੀਤਾ। ਹੈਦਰ ਨਹੀਂ ਬੜਾਈ ਸਾਹਿਬ ਨੇ ਅਸਲ ਭਲਾ ਇਹ ਬਾਤ ਗੱਲ ਹੈ ਕੀਤੀ ਸੀ। ਕਿ ਜਦੋਂ ਕਹਿੰਦੇ ਨਾ ਅੱਲਾ ਵੀ ਆਪ ਪਰ ਸਲਾਮਤੀ ਹੋ, ਤਾਂ ਅੱਲਾ ਕੌਣ ਹੈ ਜਿਹਦੀ ਉਹਨਾਂ ਨੇ ਤਸਵੀਰ ਬਣਾਈ ਹੈ? ਟੱਟੀ ਪਿਸ਼ਾਬ ਕਰਨ ਵਾਲਾ ਉਹਨਾਂ ਦਾ ਅੱਲਾ ਹੈ। ਜੀ ਮੈਂ ਇਹ ਗੱਲ ਜਿਹੜਾ ਕੀਤੀ ਸੀ ਤੇ ਜਿਹੜਾ ਮੈਂ ਉਹਨਾਂ ਮੈਨੂੰ ਨੇ ਗੱਲ ਦੱਸੋ, ਮਤਲਬ ਮੈਨੂੰ ਗੱਲ ਦੱਸਿਓ ਨਾ, ਹਾਂ ਚੌਹਾਨ ਸਾਹਿਬ 1 ਮਿੰਟ ਦਿਓ ਉਹਦਾ। ਜੀ ਹੈਦਰ ਜੀ ਬੜਾਈ ਸਾਹਿਬ, ਤੁਹਾਡੇ ਲੋਕਾਂ ਦਾ ਇੱਕ ਆਲਮ ਹੈ, ਤੁਹਾਡੇ ਉਲਮਾ ਦੇ ਵਿੱਚੋਂ ਇੱਕ ਆਲਮ ਹੈ ਜਿਹੜਾ ਕਿ ਬਹੁਤ ਮੋਤਬਰ ਹੈ, ਬਹੁਤ ਪੁਰਾਣਾ ਮੁਜਾਹਿਦ ਖਤਮ ਨਬੂਵਤ ਦਾ, ਉਹਨੂੰ ਪਤਾ ਵੀ ਉਹ ਕਾਦੀਆਨੀ ਨਹੀਂ ਹੈ, ਹਾਂ ਫੇਰ ਵੀ ਉਹ ਯੂਜ਼ ਕਰ ਰਿਹਾ ਕਾਦੀਆਨੀ ਨਬੀ, ਕਾਦੀਆਨੀ ਨਬੀ। ਮੈਂ ਕਿਹਾ ਵੀ ਇਹ ਕਾਦੀਆਨੀ ਨਬੀ ਨਹੀਂ ਹੈ, ਹਾਂ ਇਹ बददियानती है कि नहीं है? हाँ गलत बयानी है बिल्कुल। अजी देखिए अक्सर हुई जाती हैं जिस तरह के खुद आपके बानी जमात ने अपनी किताबों के अंदर कुरान और हदीस पे शायद कुछ 2000 के करीब झूठ बोले हुए हैं, पूरी किताब लिखी है लोगों ने। एक गलत, अगर आप कह रहे हैं कि ये गलत है वो भी गलत है, ये क्या बात कर रहे हैं? वो तो फोत हो चुके, बंदा जिंदा है, अभी हम कह रहे हैं कि भाई मिटाओ, हम तो कह रहे हैं मिटाओ, अभी जिंदा बंदा है, मौजूद है, हमारे पास आता है,
اس کو کہو بھائی یہ جھوٹ مت بولو. آپ ڈیفینڈ کر رہے ہیں ایک جھوٹ کو بھی. رائل مغل صاحب ایسے نہیں بات ہوتی. میں نے بھی کہا ہوا ہے, ان کے چینل پہ جا کے دیکھ لیں, واضح طور پہ لکھا ہوا ہے قادیانی نبی, قادیانی نبی, قادیانی نبی, ہر جگہ پہ قادیانی نبی. زاہد خان کا تعلق ہی نہیں ہے نہ کبھی جماعت سے, نہ لاہوریوں سے, نہ جمبا صاحب سے, نہ کسی کسی طرف. یہ غلط کام ہوتا ہے, اس کو پلیز مت کیا کیجیے. آپ کے علماء کرام سے درخواست ہے, آپ کے علماء کرام باز آئیں اور اس طرح کے کام مت کریں. اس سے آپ کی کریڈیبلٹی کو, آپ کی ختم نبوت کو نقصان پہنچتا ہے. اب جو بندہ بڑے اچھی طرح اپنی بات سنتا ہے اور وہ ختم نبوت کے مجاہد کو دیکھے گا, وہ ایک عالم ہے بہت بڑا, سب سے پرانا, وہ جھوٹ بولی جا رہا ہے, لگاتار بہتان بازی کر رہا ہے, تو کیسے آپ بھی بات مانے گا؟ اچھا یہ کہہ رہا ہوں نا کہ آپ کے بانی جماعت نے جو قرآن و حدیث پہ جھوٹ بولے ہیں اس پہ آپ کچھ نہیں کہتے یار جی یہ نہیں کرنا آپ چاہیے مانتے تھا ہیں ہم ان کی بات؟ کو. اتنے جھوٹ بولے کہ علمان والا فیس. روہیل مغل مغل صاحب آپ صاحب ان کی بات مانتے ہیں؟ ایک منٹ بریک لگائے ان کی سارے بات دوست, مانتے ہیں نا؟ ایک منٹ بریک لگائے سارے دوست. عمر بھائی کچھ کہنا چاہ رہے ہیں. میں یہ پوچھنا چاہ رہا ہوں کہ لیم صاحب, زاہد خان کے بارے میں کیا آپ کا خیال ہے کہ وہ جماعت احمدیہ سے بھی تعلق نہیں رکھتا, مسلمانوں سے ویسے اس کا تعلق نہیں, تو پھر وہ کیا ہے, وہ کس مذہب سے؟ کوئی مذہب نہیں ہے ان کا, کوئی مذہب نہیں. آپ کی ملحد ہے. بات, وہ ملحد بھی نہیں ہے خود کو کہتے, ہاں وہ خود کو مسیح الزمان کہتے ہیں. وہ خود کو مسلمان کہتا ہے؟ نہیں نہیں نہیں, مسلمان نہیں ہے وہ. اگر کہے تو, اگر کہے تو کیا مطلب؟ اگر اس کہتا ہی نے نہیں خود ہے کو مسلمان کہا ہو یا کہے تو آپ تو اس کو کہتا رہے, مسلمان مانیں گے؟ نہیں نہیں, میرا کیا لینا دینا اس سے بھائی؟ نہیں, آپ مانیں گے مسلمان ہیں؟ میں کیوں مانوں گا؟ طارق صاحب آپ مانیں گے؟ میرے نام طارق ماننے جان والے صاحب, سے کیا ہوتا ہے؟ مسلمانوں والے تو کیسے مانیں گے؟ عقائد مسلمانوں والے نہیں, اگر وہ خود مسلمان کہے بھی تو بھی آپ اس کو مسلمان نہیں مانیں گے نا؟ ہاں جی ہاں نہیں جی, مانیں گے. میرا ہمارا لینا دینا کیا اس کے ساتھ ہے, بات تو یہ ہے. نہیں وہ ٹھیک ہے. ٹروتھ سیکر صاحب, اگر زاہد کذاب خود کو مسلمان کہے, آپ اس کو مسلمان مانیں گے؟ کوئی بندہ خود کو مسلمان کیوں کہے گا جب وہ لا الہ الا اللہ محمد رسول اللہ نہیں پڑھتا, تو کیوں کہے اگر گا؟ وہ ہاں, کہے, کسی وہ کو کیا کہتا ہے, شوق ہے, خبریں ٹھیک جو کرے گا نا, وہ پھر ہی کہے گا کرسچن نا. ہے, جو یہودی ہے, جو بھی ہے, اس کو کیا شوق ہے وہ اپنے آپ کو مسلمان کہے؟ بھائی اچھا وہ اگر کرسچن ٹرمپ نہیں کہے تو مانیں کہلواتا گے؟ خود کو, وہ خود ٹرمپ کو کہہ رہا ہے میں کرسچن مسلمان نہیں. ہوں, کیا یہ کریں گے؟ بات ہی بڑی عجیب سی ہے کہ ایک بندہ جو ہے وہ اسلام لا الہ الا اللہ محمد رسول اللہ کلمہ نہیں پڑھتا تو مسلمان کیوں کہے گا؟ اگر وہ کہتا وہ ہے جھوٹ تو آپ کہے تو مان لیں گے اس کو؟ وہ کلمہ پڑھتا ہے, وہ کہتا ہے کہ میں مسلمان ہوں. اگر میں منہ سے کہے آپ تو سے نہیں مانیں گے. میں نہیں, پیش آپ کروں گا. ایسا سوال کرتے ہیں جس کی کوئی بیس نہیں ہوتی. میں وہ آپ جو سوال کرتے ہیں اس کی بیس ہوتی ہے کہ عیسیٰ علیہ السلام جب آئیں گے تو پھر وہ کیسے, ان کو وہ ملکوں کا ویزا کیسے ملے گا, وہ کیسے نازل ہوں گے, آپ کی کوئی بیس ہوتی ہے کیا؟ ایک لوگ پتھر جو بندے ایک عیسیٰ علیہ مردہ السلام کا پتھر انکار زندہ ہو کر گیا دیں تو آپ گے, کیا کریں گے؟ اب میں اس کا کیا جواب دوں؟ آپ کہتے ہیں نا ایک اگر عیسیٰ ایک علیہ ایک السلام کے ایک آنے پر مردہ کرسی کھڑی ہو کے کہے کہ میں سیکر انسان ہوں, صاحب نہایت تو آپ خوبصورتی اس سے کو وہ بات انسان کر مان رہے لیں ہیں, گے؟ خوبصورتی سے انہوں نے بات گھما لی ہے. میں بات کر رہا ہوں, ایک میں آپ کے بہت بڑے عالم جو ہیں وہ میں جھوٹ پوچھ باندھ رہے رہا ہیں ہوں, لگاتار ہم پہ. وہ بھائی ان کا بھی چیک کر لیں گے, مجھے نہیں پتا اس بات کا, اس کو بار بار نہ کریں. آپ یہ بتائیں کہ اگر کوئی بندہ یہ کہے کہ عیسیٰ علیہ السلام کے آنے پر جو لوگ انکار کریں گے, اگر کسی بندے نے انکار کیا تو آپ اس کو مسلمان مانیں گے, اس کی بیس ہے اس سوال کی کوئی؟ اسلام ہے لا الہ الا اللہ محمد رسول اللہ, ٹھیک ہے. جو یہ اپنے آپ کو آپ کو مسلمان کہے, مسلمان وہی کہے گا جو اپنے آپ کو مسلمان سمجھتا ہے. جو اپنے آپ کو مسلمان وہ سمجھتا اپنے ہے آپ وہ کو مسلمان کیوں مسلمان کہے؟ سمجھتا ہے, وہ اپنے آپ کو اگر مسلمان سمجھتا ہے, ثبوت میں پیش کر دوں, آپ اس کو مسلمان مان لیں گے؟ اگر تو وہ لا الہ الا اللہ محمد رسول اللہ کہہ کے اور مسلمان سمجھتا ہے تو پھر ہمیں, اگر وہ کلمہ پڑھ رہا ہے تو کسی بھی کلمہ گو پہ ہم شک نہیں, ہمیں یہ نہیں کہہ سکتے کہ وہ مسلمان نہیں ہے. ہاں ہاں ہاں, شاباش شاباش, آ جاؤ راہ پر لے تو آئے ہیں, اس سے باتوں ہی باتوں میں مان ہی عامر جائے بھائی گا مجھے دل کے ایک منٹ چاہیے. اس نے یہ بھی کہا کہ مرزا صاحب میرے ہاتھ پہ بیعت ہو گئے ہیں, یہ ان کو پتا ہے لیم صاحب کو کہ نہیں پتا؟ ظاہر نہیں کہا ہے وہ کہ باقی مجھے باتیں مرزا بھی صاحب میرے ہاتھ. باقی باتیں بھی ایک ایک کر کے پیش کریں گے نا. پہلے یہ فیصلہ کرنے دیں کہ اگر وہ خود کو مسلمان کہے اور وہ کہے کہ میں مسلمان ہوں, اسلام میرا مذہب ہے, اسلام میرا دین ہے, آپ اس کو مسلمان مانیں گے؟ فَبُہِتَ الَّذِي كَفَرَ
एक बंदा कलमा ही नहीं पढ़ रहा तो वो मुसलमान क्यों, उसको मुसलमान कहने का शौक क्यों होगा? ओ भाई कलमा पढ़ उसका रहा है तो नहीं उसका पढ़ तो रहा, वो तो कहता है कि वो एक किस्म का खुदा से मिलके आया हुआ है और खुद भी एक किस्म का खुदाई का थोड़ा सा दावा है उसका, तो वो मुसलमान वो कैसे हो कह रहा है अपने आप को? ओ बात तो सुनो ना जी, आपने उसके कायद चेक करके फैसला करना है कि वो मुसलमान है कि नहीं, नहीं या उसकी जुबान पर। मैं ये कह रहा हूँ कि वो मानता ही नहीं है इस चीज को, तो वो क्यों खुद उसको अगर क्यों मान शौक है जाए, मुसलमान? अगर मैं उसकी कोई सबूत वीडियो पेश कर दूं, वो कहे कि मैं मुसलमान हूँ, इस्लाम मेरा दीन है, आप मान लेंगे? और भाई कहाँ से कहीं से पकड़ के आप वीडियो पेश करना, यही तो आप करते रहते हैं। किस वक्त नहीं क्या नहीं, वो belief और था, सेंस किस में वक्त कहता है, वो क्या कहता रहता है, क्या वो कहता सोच है थी सबका दीन एक ही है, वक्त वो के इस साथ सेंस में कहता है। साथ अब क्या सोच रहा है वो तो, तो ये साहब ऐसा वीडियो पेश कर देना, वो कहता पूरी रहता बात है। आप करते ओ नहीं, भाई आधी बात हो जाती है। सवाल तो बहुत सिंपल है। सवाल सिंपल है, आप बात है वो जो सीधी हो, ठीक है? अगर आप एक बंदा कलमा नहीं पढ़ता तो अपने आप को, उसको क्या शौक है कि वो कहे कि मैं मुसलमान हूँ? अगर वो कहे तो आप नहीं मानेंगे ना? जिसको मुसलमान होने का शौक है तो वो जाहिरी बात है ला इलाहा इल्लल्लाह मोहम्मद रसूलुल्लाह पे ईमान लाएगा और फिर शौक से अपने को मुसलमान कहेगा, जी उसको हम तो हम भाई कलमा को ही मुसलमान मानेंगे। नहीं मानते, ऐसे कह लें। ला इलाहा इल्लल्लाह मोहम्मद रसूलुल्लाह पढ़े ना पढ़े, आपको माने मुझे माने किसी को वो अगर खुद को मुसलमान कहे, कोई से भी उसके कायद हो, वो खुद को मुसलमान कहे, आप उसको मुसलमान मानेंगे या उसके कायद चेक करेंगे? क्यों कहेगा? मैं तो एक पत्थर जो है खड़ा होकर बात करने लग पड़े, आप कहेंगे इंसान है, मानेंगे? ये ऐसे भाई सवाल आप बनाते हैं कि बस आपने नहीं ज़हन बनाया में हुआ, आपकी कोई और बात होती है। आपने जो सवाल बनाया हुआ कि ईसा अलैहिस्सलाम के आने पर जो अगर कोई उसका इनकार कर दे ईसा अलैहिस्सलाम का, तो आप उसको मुसलमान मानोगे? इस सवाल की कोई है बुनियाद? आपके खलीफा ने ये सवाल किया हुआ है? वो तो सवाल ये है कि आप कहते हैं कि हजरत मोहम्मद सल्लल्लाहु अलैहि वसल्लम के बाद किसी नबी ने नहीं आना, तो हम पूछते हैं कि फिर हजरत ईसा अलैहिस्सलाम कैसे आएंगे? ये नहीं सवाल, आप एक नबी को लेके आ रहे हैं। आप ये नहीं सवाल कर रहे, आप ये सवाल कर रहे हैं, आपके खलीफा साहब ने किया है कि अगर ईसा अलैहिस्सलाम आ गए, किसी ने उनका इनकार कर दिया, आप उसको मुसलमान मानोगे? हाँ जी, एक बंदे से ये भी तो आप लोगों का है ना बिलीव कि जब मसीह और मेहदी आएगा, अगर उस पे मान लाना जरूरी है ना, ये आप लोग मानते हैं? ये आप लोगों से पूछा जा रहा है। हाँ जी, तो कोई इसकी बेस है कोई? भाई आपसे पूछा जा रहा है ना कि इसकी जो कोई मसीह और बेस मेहदी है ना इसकी पॉसिबिलिटी है। सवाल का जवाब फिर दो ना, लोगों से सवाल करते हो तो जी भी पता आप नहीं इस किस सवाल बात का पे जवाब दो, बेस है नहीं है? आप बताओ कि जायद कज़ाब खुद को कहे मुसलमान, खुद को कहे कि मैं मुसलमान हूँ, आप उसको मानोगे या उसके कायद चेक करोगे? बात फिर आप कितनी दफा पूछ रहे हैं वैसे ये सवाल? क्योंकि 10 जवाब 15 नहीं ना दे दफा रहे आप आप। पूछ रहे हैं, ऐसे पता नहीं, ये भी आपके जब थोड़े आप अखलाक जो है ना, इससे भी चिढ़ आती है कि एक चीज को करी जा रहे हैं, रिपीट करी जा रहे हैं, क्योंकि पता नहीं क्या ज़हन में आपके है, पता नहीं क्या जिस एक बुनियाद पर स्कैंडल आप बनाना चाह रहे हैं, उसके लिए पूरी कोशिश कर रहे हैं किसी तरह कोई नुक्ता पकड़ूं तो स्कैंडल बना दूं और बस। ओ भाई स्कैंडल तो बना लेंगे जब आप जवाब देंगे, हिम्मत करें जवाब दें, उसके कायद चेक करोगे या उसकी जवाब दे जुबान दिया पर है, भरोसा करोगे? कितनी दफा जवाब दें आपको? अगर कोई जवाब दिया बंदा तो है। कहता है कि मैं मुसलमान हूँ, उसकी जुबान पे एतबार करना चाहिए या उसके कायद चेक करना चाहिए? आप किसी और से पूछ ले, अगर कोई और इंटरेस्टेड है तो वो जवाब दे दे, मैं आई एम नो मोर इंटरेस्टेड। चलो आपके ऐजल नाराज हो गए हैं, अभी तो आपने मुंह बंद करने हैं इनके दलाल दे दे के। हैदर साहब आप भी थोड़ा सा अपना देखें ना कि कितनी दफा मैंने जवाब दिया है। आपने आपने ये बार बार वही सवाल, बार बार वही सवाल, अच्छा अजीब सा चलिए एक लगता है दफा आप बता दें, बंदे को। जवाब अपना बता दें, एक दफा हाँ या ना में जवाब बता दें। मैं बता चुका हूँ जी, मैं जवाब आप नहीं ऑलरेडी बता मानेंगे। चुका हूँ। अगर कोई जो अपने आप को मुसलमान मानता ही नहीं है तो वो मुसलमान कहेगा क्यों अपने आप को? तारक साहब आए हैं, मेरा अगर कोई दोस्त आ गया तारक, ये जवाब को देंगे, पढ़ता छोड़ नहीं दे, है, वो अपने वो आप आप मुसलमान नहीं क्यों जवाब, कहेगा? के बंदे हैं अभी जवाब देते हैं। ये नहीं जवाब दे सकते, इनकी बेबसी पर सिर्फ हंसे आप। जवाब दे दिया अगर है। कोई बंदा तारक साहब खुद को कहे मैं मुसलमान आपका हूँ, स्कैंडल नहीं बन पा रहा, वो आप स्कैंडल नबूवत का बनाना चाह दावा रहे हैं, वो बन करता नहीं पा है। बस सुन लिया जनाब, सुन लिया। अस्सलाम वालेकुम। वालेकुम सलाम। मैं आ ਗਿਆ ਤੁਹਾਡੀਆਂ એનર્ਜੀਆਂ ਬਚਾਉਣ। ਬਚਾਓ ਬਚਾਓ, ਐਵੇਂ ਸਾਡੇ ਦਿਮਾਗ ਦਾ ਦਹੀਂ ਬਣਾਉਣ ਲੱਗੇ ਨੇ। हाँ, अगर नहीं, जायद नहीं। कज़ाब आके मैं मुसलमान हाँ,
ਤੁਸੀਂ ਉਹਦੀ ਗੱਲ ਤੇ ਇਤਬਾਰ ਕਰ ਲੋਗੇ ਜਾਂ ਉਹਦਾ ਅਕੀਦਾ ਚੈੱਕ ਕਰਕੇ ਫੈਸਲਾ ਕਰੋਗੇ? ਇੱਥੇ ਦੋ ਚੀਜ਼ਾਂ ਨੇ। ਹੁਣ ਗੱਲ ਮੇਰੀ ਅੱਲਾ ਦੇ ਵਾਸਤੇ ਧਿਆਨ ਨਾਲ ਸੁਣੋ ਸਾਰੇ ਅਹਿਬਾਬ ਜਿਹੜੇ ਦੋਸਤ ਇੱਥੇ ਬੈਠੇ ਨੇ। ਠੀਕ। ਅਸੀਂ ਜਿਹੜੇ ਸਾਡੇ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ, ਤੁਸੀਂ ਉਹਨਾਂ ਨੂੰ ਝੁਠਲਾਇਆ, ਲੇਕਿਨ ਉਹਨਾਂ ਨੇ ਹਜ਼ੂਰ ਨਬੀ ਪਾਕ ਦੀ ਰਸਾਲਤ ਦਾ ਇਨਕਾਰ ਨਹੀਂ ਕੀਤਾ। ਇਸ ਵਾਸਤੇ ਅਸੀਂ ਕਲਮਾ ਤੈਯਬ ਦਾ ਇਨਕਾਰ ਨਹੀਂ ਕੀਤਾ। ਅਸੀਂ ਖੁਦ ਨੂੰ ਆਪਣਾ ਪੱਕਾ ਸੱਚਾ ਪੱਕਾ ਠੱਕਾ ਮੁਸਲਮਾਨ ਸਮਝਦੇ ਹਾਂ। ਤੇ ਜੇ ਉਹ ਹਜ਼ੂਰ ਨਬੀ ਪਾਕ ਦੀ ਰਿਸਾਲਤ ਦਾ ਇਕਰਾਰ ਕਰਦੇ ਆ ਤੇ ਉਹ ਮੁਸਲਮਾਨ ਹੈ, ਤੇ ਜੇ ਇਨਕਾਰ ਕਰਦਾ ਤਾਂ ਫਿਰ ਕੋਈ ਨਹੀਂ, ਭਾਵੇਂ ਮੁਸਲਮਾਨ ਕਹਿੰਦਾ ਰਹੇ। ਬਹੁਤ ਆਲਾ ਇਹ ਗੱਲ ਹੈ, ਬਿਲਕੁਲ ਇੰਜੀ ਆਏ। ਉਹ ਨਹੀਂ ਮੰਨਦਾ। ਉਹ ਸਾਰਿਆਂ ਨਬੀਆਂ ਨੂੰ ਮੰਨੇਗਾ ਤੇ ਆਖੇਗਾ ਮੈਂ ਮੁਸਲਮਾਨ ਹਾਂ, ਪਰ ਮੈਂ ਵੀ ਮੁਦਈਏ ਨਬੂਵਤ ਹਾਂ। ਮੰਨ ਲੋਗੇ ਉਹਨੂੰ ਮੁਸਲਮਾਨ? ਉਹ ਉਹਨਾਂ ਦੀ ਰਸਾਲਤ ਨਹੀਂ ਮੰਨਦਾ। ਮੈਂ ਤੁਹਾਨੂੰ ਆਪਣੇ ਉਹ ਤੁਹਾਨੂੰ ਦੱਸਾਂਗੇ ਅਸੀਂ, ਉਹ ਤੁਹਾਨੂੰ ਅਸੀਂ ਦੱਸਾਂਗੇ ਕੀ ਮੰਨਦਾ ਕੀ ਨਹੀਂ। ਗੱਲ ਸੁਣੋ, ਮੈਂ ਤੁਹਾਨੂੰ ਆਪਣੇ ਵੱਲੋਂ ਉਹ ਫੈਸਲਾ ਜਿਹੜਾ ਮੇਰਾ ਜ਼ਿਹਨ ਮੰਨਦਾ ਕਿ ਮਤਲਬ ਮੇਰਾ ਜ਼ਨ ਹੈ ਕਿ ਹਜ਼ੂਰ ਨਬੀ ਪਾਕ ਦਾ ਇਹੀ ਫੈਸਲਾ ਹੈ। ਜਿਹੜਾ ਹਜ਼ੂਰ ਨਬੀ ਪਾਕ ਦੀ ਰਸਾਲਤ ਦਾ ਇਕਰਾਰ ਕਰਦੇ ਹੋਇਆ ਕੋਈ ਦਾਵਾ ਕਰੇ ਵੀ, ਭਾਵੇਂ ਉਹ ਗਲਤੀ ਤੇ ਹੋਏ, ਭਾਵੇਂ ਉਹ ਮੁਗਾਲਤੇ 'ਚ ਹੋਏ, ਭਾਵੇਂ ਉਹ ਸਹੀ ਹੋਏ, ਜੇ ਉਹ ਹਜ਼ੂਰ ਨਬੀ ਪਾਕ ਦੀ ਰਸਾਲਤ ਦਾ ਇਕਰਾਰ ਕਰਦਾ ਤੇ ਉਹ ਮੁਸਲਮਾਨ ਹੈ। ਜੇ ਕਲਮਾ ਤੈਯਬ ਪੜ੍ਹਦਾ ਉਹਦਾ ਇਕਰਾਰ ਕਰਦਾ, ਕਲਮਾ ਸ਼ਹਾਦਤ ਦਿੰਦਾ ਹੈ ਤੇ ਉਹ ਮੁਸਲਮਾਨ ਹੈ। ਤੇ ਜੇ ਇਨਕਾਰ ਕਰਦਾ ਤੇ ਫਿਰ ਉਹ ਕਾਫਰ ਹੋ ਗਿਆ, ਮੁਰਤਦ ਹੋ ਗਿਆ। ਮੰਨ ਲਿਆ, ਤੁਹਾਡਾ ਇਹ ਸਵਾਲ ਵੀ ਮੰਨ ਲਿਆ। ਹੁਣ ਮੈਨੂੰ ਦੱਸੋ ਕਿ ਅਗਰ ਉਹ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਬੀ ਨਹੀਂ ਮੰਨਦਾ, ਰਸੂਲ ਨਹੀਂ ਮੰਨਦਾ, ਕਲਮਾ ਤੈਯਬਾ ਵੀ ਨਹੀਂ ਪੜਦਾ, ਲੇਕਿਨ ਆਂਦਾ ਮੈਂ ਮੁਸਲਮਾਨ ਹਾਂ, ਮੇਰੇ ਤੇ ਨਾਜ਼ਲ ਹੋਣ ਵਾਲਾ ਕਲਾਮ ਇਹ ਇਸਲਾਮ ਹੈ, ਤੇ ਉਹਦੇ ਉਹ ਕਹਿੰਦਾ ਰਹੇ। ਜਦੋਂ ਇਹਦਾ ਮਤਲਬ ਹੈ ਮੁਸਲਮਾਨ ਤੁਸੀਂ ਵੀ ਮੰਨਣ ਲੱਗੇ ਨਾ। ਸਰ ਗੱਲ ਸੁਣੋ ਨਾ, ਅਮਨ ਤੋਂ ਬਿੱਲਾ ਮਲਾਇਕਤੇ ਵ ਕੁਤੁਬੀ ਵ ਰਸੂਲ, ਤੇ ਜਦੋਂ ਉਹਨੇ ਰਸੂਲ ਦਾ ਇਨਕਾਰ ਕਰ ਦਿੱਤਾ, ਕਿਤਾਬ ਦਾ ਇਨਕਾਰ ਕਰ ਦਿੱਤਾ, ਕੁਰਾਨ ਕਰੀਮ ਦਾ ਇਨਕਾਰ ਕਰ ਦਿੱਤਾ, ਠੀਕ, ਤੇ ਫਿਰ ਟੈਲੀਫੋਨ ਤੇ ਲੈਣਾ ਨਾਲ। ਖਲੋ ਜੋ ਤੁਸੀਂ ਸਾਡੀਆਂ એનર્ਜੀਆਂ ਬਚਾਉਣ ਆਏ ਹੋ ਤੇ ਥੋੜੀ ਥੋੜੀ ਗੱਲ ਕਰੀਏ। ਇਹਦਾ ਮਤਲਬ ਹੈ ਆਹੋ ਲੈ ਲਓ ਫੋਨ ਤੇ, ਦੂਜੇ ਫੋਨ ਤੇ ਲੈ ਲਓ। ਹਾਂਜੀ, ਇਹਦਾ ਮਤਲਬ ਇਹ ਕਿ ਤੁਸੀਂ ਉਹਦੇ ਅਕੀਦਾ ਚੈੱਕ ਕਰਕੇ ਫੈਸਲਾ ਕਰੋਗੇ ਨਾ ਤਾਰਕ ਸਾਹਿਬ, ਕਿ ਇਹਨੇ ਆਮਨ ਤੋਂ ਬਿੱਲਾਹ व ਮਲਾਇਕਤੇ व ਕੁਤੁਬੀ व ਰਸੂਲੀ ਦਾ ਇਨਕਾਰ ਕੀਤਾ ਹੈ। ਅੱਛਾ ਆਮਰ ਸਾਹਿਬ, ਗੱਲ ਪਤਾ ਕੀ ਹੈ, ਇੱਕ ਤੇ ਮੇਰੇ ਕੋਲ ਟਾਈਮ ਥੋੜਾ ਹੈ। ਉਹਨੇ 2 ਵਾਰੀ ਅਹਿਮਦ ਅਲੀ ਮੇਰੇ ਵੀਰ ਨੇ 2-3 ਵਾਰੀ ਮੈਨੂੰ ਕਾਲ ਤੇ ਲੈਣ ਦੀ ਕੋਸ਼ਿਸ਼ ਕੀਤੀ ਹੈ, ਤੇ ਮੈਂ ਕਿਹਾ ਇਹ ਨਾ ਕਹਿਣ ਕਿ ਪਤਾ ਨਹੀਂ ਤਾਰਕ ਨੂੰ ਕੀ ਹੋਇਆ। ਕੋਈ ਗੱਲ ਨਹੀਂ ਦੂਸਰੀ ਗੱਲ ਤੁਸੀਂ ਨਿਬੇੜ ਦਿੱਤਾ ਹੈ। ਗੱਲ ਜਿਹੜੀ ਨਾ ਆਮਰ ਸਾਹਿਬ ਵਾਜ਼ੇ ਕਰੋ, ਮੇਰੇ ਨਾਲ ਨਾ ਕੁਇਜ਼ ਨਾ ਖੇਡਣਾ। ਨਹੀਂ ਕੁਇਜ਼ ਨਹੀਂ ਖੇਡਦੇ। ਮੈਂ ਕਹਿੰਦਾ ਤੁਸੀਂ ਗੱਲ ਨਖੇੜ ਦਿੱਤੀ ਏ, ਤੁਸੀਂ ਉਹਦੀ ਜ਼ਬਾਨ ਤੇ ਇਤਬਾਰ ਕਰੋਗੇ ਜਾਂ ਇਹ ਚੈੱਕ ਕਰੋਗੇ ਕਿ ਆਮਨ ਤੋਂ ਬਿੱਲਾਹ व ਮਲਾਇਕਤੇ व ਰਸੂਲਿhi ਇਹਦੇ ਤੇ ਅਮਲ ਕਰਦਾ ਕਿ ਨਹੀਂ ਕਰਦਾ। ਅਕੀਦਾ ਚੈੱਕ ਕਰੋਗੇ ਮੈਂ ਮੁਸਲਮਾਨ। ਠੀਕ ਹੈ, ਮੇਰੀ ਅਰਜ਼ ਸੁਣੋ। ਇਹਦੇ ਚ ਉਹਦੀ ਜੇ ਜ਼ੁਬਾਨ ਨਾਲ ਇਹ ਕਹਿੰਦੀ ਹੈ ਕਿ ਮੈਂ ਮੁਸਲਮਾਨ ਹਾਂ, ਨਾਲ ਸ਼ਾਹ ਮੱਕੀ ਉਹ ਮਦਨੀ ਸੈਯਦੁਲ ਵਰਾ ਜਿਹੜੇ ਨੇ ਉਹ ਨਬੀ ਨਹੀਂ, ਕੁਰਾਨ ਕਰੀਮ ਜਿਹੜਾ ਹੈ ਉਹ ਅਸਮਾਨੀ ਕਿਤਾਬ ਨਹੀਂ, ਤੇ ਫਿਰ ਮੈਂ ਉਹਦੀ ਇਸ ਜ਼ੁਬਾਨ ਤੇ ਵੀ ਇਤਬਾਰ ਕਰਾਂਗਾ ਨਾ ਵੀ ਉਹ ਮੁਸਲਮਾਨ ਨਹੀਂ। ਉਹ ਕਹਿੰਦਾ ਖੁਦ ਨੂੰ ਮੁਸਲਮਾਨ ਹੈ। ਉਹ ਕਹਿੰਦਾ ਗੱਲ ਹੈ ਕਿ ਉਹ ਕਹਿੰਦਾ, ਤੇ ਫਿਰ ਉਹਨੂੰ ਕਹਿਣ ਦਿਓ ਜਦੋਂ ਮੁਸਲਮਾਨ ਹੈ ਹੀ ਉਹ ਜਿਹੜਾ। ਤੁਸੀਂ ਮੰਨੋਗੇ ਉਹਨੂੰ? ਤੁਸੀਂ ਮੰਨੋਗੇ? ਮੈਂ ਤੇ ਆਪਣਾ ਫੈਸਲਾ ਤੁਹਾਨੂੰ ਦੱਸਤਾ, ਕੀ ਬਾਕੀ ਮੇਨ ਫੈਸਲਾ ਤੇ ਅੱਲਾ ਨੇ ਕਰਨਾ ਹੈ ਨਾ। ਨਹੀਂ, ਤੁਸੀਂ ਅਸਲ ਫੈਸਲਾ ਤੇ ਕਿਆਮਤ ਵਾਲੇ ਦਿਨ ਹੀ ਤੁਹਾਡਾ ਵੀ ਮੇਰਾ ਵੀ ਸਭ ਦਾ ਹੋਣਾ ਹੈ। ਤੁਸੀਂ ਉਹਨੂੰ ਮੁਸਲਮਾਨ ਇਸ ਦੁਨੀਆ 'ਚ ਇਸ ਜ਼ਿੰਦਗੀ 'ਚ ਮੰਨੋਗੇ? ਜਦੋਂ ਉਹ ਨਬੀ ਦਾ ਇਨਕਾਰ ਕਰ ਦੇਗਾ, ਜਦੋਂ ਨਬੀ ਕਰੀਮ ਦਾ ਹਜ਼ੂਰ ਨਬੀ ਪਾਕ ਦਾ ਇਨਕਾਰ ਕਰ ਦੇਗਾ, ਤੁਸੀਂ ਮੈਨੂੰ ਇਹ ਦੱਸੋ ਕਿ ਸਾਡੇ ਲਿਟਰੇਚਰ ਵਿੱਚ ਕਿਤੇ ਜਮਾਤ ਅਹਿਮਦੀਆ ਨੇ ਹਜ਼ੂਰ ਨਬੀ ਪਾਕ ਦਾ ਇਨਕਾਰ ਕੀਤਾ? ਉਹ ਤੁਹਾਡੀ ਤੇ ਗੱਲ ਹੀ ਨਹੀਂ ਹੋ ਰਹੀ। ਮੈਂ ਇੱਕ ਸਟੈਂਡਰਡ ਦੀ ਗੱਲ ਕਰ ਰਿਹਾ, ਮਿਆਰ ਦੀ। ਮਿਆਰ ਕੀ ਹੈ? ਤੇ ਮਿਆਰ ਇਹੀ ਹੈ ਨਾ, ਉਹ ਮਨ ਸੱਲਾ ਸਲਾਤਾ ਨਾਲ ਵਾਲੀ ਗੱਲ ਹੈਗੀ ਹੈ ਨਾ। ਠੀਕ ਹੈ, ਮਤਲਬ ਇਹ ਉਸ ਬੰਦੇ ਦੀ ਜ਼ਬਾਨ ਤੇ ਇਤਬਾਰ ਨਹੀਂ ਕਰਨਾ, ਚੈੱਕ ਕਰਨਾ ਹੈ ਕਿ ਉਹ ਫਲਾਣੇ ਮਿਆਰ ਤੇ ਪੂਰਾ ਉਤਰਦਾ ਕਿ ਨਹੀਂ ਉਤਰਦਾ। ਇਹੀ ਕਹਿਣਾ ਚਾਹੁੰਦੇ ਹੋ?
ਜੀ ਇਹ ਬਿਲਕੁਲ ਤੁਸੀਂ ਬਹੁਤ ਆਪਣੀ ਆਲਾ, ਗੱਲ 'ਚ ਬਹੁਤ ਮੇਰਾ ਆਲਾ। ਬੋਝ ਰੱਖਣੀ ਤੇ ਮੈਂ ਉਹ ਵੀ ਫੜ ਲੈਂਦਾ। ਨਹੀਂ ਨਹੀਂ, ਤੁਸੀਂ ਗੱਲ ਸੱਚੀ ਕੀਤੀ ਏ ਕਿ ਕਿਸੇ ਦੀ ਜ਼ੁਬਾਨ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਉਹਦੇ ਕਾਇਦ ਚੈੱਕ ਕੀਤੇ ਜਾਂਦੇ ਨੇ। ਇਹਦੇ ਕਾਇਦ ਕੁਫਰੀਆ ਨੇ ਜਾਂ ਇਸਲਾਮੀ ਕਾਇਦ ਨੇ, ਇਹੀ ਕਹਿਣਾ ਚਾਹੁੰਦੇ ਹੋ ਨਾ? ਕੁਫਰ ਦਾ ਜ਼ਬਾਨ ਨਾਲ ਮਤਲਬ ਕਹਿੰਦਾ ਰਵੇ, ਜ਼ਬਾਨ ਨਾਲ ਕਹਿੰਦਾ ਰਵੇ ਮੈਂ ਮੁਸਲਮਾਨ ਹਾਂ, ਪਿਆ ਕਵੇ। ਸਰ ਗੱਲ ਇਹ ਕਿ ਕੁਫਰ ਦਾ ਮਤਲਬ ਹੁੰਦਾ ਇਨਕਾਰ। ਉਹ ਇੱਕ ਸਾਰੀਆਂ ਗੱਲਾਂ ਬਾਅਦ ਦੀਆਂ ਨੇ ਨਾ। ਇੱਕ ਅਸੂਲ ਮੁਕਰਰ ਹੋ ਗਿਆ ਕਿ ਅਗਰ ਕੋਈ ਬੰਦਾ ਜ਼ਬਾਨ ਨਾਲ ਕਹਿੰਦਾ ਮੈਂ ਮੁਸਲਮਾਨ ਹਾਂ, ਉਹ ਕਹਿੰਦਾ ਰਵੇ ਜ਼ਬਾਨ ਨਾਲ, ਜੋ ਮਰਜ਼ੀ ਆਪਣੇ ਆਪ ਨੂੰ ਆਖੇ। ਅਸਾਂ ਉਹਦਾ ਅਕੀਦਾ ਚੈੱਕ ਕਰਨਾ ਹੈ। ਜੇ ਉਹ ਆਮਨ ਤੋਂ ਬਿੱਲਾਹਿ व ਮਲਾਇਕਾਤਿਹੀ व ਕੁਤੁਬਿਹੀ व ਰਸੂਲਿਹੀ, ਉਹਦੇ ਤੇ ਈਮਾਨ ਰੱਖਦਾ ਹੈ, ਨਬੀ ਪਾਕ ਨੂੰ ਨਬੀ ਮੰਨਦਾ ਹੈ, ਕੁਰਾਨ ਨੂੰ ਅੱਲਾ ਦੀ ਕਿਤਾਬ ਮੰਨਦਾ ਹੈ, ਤਾਂ ਅਸੀਂ ਉਹਨੂੰ ਮੰਨਣਾ ਹੈ, ਵਰਨਾ ਨਹੀਂ ਮੰਨਣਾ। ਜ਼ਬਾਨ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਅਕੀਦਾ ਚੈੱਕ ਕੀਤਾ ਜਾਂਦਾ ਹੈ। ਨਹੀਂ ਉਹਦਾ ਪੈਰਾਮੀਟਰ ਵੀ ਤਾਂ ਕੋਈ ਹੋਏਗਾ ਨਾ। ਜਦੋਂ ਇਹ ਮੈਂ ਕਹਿ ਜ਼ੁਬਾਨ ਨਾਲ ਇਕਰਾਰ ਕਰ ਰਿਹਾ ਕਿ ਹਜ਼ੂਰ ਨਬੀ ਪਾਕ ਜਿਹੜੇ ਨੇ ਉਹ ਅੱਲਾਹ ਤਾਲਾ ਦੇ ਸੱਚੇ ਨਬੀ ਨੇ। ਕੁਰਾਨ ਸ਼ਰੀਫ ਹਜ਼ੂਰ ਨਬੀ ਪਾਕ ਨੂੰ ਉਹ ਮੈਂ ਇਸ ਗੱਲ ਦਾ ਕਦੋਂ ਪੇ ਇਤਰਾਜ਼ ਕਰਨਾ, ਮੈਂ ਤੇ ਕਹਿੰਦਾ ਠੀਕ ਹੈ, ਗੱਲ ਠੀਕ ਹੈ, ਲੇਕਿਨ ਇੱਕ ਪੈਰਾਮੀਟਰ ਤੇ ਹੈ ਨਾ। ਹਜ਼ੂਰ ਨਬੀ ਪਾਕ ਨੂੰ ਮੰਨੇ, ਸਾਰੇ ਨਬੀਆਂ ਨੂੰ ਮੰਨੇ। ਸਰ ਮਹੀਨਾ ਡੇਢ ਤੋਂ ਜਿਹੜਾ ਨਾ ਮੈਂ ਵੀ ਤੁਹਾਨੂੰ ਜਾਣਨਾ, ਉਹ ਤੁਸੀਂ ਉਹ ਕਿਸਮਤ ਵਾਲਾ ਜਿਹੜਾ ਚੱਕਰ ਹੈ ਨਾ, ਉਹਦੀ ਸੂਈ ਸਾਡੇ ਤੇ ਲਿਆ ਕੇ ਖਿਲਾਵਾਉਣਾ ਚਾਹੁੰਦੇ ਜੇ। ਉਹ ਨਹੀਂ, ਤੁਹਾਨੂੰ ਕੱਖ ਨਹੀਂ ਹੋਣ ਲੱਗਾ, ਤੁਸੀਂ ਖੜੇ ਰਹੋ ਆਪਣੀ ਥਾਂ ਤੇ, ਤੁਸੀਂ ਨਹੀਂ ਢਾਂਦੇ ਆ। ਤੁਹਾਨੂੰ ਆਪਣਾ ਡਰ ਪੈ ਜਾਂਦਾ ਹੈ। ਅਸਲ ਮਿਆਰ ਉਹ ਮੁਕਰਰ ਕਰੀਦਾ ਹੈ ਜਿਹੜਾ ਨਾ ਫੀਤਾ ਇੱਕੋ ਜਿਹਾ ਹੋਣਾ। ਜੇ ਤੁਹਾਡੀ ਛਾਤੀ ਨਾਪਣ ਵਾਲਾ ਫੀਤਾ ਹੋਰ ਤੇ ਮੇਰੀ ਛਾਤੀ ਨਾਪਣ ਵਾਲਾ ਫੀਤਾ ਹੋਰ। ਨਹੀਂ ਮੈਂ ਤੇ ਅੱਗੇ ਇਹ ਪਹਿਲੇ ਮਿਸਾਲ ਦਿੱਤੀ ਹੈ ਕਿ ਜਿਹੜਾ ਮੀਟਰ ਹੈ ਨਾ ਉਹਦੇ ਨਾਲ जी अस्सलाम वालेकुम स्टेरियो साहब, मेरे साथ अभी मौजूद हैं अतर खान साहब, जो कि जाहिद खान साहब के अंबिया में से एक नबी हैं। तो मैं अब उनको, आपकी आवाज़ जा रही है आप लोगों की? और आ रही है। तो अगर आप वो कायदे से बात करना चाहते हैं तारिक साहब, तो गांधी अतर खान साहब भी प्रॉफिट हैं, ये नबी हैं जी। अच्छा, ये पूछना चाहते हैं कि ये खुद को मुसलमान कहते हैं या क्या कहते हैं? अपने दीन का, मजहब का नाम क्या बताते हैं? पहली बात तो ये जी। अतर साहब, खुदा की सलामती हो, आपको आवाज़ आ रही है? जी खुदा की सलामती। ये थोड़ा शोर आ रहा है, मेरी आवाज भी मुझे वापस आ रही है। स्पीकर की वजह से ऐसा मसला है, आवाज मुझे सही नहीं आ रही। अब ठीक आ रही है आपको? हाँ जी, अब मेरी आवाज मुझे अब भी मेरी आवाज मुझे वापस आ रही है। अच्छा, अभी ठीक हो जाएगी, आप बोलिए। अच्छा जी, इनका सवाल मुझे सुनाई दे गया है। हमारा मजहब क्या है, हमारा दीन क्या है, हम मजहब से ताल्लुक रखते हैं। तो हमारा मजहब इस्लाम से कोई ताल्लुक नहीं है, पहली बात। ना ही ईसाइयत से, ना ही किसी भी दुनिया के मजहब से हमारा ताल्लुक है। हजरत जाहिद खान साहब को क्रिएटर ने, गॉड ने, ईश्वर जो भी उसके नाम है, अल्लाह कह लें जो भी, उन्होंने बराह रास्त चुना है अपनी बादशाहत के मिशन के लिए कि इस दुनिया में तमाम जितने भी इंसान हैं, इन सभी इंसानों को रूहानी अंधेपन से निकालकर मुशाहदे इलाही की दुनिया में लाने के लिए कि हर शख्स का खुदा से बराह रास्त जिंदा ताल्लुक हो। इसलिए मज़ाहिब की दुनिया जो है वो खुदा ने उन मज़ाहिब की सफ लपेट दी है, क्योंकि अब बराह रास्त लोग उन तालीमात को वसूल कर रहे हैं जो हाँ जी आवाज ਤੁਹਾਡੀ ਘਟ ਗਈ ਲਾਈਵ ਪॉज हाँ, कोई मसला बन गया, शायद कॉल आ गई उन्होंने विच दिन से। ठीक है जी, हम नई तालीमात बताते हैं कि खुदा अब क्या कह रहा है। बहुत खूब। अच्छा, वो जाहिद खान अतर साहब ने ये भी अभी हमें बताया, आप लोग सवाल भी कर सकते हैं अतर साहब से। वो ये फरमा रहे हैं कि इस्लाम से उनका कोई ताल्लुक नहीं है, खुदा ताला ने उनको एक सब कुछ ही नए तौर पे ही दिया है, जो कुछ भी इनामात दिए हैं। ਅਲੀਮ ਭਾਈ ਗੱਲ ਹੈ ਕਿ ਜੋ ਮੈਂ ਅਹਿਮਦ ਨਜ਼ੀਰ ਸਾਹਿਬ ਨੂੰ ਜਵਾਬ ਦਿੱਤਾ ਹੈ ਉਹ ਇਹੀ ਇਹਨਾਂ ਦੇ ਇਸ ਐਲਾਨ ਦੇ ਮੁਤਾਬਕ ਨਹੀਂ ਹੈ। इस वक्त रूह की दुनिया में क्या
चल रहा है, दुनिया भर के जितने भी अंबिया हैं आज तक मशहूर, वो इस वक्त रूह की दुनिया में क्या उनके मामलात हैं, उनकी अपनी टेस्टमनीज हम बराह रास्त बता रहे हैं। अख्तर साहब होल्ड कीजिएगा, एक सवाल ले लें अब जी, सवाल ले लें अब जी, 2 सवाल कर सकते हैं जो दोस्त भी चाहें। सवाल ये है, 1 मिनट तारक साहब जरा माइक म्यूट रखें, स्टेरियल साहब आपके माइक से शायद शोर ना आ रहा। सवाल ये है कि अगर ये किसी मजहब को नहीं मानते या साबका तमाम अदियान की वो कहते हैं कि साफ लपेट दी गई है, इनको खुदा का तारुफ कैसे हुआ और क्या इनसे कोई खुदा हम कलाम होता है? अगर होता है इसका क्या सबूत है कि वो खुदा है जो इनसे हम कलाम होता है? जी जी ठीक है जी। ये तो अतर साहब आवाज आ गई है आपको? हाँ जी, मुझे सवाल भी पहुंच गया है और आवाज भी बड़ी सही आई है। देखिए, वही सबूत है जो पिछले अंबिया को खुदा ने दिया था। जब खुदा किसी से हमकलामी करता है तो वो उस शख्स को बराह रास्त पता होता है कि ये खुदा है या खुदा नहीं है। उसका सर्टिफिकेट ना इस्लाम के पास है, ना ईसाइयों के पास है, किसी और मजहब के पास। ये बराह रास्त खुदा चुनता है जिसको चुनता है। अगर वो खुदा का नबी है तो ही खुदा ने उसे चुना है, और वो ऐलान कर रहा होता है, वो कुछ साबित नहीं करने आया होता कि मैं साबित करूंगा तो मान लेना। ऐसी मिस्टेक है मादी में बहुत दफा हुई। आखिरी हिस्सा इस बात का, खुदा को किसी नबी चुनने के लिए किसी मजहब की मोहताजी नहीं, ना इजाजत की जरूरत है। अब साफ साफ मैं कहूं तो खुदा को अपनी बादशाहत का एक नया पैगंबर, नबी, रसूल, मसीह चुनने के लिए इस्लाम की, ईसाइयत की या दीगर मज़हब की इजाजत की जरूरत नहीं है, क्योंकि वो सारे ईमान की लाठी पे खड़े हैं। वो सारे मिलकर आज तक एक खुदा साबित नहीं कर सके, ईमान पे खड़े हैं। हम यहाँ करें आओ आपको खुदा से मिला दें, और जब आप खुद मिल लेंगे खुदा से फिर आपका ईमान तो पीछे रह गया। आप आंखों देखी मुशाहिदा की हुई बात होगी, उस पर आप कैसे झुटलाएंगे? अच्छा, जो मुझे समझ आई है वो ये कहना चाहते हैं कि ये वही खुदा है जिस खुदा ने साबका नबियों से बातें की। इसका मतलब है कि साबका नबियों को वो मानते हैं। आमनतु बिल्लाहि व मलाइकतिही व कुतुबिही व रुसुलिही, इस पे ईमान रखते हैं या सिर्फ रसूल ही पे ईमान रखते हैं? किताबों को भी मानते हैं कि अगरचे वो इनको मनसूख माने अब मौजूदा तौर पर, जो भी वो मानते हैं, ये नहीं मेरा सवाल। साबका नबियों को, साबका कुतब को, साबका फरिश्तों को, जो फरिश्ते साबका नबियों पर वही लेकर आते थे, उस सारे को आप मानते हैं? एक सवाल ये। दूसरा सवाल जिसका आपने जवाब नहीं दिया पहले, वो ये है, क्या आपका दावा है कि आप खुदा से हमकलाम होते हैं? अगर है दावा तो इसको कैसे यकीन कोई कर ले कि आप खुदा से हमकलाम होते हैं? वो कोई और चीज नहीं है, खुदा है जिससे आप हमकलाम होते हैं। हाँ, चले पहले सवाल का पहले जवाब दे देते हैं। हम कलामी है खुदा। हम ज्यादा से ज्यादा किसी शख्स को ये सिर्फ कहते हैं कि आओ हमें थोड़ा सा वक्त दो, यानी कि शख्स 10, 20 या 40 दिन तक भी हमारी तालीमात पढ़ा है, हम उसे गाइडेंस देते हैं। उसको 40 दिन के अंदर अंदर हमारा ये दावा होता है कि उसे खुदा की जात बराह रास्त मिलेगी, जनतों से, फरिश्तों से, अंबिया से, रूहानी दुनिया से उसको गाइडेंस मिलेगी, और वो खुद बताएगा हाँ जिसे मैंने देखा वो खुदा ही था, वो इब्लीस या शैतानी चीज नहीं। क्योंकि जो शैतानी चीज उसे मिलेगी आके, वो भी वो बताएगा हाँ मुझे शैतानी अरवाह से मुलाकात हुई थी। तो ये स्पिरिचुअल फिनोमेना जो है, ये हर शख्स का अपना मुशाहिदा होता है। अपना मुशाहिदा किसी पे साबित नहीं करते जब तक कि वो शख्स रूहानी तौर पर बीना ना हो। इस बात को समझिएगा, अगर एक बज़म में 2 लोग रूहानी तौर पर बीना हैं, देख सकते हैं, तो वो उस मुशाहिदे को, उस हस्ती को, हर उस रूह से आने वाली चीज को देख सकते हैं जिसका जिक्र किया जा रहा है। मिसाल के तौर पे मैं अगर कहूँ मैं नबी मोहम्मद अरबी साहिब से मिला हूँ और उन्होंने मुझे ये बात कही है, अब मैंने तो बात की आपके सामने। अगर आपकी रूहानी से खुली है, आप रूह की दुनिया में जाके फौरन नबी मोहम्मद अरबी साहब से मिलकर वो बात कन्फर्म कर सकते हैं। ये होता है मुशाहिदा इलाही का मेयार और हमारा ऐलान कि हम खुदा की तरफ से हैं। स्टैंप या उसको साबित नहीं किया जाता कि खुदा से हम कलामी हुई है कि नहीं। हमारे 60 अंबिया हैं,
जो आए दिन खुदा से मिलते हैं, और सभी ने खुदा की बात को एक ही रूप में देखा है। पूरी दुनिया भर में वैसे तो हजारों ने देखा है। तो ये दौर मुशाहिदे इलाही का दौर है। अगर यही क्वेश्चन नबी मोहम्मद अरबी साहब से किया होता, जी साबित करें जिब्राइल कब आता है, हमने भी देखना है, या खुदा ने आपको जो कि हमने भी खुदा की आवाज सुननी है, या मूसा से कहा जाता है, इब्राहिम से, तो ये रिक्वायरमेंट इसलिए पूरी नहीं की जा सकती कि लोग उस वक्त भी रूहानी अंधे थे, आज भी रूहानी अंधे हैं। आए, हम आपको रूहानी अंधापन दूर कर देंगे, और उसके बाद आप खुद खुदा की जात से मिलेंगे, अपने अंबिया से मिलेंगे, उनकी रूह की दुनियाओं में जाकर सफर कर लेंगे, सब कुछ अपनी आंखों से आप देख लेंगे। अब दूसरे सवाल की तरफ आते हैं। मैं माफी चाहता हूँ, दूसरा सवाल जरा दोबारा दूसरा सवाल बताएं जनाब, दूसरा सवाल बताएं। सवाल ये था कि जो साहब का अंबिया, कुतुब और मलाइका हैं, उन पर कितना ईमान है आपका? हाँ जी। हाँ, देखिए जी, ईमान की बात तो ये है कि हम तो उनसे मिल चुके हैं, जैसा कि मैंने अर्ज किया, फरिश्तों से, अंबिया से, जंतों से। ईमान तो आपका है ना, हम तो देख बैठे हैं उन चीजों को, हम तो खुदा से भी मिल बैठे हैं, तो हमारा उन पे ईमान क्या रहा? हमारा तो यकीन है, यकीन भी नहीं, हमारा मुशाहिदा है उनके साथ। आए आपका भी करवा दें। आपकी मुलाकात का कोई अहवाल भी साथ में बता दें। इसी चीज का नाम है खुदा की इलाही दुनिया, वन गॉड फैमिली सेंटर्ड ऑन गॉड, यानी ऐसी दुनिया खुदा ने हमेशा से ख्वाब देखा था कि एक ऐसी दुनिया हो जिसमें लोग रूहानी तौर पर अंधे ना हो, उनकी रूहानी बसीरत और बसारत दोनों खुदा के साथ हार्मोनाइज, ताकि उन्हें यहाँ पर रूह की जिंदगी 60-70 साल के जिस्मानी जिस्म के अंदर से गुजर कर तेजी के साथ नूर इलाही पैदा कर सके। एक गहरा फिनोमेना है, इसके लिए आपको हमारे चंद एक तो चैप्टर्स पढ़ने पड़ेंगे। ये तालीमात पहले नहीं बताई गई, इसलिए आपको बिल्कुल नहीं लग रही। तो उम्मीद है कि आपको सवाल की समझ आ गई होगी कि हमारा उन पे सिर्फ ईमान ही नहीं, हम उनको मिल चुके हैं, उनकी असल सच्चाइयां आपके सामने पेश कर रहे हैं। सवाल इधर में प्रोफेट साहब ये था बुनियादी कि आप क्लेम करते हैं कि आप मुसलमान हैं, या इस्लाम से कोई ताल्लुक है, या बिल्कुल नई चीज है? इसका दो टोक जवाब उन्होंने दे दिया, उन्होंने जवाब दे दिया। इस्लाम से हमारा कोई ताल्लुक नहीं है, ठीक है, हम मुसलमान नहीं है, क्रिश्चियन ईसाई कुछ भी, हमारा किसी मजहब से ताल्लुक ही नहीं। सही है। अच्छा, इनसे राब्ता किधर किया जा सकता है? कुछ इनकी कोई वेबसाइट है या इनके क्या? सेमिनार्स होते हैं, मैंने अटेंड किए हैं इनके सेमिनार्स। अच्छा। और बड़ी अच्छी बातें बताते हैं, और बड़ा वजहदारी होता है जब खास तौर पे आप वो जो जर्नी है ना, बताते हैं ये, बल्कि खुद भी जब ये जन्नत का और वो दूसरे अंबिया से जब ये मुलाकात करते हैं, अगर वो आप सुने तो बड़ा मजा आता है। मैं गवाह हूं, मैंने सुना, बड़ा वजहदारी। यार मुझे थोड़ी सी बात पूछ लें दो, मनु गल पूछ लें दो प्लीज। ये जो कह रहे हैं कि हम साहब का नबियों से मिल भी चुके हैं, मलाइका से मिल भी चुके हैं, खुदा से भी मिल चुके हैं, थोड़ी सी ये वजाहत कर दें भी किस किस को ये नबी मानते हैं साहब का, कि भाई हो चुके हैं, वो अल्लाह के नबी थे, और इनका तसव्वुर नबूवत का यही है जो पहले हमारा था मुसलमानों का, कि मोहम्मद सल्लल्लाहु अलैहि वसल्लम नबी थे, उनके पहले ईसा अलैहिस्सलाम नबी थे, मूसा अलैहिस्सलाम नबी थे। क्या इसी तरतीब से ये उन्हीं नबियों को मानते हैं, और ऐसे ही उनका मकाम नबूवत इनके सोच में या नजरिए में पाया जाता है? इसी तरह से कुतुब के बारे में और मलाइका के बारे में वही तसव्वुर है जो मुसलमानों का है, या कोई अलग थलग तसव्वुर है? जी अतर साहब बताइए कि किन किन अंबिया से मिले। अब मिर्जा साहब को भी एड्रेस कर दीजिएगा बीच में, मिर्जा साहब की भी एड्रेस कर दीजिएगा। मिर्जा साहब से मुलाकात है आपकी? जी मैं बता देता हूँ, मैं मिर्जा साहब को भी लाजमी इसमें खोल दूंगा, उस हिस्से को भी। देखें, आज की तारीख में, मज़ाहिब की तारीख में 6000 साल पहले जो आदम अलैहिस्सलाम आए थे, उनसे लेके अब तक जितने अंबिया आए हैं, इंसानियत को उनका ही पता है। बाइबल में 85 के करीब है, कुरान में 25 कम बेश, और कहा यह जाता है 1,24,000, वो इससे ज्यादा थे। हमारा ना सिर्फ उन पे ईमान है, बल्कि हम उनसे मिल चुके हैं, जैसे कि मैंने अर्ज किया। अब नबी मोहम्मद साहब का आपने जिक्र किया, तो बिल्कुल वो खुदा के नबी थे। हजरत ईसा जी बिल्कुल खुदा के नबी, और बल्कि वो खुदा के मसीह थे। उससे पहले जितने यहूदियत में अंबिया आए, यानी कि बनी इसराइल में हजरत मूसा अलैहिस्सलाम, हजरत इब्राहिम, या यूसुफ, इसहाक, याकूब, आदम अलैहिस्सलाम तक,
वो सारे अंबिया हम उनसे मिल चुके हैं। अब वो अपने टेस्टिमनीज बता रहे हैं कि हमारे साथ असल में जब हम दुनिया में थे क्या हुआ, हमारी टीचिंग्स के साथ अब क्या हो रहा है, और वो सच्चाइयां रूह की दुनिया में आप जाके कन्फर्म करवा लें। ये हमारी तरफ से चैलेंज। अब मुख्तसर बात यह है कि हजरत नबी मोहम्मद अरबी साहब के बाद 12,000 और अंबिया आए हैं जिन्हें इस स्टेटमेंट पे कत्ल कर दिया गया कि ये झूठे नबी, जबकि वो खुदा की बादशाह ला सकते थे। हजरत मिर्जा साहब जो है गुलाम अहमद कादियानी साहब, इन्होंने भी अपनी उम्र के आखिरी हिस्से में जाके नबूवत का क्लेम किया। पहले सारी जिंदगी वो झुठलाते रहे कि मैं कैसे अपने नबी का गुस्ताख हो सकता हूँ, खुद को नबी कह के, मैं तो उनके कदमों की पाक हूँ, गुलामों का गुलाम हूँ। जब वो थोड़ी सी फाउंडेशन बन गई फिर नबूवत का दावा कर दिया, लेकिन असल काम खुदा का था वो नहीं किया, यानी कि खुदा के राज़े इलाही नहीं बताए। खुदा ऐसा नबी क्यों भेजे जो पुरानी बातें कर रहा है कि खुदा के बारे में नई मार्फत इलाही नहीं बता रहा, तो फिर खुदा का काम बीच में रह गया। अब सारे अंबिया का असल काम यही था कि इंसानियत को अल्लाह से, खुदा से, ईश्वर से मिलाएं, उनका रूहानी अंधापन दूर करें। ईमान पे रहना उनका मकसद नहीं था। उनसे क्या क्या गलतियां हुई अब रूह की दुनिया में वो बता रहे हैं, मिर्जा साहब समेत नबी मोहम्मद अरबी सल्लल्लाहु अलैहि वसल्लम। ये आपकी खुशी के लिए कह रहा हूँ। उनके ईसा साहब से, मूसा साहब से, सब अंबिया से जो मिस्टेक्स हुई उनकी जिंदगी में मिशन के दौर, वो बता रहे हैं रूह की दुनिया में, क्योंकि हम उनसे मिल सकते हैं। हमारा खुदा ने रूहानी अंधापन दूर कर दिया है। आप भी मिल सकते हैं। रहा ताल्लुक इस चीज का कि हम उनकी तालीमात को मानते हैं, उनकी तालीमात को आप खुद नहीं मानते तो आप हमसे क्या एक्सपेक्ट कर रहे हैं। हम तो आपको सच्चाई खोल के बताएंगे कि उनकी तालीमात थी क्या। उसके लिए 4-5 घंटे चाहिए, या कम से कम आप हमारी एक मेन स्ट्रीम किताब ही पढ़ लें। तो ये मेरे ख्याल से मैंने काफी बता दिया। जबरदस्त, बहुत आला। कोई दो और सवाल है किसी दोस्त का, या फिर अब हम बस एक मेरा आखिरी सवाल है, इजाजत है मुझे, एक मेरा आखिरी सवाल है, काफी फिर दोस्त पप्पू सवाल ने देने करना चाह रहे हैं, लेकिन मैं सिर्फ एक दो सवाल लूंगा, और क्योंकि उनका टाइम भी कीमती है, तो वो हाँ बस ये आखिरी सवाल है कि जो ये कह रहे हैं कि 40 रोज तक इनके पास सबूत है कि 40 रोज तक वो बंदा अपनी आंखों से देख लेगा, मुशाहिदा कर लेगा कि ये खुदा ही उससे हम कलाम हो रहा है, कोई शैतानी अरवा नहीं है। अगर किसी बंदे को ये तजर्बा करवाते हैं, बिल फर्ज वो बंदा कहता है कि मैं कुछ नहीं देख पाया, मुझे कुछ नहीं दिखाई दिया, या ये शैतानी अरवा है, ये खुदा नहीं है, तो इनके दावे को कोई गजान पहुंचेगा या उस बंदे की गलती होगी कि उसको दिखाई कुछ नहीं दिया? ये बड़ा अच्छा सवाल है जी इनका। हमारे मिशन में अगर हजारों लोगों ने, जाहिद खान साहब के 70-80 साल के इस मिशन में अगर हजारों लोगों ने भी खुदा को देखा है, तो ये ज़हन में याद रखें कि खुदा को देख लेना, खुदा को मिल लेना, ये इंसान को सुधारने के लिए काफी नहीं है, या जिंदगी का मकसद जो है वो खुदा के साथ हार्मोनाइज होने के लिए काफी नहीं है। ये तो एक रूहानी सफर है, और इस सफर में बड़े बड़े लोग जो हैं वो भटके। अच्छा, अब हमारे मिशन में भी ऐसे लोग शुरू में आए जिन्हें स्टेरियो साहब माइक म्यूट कीजिएगा, अपना माइक म्यूट करें। तारिक साहब आपका माइक है, स्टेरियल साहब जी, माजरत। उन्हें जी कोई ऐसी बात नहीं, उन्हें अपने रिश्तेदारों की वजह से, मजहब इस्लाम या अपने अपने मज़हब के उस दबाव की वजह से उन्हें खामोश रहना पड़ा, जबकि वो खुदा की ज़ात का दीदार कर चुके थे। आज भी ऐसे लोग मौजूद हैं। अच्छा, अब आखिरी बात, अगर जाहिद खान साहब 40 दिन का वक्त किसी को देते हैं, उस 40 दिन में करना क्या है? हम आपको एजुकेट करेंगे कि ये 6 चाबियां हैं, इन्हें आपने ऐसे अप्लाई करना है। वो 6 चाबियां एग्जैक्टली अगर आपने अप्लाई की तो आपका रूहानी अंधापन दूर हो जाएगा, क्योंकि खुदा आप पे हाथ रख के नहीं बैठा। अगर हम खुदा की तरफ से है ना, तो आप चाबियां लगाएं और सामने से खुदा जब आपको मिलेगा तो आप तड़प जाएंगे कि मैं खुदा को नहीं ढूंढ रहा था, ये खुदा मुझे ढूंढ रहा था। इतनी शिद्दत से खुदा की जात मिलती। अच्छा, अब आपकी उसके बाद रूह भी आपको दिखा दी जाएगी कि कितनी अंधेरों की मारी, कितनी
कितना इसमें तासुब है, कितने फिजिकली रूह के फिजिकली अंदर जो अंधेरे हैं वो आपको खुल के नजर आ जाएगा कि मेरी रूह असल में एक भूत से भी बदतर है। तो खुदा आईना भी दिखाएगा और ये भी कि जो है एहसासात जो है, जो आपकी आंखों ने देखा होगा, खुदा को देखने का जो शिद्दत होगी, ग्रेविटी होगी, वो किसी और मखलूक में नहीं होती। खुदा से मिलके ही इंसान को लगता है कि मैं खुदा से मिला हूं। शैतान नहीं ऐसा कर सकता, या कोई और किसी मखलूक में नहीं, वो ताकत हैसियत ही नहीं है कि वो किसी को आके मिले और उसको ये एहसास दे कि मैं खुदा। अब मेरी एक दरखास्त है, बहुत आला। जितने भाई हमारे सुन रहे हैं ना जी, वो उनको प्लीज आप मेरा नंबर दे दें, व्हाट्सएप नंबर जो आपके पास है। ठीक है, कोई सवाल करना चाहे बराह रास्त मुझसे पूछ सकते हैं किसी भी वक्त। बहुत खूब। जिस दोस्त को भी प्रॉफिट ये अतर खान साहब का नंबर चाहिए वो मुझसे ले सकता है, कहेंगे तो मैं डिस्प्ले कर दूंगा जी। ठीक है अतर साहब, बहुत शुक्रिया, खुदा की सलामती हो आप पे और तशरीफ लाया कि ये वक्तन फवक्तन आपसे दोबारा फिर बात होगी। टीम भाई मेरा एक क्वेश्चन था, अगर ज्यादा था इनके पास टाइम है तो कर ले, जल्दी जल्दी कर ले, फिर जल्दी जल्दी तो कर ले। सर मेरा रुकिएगा। क्वेश्चन ये है कि ये जो नबी ने आए हैं ये कौन सी कंट्री में आए हैं, पाकिस्तान या किसी यूरोप वगैरह में? जज़ाकल्लाह जी जर्मनी में है, इसका मैं आपको बता देता हूँ, जर्मनी में जी। शुक्रिया जी का बहुत शुक्रिया अतर साहब। ओके जी, खुदा हाफिज, खुदा हाफिज, खुदा हाफिज। हाँ जी जनाब, खोलो माइक ते पट रखो जवानो। नहीं पता लग गया ਉਹ ਸਾਰਿਆਂ ਨਬੀਆਂ ਨੂੰ ਮੰਨਦੇ ਨੇ, ਸਾਰੀਆਂ ਕਿਤਾਬਾਂ ਨੂੰ ਮੰਨਦੇ ਨੇ, ਸਾਰਿਆਂ ਰਸੂਲਾਂ ਨੂੰ ਮੰਨਦੇ ਨੇ, ਸਾਰਿਆਂ ਫਰਿਸ਼ਤਿਆਂ ਨੂੰ। ਅੱਲਾਹ ਦਿਖਾ ਕਰੋ, ਲੇਕਿਨ ਉਹਨਾਂ ਨੇ ਸਾਰੀਆਂ ਜਿਹੜੀਆਂ ਹਦਾਇਤ ਨੇ ਜਾਂ ਤਲੀਮਾਂ ਨੇ ਉਹ ਕੈਂਸਲ ਵੀ ਕਰ ਦਿੱਤੀਆਂ ਨੇ, ਇਹ ਵੀ ਜੇ ਨਹੀਂ ਰੱਖੋ। ਸਾਡਾ ਸਭ ਤੋਂ ਵੱਡਾ ਝਗੜਾ ਵੀ ਉਹਨਾਂ ਨੇ ਖਤਮ ਕਰ ਛੜਿਆ ਹੈ, ਉਹਨਾਂ ਕਨਫਰਮ ਕਰ ਛੜਿਆ ਮਿਰਜ਼ਾ ਸਾਹਿਬ ਨਬੀ ਸਨ। ਹੁਣ ਇਹ ਪੁੱਛਣਾ ਸੀ ਭੁੱਲ ਗਏ ਸਾਂ ਕਿ ਉਹ ਜ਼ਿੱਲੀ ਸਨ, ਬਰੂਜ਼ੀ ਸਨ ਜਾਂ ਹਕੀਕੀ ਨਬੀ ਸਨ, ਐਸੀ ਨਹੀਂ ਪੁੱਛਿਆ। ਉਹ ਵੀ ਤੁਹਾਨੂੰ ਮੈਂ ਦੱਸਾਂਗਾ। ਔਰ ਮਿਰਜ਼ਾ ਸਾਹਿਬ ਨਾਲ ਮੁਲਾਕਾਤ ਹੀ ਇਹਨਾਂ ਦੀ, ਅਤਰ ਸਾਹਿਬ ਦੀ ਮੁਲਾਕਾਤ ਮਿਰਜ਼ਾ ਸਾਹਿਬ ਨਾਲ ਹੋਈ ਹੈ ਰੂਹ ਦੀ ਦੁਨੀਆ 'ਚ। ਜ਼ਾਹਿਰ ਖਾਨ ਤਾਂ ਵੀ ਮਿਲੇ ਨੇ ਮਿਰਜ਼ਾ ਸਾਹਿਬ ਨੂੰ, ਗੱਲਾਂ ਕੀਤੀਆਂ ਨੇ। ਸਲੀਮ ਸਾਹਿਬ ਉਹਨਾਂ ਨੇ ਇਹ ਵੀ ਦੇਖਿਆ ਨਾ ਇਹਨਾਂ ਦੇ ਨਬੀ ਨੇ ਕਿ ਮਿਰਜ਼ਾ ਸਾਹਿਬ ਨੇ ਉਹਨਾਂ ਦੇ ਹੱਥ ਤੇ ਬੈਤ ਕੀਤੀ ਹੈ, ਇਹ ਵੀ ਤੇ ਗੱਲ ਦੱਸੋ ਨਾ। ਸਾਡੇ ਕੋਲ ਸਬੂਤ ਆ ਗਿਆ ਹੈ ਕਿ ਮਿਰਜ਼ਾ ਸਾਹਿਬ ਸਹੀ ਨਬੀ ਸਨ, ਬਸ ਗੱਲ ਮੁੱਕਦੀ ਹੈ। ਉਹ ਗੱਲ ਛੋੜੋ, ਫੇਰ ਤੇ ਤੁਹਾਡੇ ਨਬੀ ਦੇ ਨਬੀ ਹੋਏ ਨਾ ਅਲੀਮ ਸਾਹਿਬ। ਗਵਾਹੀ ਆ ਗਈ, ਗਵਾਹੀ ਆ ਗਈ, ਗਵਾਹੀ ਨਹੀਂ ਅਲੀਮ ਸਾਹਿਬ ਇਹ ਤੀਆਂ ਦੀ ਗੱਲ ਕਰਦੇ ਸੀ, ਉਹ 12,000 ਦਾ ਦਾਵਾ ਕਰ ਰਿਹਾ ਕਿ 1400 ਸਾਲ ਤੋਂ ਲੈ ਕੇ ਹੁਣ ਤੱਕ 12,000 ਆ ਚੁੱਕੇ ਨੇ। 12,000 ਆਏ ਨੇ। ਉਹ ਦੱਸਿਆ ਇਹਨਾਂ ਨੇ ਬੰਦੇ, ਇਹਨਾਂ ਨੇ ਜਿਹੜੇ ਬੰਦਾ ਇਸ ਤਰ੍ਹਾਂ ਦਾਵਾ ਕਰਦਾ ਸੀ ਉਹ ਇਹਨਾਂ ਨੇ ਕਤਲ ਕੀਤੇ ਨੇ, ਤੇ ਉਸ ਵਜ੍ਹਾ ਤੋਂ ਤਕਰੀਬਨ 12,000 ਦੀ ਤਾਦਾਦ ਹੈ। ਅੱਛਾ ਅਲੀਮ ਸਾਹਿਬ, ਅੱਲਾ ਦੇ ਨਬੀ ਦੀ ਵੀ ਇਹੀ ਖਬਰ ਹੈ ਕਿ ਉਹ ਜਿਹੜੇ 30 ਨੇ ਉਹ ਵੱਡੇ ਦਜਾਲ ਹੋਣਗੇ, ਵੱਡੇ ਵੱਡੇ ਦਜਾਲ ਹੋਣਗੇ। ਬਾਕੀ ਛੋਟੇ ਛੋਟੇ ਮਦਈਆਂ ਨੇ ਨਬੂਵਤ ਕਿਤਨੇ ਹੋਏ ਨੇ, ਹੋ ਸਕਦਾ 12,000 ਹੀ ਹੋਏ ਹਨ, ਬੱਲਾ ਆਲਮ ਸਾਨੂੰ ਨਹੀਂ ਪਤਾ। ਸ਼ੁਕਰ ਹੈ ਤੁਸੀਂ ਮੁਦਈਆਂ ਕਿਹਾ, ਮਨ ਲੱਗਾ ਸੀ ਜਿਵੇਂ ਕਰਦੇ ਮਰਜ਼ਾਈਆਂ ਨੇ ਨਬੂਵਤ। ਨਹੀਂ ਨਹੀਂ, ਮਦਈਆਂ ਨੇ ਨਬੂਵਤ ਕਿੰਨੇ ਹੋਏ ਨੇ ਸਾਨੂੰ ਐਗਜ਼ੈਕਟ ਨਹੀਂ ਪਤਾ। ਅੱਛਾ ਗੱਲ ਹੈ, ਮੇਰੇ ਕੋਲ ਟਾਈਮ ਬਿਲਕੁਲ 1-2 ਮਿੰਟ ਨੇ। ਰਾਤੀ ਕੈਸਰ ਮਲਕ ਸਾਹਿਬ ਬੈਠੇ ਸੀ ਹੁਸੈਨੀ ਸਾਹਿਬ ਦੀ ਬਰਾੜ ਦੇ, ਤੇ ਹੋਰ ਵੀ ਉੱਥੇ ਯੂਸਫੀ ਤੇ ਉਹ ਸ਼ੁਐਬ ਰਾਜਾ ਸਾਹਿਬ, ਉੱਥੇ ਇੱਕ ਸੈਯਦ ਜ਼ੈਦੀ ਸਾਹਿਬ ਆਏ ਸੀ, ਮੁਫਤੀ ਸਾਹਿਬ। ਹਾਂਜੀ, ਇਹ ਜਿਹੜਾ ਅਕਸਰ ਇਹ ਦੋਸਤ ਸਵਾਲ ਕਰਦੇ ਨੇ ਕਿ ਮਿਰਜ਼ਾ ਸਾਹਿਬ ਮੁਹੰਮਦ ਕੈਸੇ ਹੋ ਗਏ, ਜਿਹੜਾ ਉਹਨਾਂ ਨੇ ਲਿਖਿਆ ਮੈਂ ਮੁਹੰਮਦ, ਤੇ ਮੈਂ ਉਸ ਤਨਾਜ਼ਰ ਵਿੱਚ ਉਹਨਾਂ ਕੋਲੋਂ ਇਮਾਮਾਂ ਦੇ ਅਕੀਦੇ ਦੇ ਬਾਰੇ ਪੁੱਛਿਆ, ਤੇ ਉਹਨਾਂ ਨੇ ਇਹ ਫਰਮਾਇਆ ਕਿ ਸਾਡਾ ਅਵਲ ਮੁਹੰਮਦ, ਦੋਮ ਫਿਰ ਮੁਹੰਮਦ, ਜਿੰਨੇ 12 ਇਮਾਮ ਨੇ ਨਾ, ਵਸਤ ਮੁਹੰਮਦ, ਇਹ ਸਾਰੇ ਉਹਨਾਂ ਦੇ ਵਿੱਚ ਜਿਹੜੇ ਨੇ ਨਾ ਉਹਨਾਂ ਦਾ ਉਹ ਅਕਸ ਹੈਗਾ ਸੀ, ਔਰ ਉਹ ਉੱਥੋਂ ਹੀ ਉਹ ਫੈਜ਼ ਲੈਂਦੇ ਸੀ, ਔਰ ਖੁਦ ਦਾ ਉਹਨਾਂ ਦਾ ਇਹੀ ਦਾਵਾ ਸੀ। ਔਰ ਮਾਹਦੀ ਦਾ ਵੀ ਮੈਂ ਉਹਨਾਂ ਕੋਲ ਇਹ ਪੁੱਛਿਆ, ਇਹ ਹੁਣ ਸਵਾਲ ਜਿਹੜਾ ਲਫ਼ਜ਼ ਇੱਧਰ ਉੱਧਰ ਹੋ ਸਕਦੇ ਨੇ, ਮਫਹੂਮ ਇਹੀ ਹੈ ਜਿਹੜਾ ਮੈਂ ਅਰਜ਼ ਕਰ ਰਿਹਾ। ਉਹਨਾਂ ਕੋਲ ਮੈਂ ਇਹੀ ਪੁੱਛਿਆ ਜਿਹੜਾ ਫਾਈਨਲ ਇਮਾਮ ਜਿਹਦੇ 'ਤੇ ਤੁਹਾਡਾ ਇੰਤਜ਼ਾਰ ਹੈ ਜਾਂ ਜਦ ਤੁਹਾਡਾ ਅਕੀਦਾ ਹੈ, ਹਜ਼ਰਤ ਇਮਾਮ ਮਹਿਦੀ ਅਲੈਹਿਸਲਾਮ,
ਉਹਨਾਂ ਨੂੰ ਕੌਣ ਦੱਸੇਗਾ ਇਹ ਇਮਾਮ ਕਿਹਨੇ ਬਣਾਏ ਨੇ? ਤੇ ਉਹਨਾਂ ਨੇ ਇਹੀ ਕਿਹਾ ਕਿ ਇਹ ਇਹੀ ਹੈ ਵਹੀ ਹੈ, ਅੱਲਾਹ ਤਾਲਾ ਬਣਾਏਗਾ ਤੇ ਉਹ ਐਲਾਨ ਕਰਨਗੇ। ਇਹ ਦੋ ਚੀਜ਼ਾਂ ਮੈਂ ਜਿੰਨੇ ਦੋਸਤ ਬੈਠੇ ਨੇ ਇਹਨਾਂ ਦੇ ਗੋਸ਼ ਗੁਜ਼ਾਰ ਕਰਨਾ ਚਾਹੁੰਦਾ ਸੀ। ਜਜ਼ਾਕੱਲਾ। ਬਿਲਕੁਲ ਅੱਜ ਇੱਕ ਬੜੇ ਅੱਛਾ ਗੱਲ ਹੋਇਆ। ਵੇਖੋ ਉਸ ਅਸੀਂ ਇੱਕ ਐਸੇ ਦੋਸਤ ਨਾਲ ਮੁਲਾਕਾਤ ਕੀਤੀ ਹੈ, ਗੱਲ ਕੀਤੀ ਹੈ ਜਿਹੜੇ रूह की दुनिया जो होके आए ने, जो रूह की दुनिया में से होके आए हैं, जो अंबिया कराम से मुलाकात करके आए हैं। तो यहाँ पे एक चीज तो वाज़ेह होती है, जब उनसे सवाल किया गया कि आप कौन कौन से अंबिया कराम से आप मिले हैं, किन किन से मुलाकात की हैं, तो बाकी अंबिया कराम का तो उन्होंने बताया, साथ में वो ये भी बता गए कि मैं मिर्जा साहब से भी मिला हूँ। तो इसका मतलब है कि एक गवाही हमें मिल गई। ਨਹੀਂ ਤਾਂ ਹਲੀਮ ਸਾਹਿਬ ਇਹ ਤੁਸੀਂ ਇਹਨਾਂ ਦੇ ਕੋਈ ਲੀਮ ਸਾਹਿਬ ਫਿਰ ਤੁਸੀਂ ਉਹਦੀ ਇਹ ਗੱਲ ਦੀ ਐਗਰੀ ਕਰਦੇ ਹੋ ਕਿ ਮਿਰਜ਼ਾ ਸਾਹਿਬ ਉਹਨਾਂ ਦੇ ਹੱਥ ਤੇ ਬੈਤ ਵੀ ਹੋਏ ਨੇ ਜ਼ੈਦ ਸਾਹਿਬ ਦੇ? ਇਹ ਵੀ ਤੇ ਗੱਲ ਮੰਨੋ ਨਾ ਫਿਰ ਤੁਸੀਂ। ਆਲਮੇ ਰਵਾ ਦੇ ਜਿਹੜੇ ਵਾਕਿਆਤ ਨੇ ਉਹਨਾਂ ਦਾ ਮੈਂ ਕਿਸ ਤਰ੍ਹਾਂ ਤਸਦੀਕ ਕਰ